ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰੂ ਜੀ ਦੀ ਲੋੜ ਹੋਵੇ, ਗੁਰੂ ਜੀ ਵੀ ਅਜਿਹਾ ਹੋਵੇ। जैसे दशमेश माता गुजरी दे लाल जी, जैसे दशमेश जैसे दशमेश माता गुजरी दे लाल जी। मां गुजरे तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो। मां गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं। मां गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। होर कोई नहीं हो सकता, चन होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, चन होर कोई नहीं हो सकता। होर कोई नहीं हो सकता, होर कोई नहीं हो सकता। होर कोई नहीं हो सकता, चन होर कोई नहीं हो सकता। होर कोई नहीं हो सकता, चन होर कोई नहीं हो सकता। होर कोई नहीं हो सकता, चन होर कोई नहीं हो सकता। होर कोई नहीं हो सकता, चन होर कोई नहीं हो सकता। मां गुजरी तेरे चन वर्गा चन होर कोई नहीं हो सकता। मां गुजरी तेरे चन वर्गा चन होर कोई नहीं हो सकता। गुजरी तेरे चन वर्गा चन होर कोई नहीं हो सकता। गुजरी तेरे चन वर्गा चन होर कोई नहीं हो सकता। गुजरी तेरे चन वर्गा चन होर कोई नहीं हो सकता। गुजरी तेरे चन वर्गा चन होर कोई नहीं हो सकता। छाए जाती एकता अनेकता मिलाए जाती। होवती कुचिलता किताबन कुरान की।
पाप ही प्रपक जाते, धर्म तथक जाते, भरन गरक जाते, साहिबत विधान की। देवी देव देहो रे, संतोख संगा दूर होते, रीत मिट जाती, कथा बेदन पुराण की। श्री गुरु गोबिंद सिंह पावन परम सूर, श्री गुरु गोबिंद सिंह पावन परम सूर। मूर्त न होती जो पै करणानुदान की। जे मैं गिनाते गिने नहीं हो जानदे, पारी उपकार गुरां दे। जे मैं गिनाते गिने नहीं हो जानदे, पारी उपकार गुरां दे। सारे जपया करो।
ਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਨੀਂਦ ਦਾਨ ਤੁਮਰੀ ਮਹਿਮਾ ਵਰਣ ਨ ਸਾਕੋ ਤੂੰ ਠਾਕੁਰ ਉਚ ਭਗਵਾਨ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਹੀ ਦੁਨੀਆ ਦੇ ਸਾਂਝੇ ਰਹਿਬਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਗੁਰੂ ਚਰਨਾਂ ਵਿੱਚ ਸਾਡੀ ਤੇ ਤੁਹਾਡੀ ਹਾਜ਼ਰੀ ਲੱਗ ਸਕੇ ਇਸ ਕਰਕੇ ਸਰਬੱਤ ਸੰਗਤ ਫਤਿਹ ਦਾ ਉਚਾਰਨ ਕਰੋ। ਕੋਈ ਵੀ ਰਸਨਾ ਐਸੀ ਨਾ ਹੋਵੇ ਜਿਹੜੀ ਫਤਿਹ ਨਾ ਬੁਲਾਵੇ, ਕਿਉਂਕਿ ਅੱਜ ਇੱਕ ਐਸੇ ਸ਼ਖਸ ਦੇ ਐਸੀ ਮਹਾਨ ਰੂਹ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਬੈਠੇ ਹਾਂ ਜਿਨ੍ਹਾਂ ਨੇ ਜਿਹੜੀ ਫਤਿਹ ਆਪਾਂ ਬੁਲਾਉਣੀ ਹੈ, ਜਿਨ੍ਹਾਂ ਨੇ ਫਤਿਹ ਦੀ ਸ਼ੁਰੂਆਤ ਕੀਤੀ, ਪ੍ਰਾਰੰਭ ਕੀਤੀ। ਤੇ ਇਹ ਨਾ ਹੋਵੇ ਕਿ ਆਪਾਂ ਫਤਿਹ ਦੀ ਸਾਂਝ ਨਾ ਪਾਈਏ, ਭਾਵੇਂ ਉੱਚੀ ਬੋਲੋ ਭਾਵੇਂ ਹੌਲੀ ਬੋਲੋ। ਸਰਬੱਤ ਸੰਗਤ ਪਿਆਰ ਦੇ ਵਿੱਚ ਫਤਿਹ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਅਣਗਿਣਤ ਹੀ ਜਿਹੜੀ ਗਿਣਤੀ ਤੋਂ ਪਰੇ ਨੇ, ਬੇਅੰਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬੇਅੰਤ ਰਹਿਬਰ ਸੰਸਾਰ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਆਏ। ਆਦਿ ਕਾਲ ਤੋਂ ਲੈ ਕੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਆਪੋ ਆਪਣੇ ਢੰਗਾਂ ਦੇ ਨਾਲ, ਆਪੋ ਆਪਣੇ ਤਰੀਕਿਆਂ ਦੇ ਨਾਲ ਹਰ ਇੱਕ ਰਹਿਬਰ ਨੇ ਦੁਨੀਆ ਦੇ ਲੋਕਾਂ ਨੂੰ ਸੇਧ ਦਿੱਤੀ ਹੈ। ਜਿਹੋ ਜੀ ਸੇਧ ਕਿਸੇ ਰਹਿਬਰ ਨੇ ਦੁਨੀਆ ਦੇ ਲੋਕਾਂ ਨੂੰ ਦਿੱਤੀ ਹੈ, ਉਹ ਲੋਕ ਉਧਰਲੇ ਪਾਸੇ ਨੂੰ ਤੁਰ ਪਏ। ਜੇਕਰ ਆਪਾਂ ਆਪਣੇ ਹਿੰਦੁਸਤਾਨ ਦੀ ਗੱਲ ਕਰੀਏ, ਹਿੰਦੁਸਤਾਨ ਦੇ ਵਿੱਚ ਵੀ ਬਹੁਤ ਸਾਰੇ ਧਰਮ ਹੁਣ ਵੀ ਨੇ, ਪਹਿਲਾਂ ਵੀ ਸਨ। ਭਾਵੇਂ ਕਿ ਬਹੁਤ ਸਾਰੇ ਧਰਮ ਜਿਹੜੇ ਨੇ ਹਿੰਦੁਸਤਾਨ ਦੇ ਅੰਦਰ, ਉਹਨਾਂ ਦਾ ਜਿਹੜਾ ਬੋਲ ਬਾਲਾ ਹੈ ਅਜੋਕੇ ਸਮੇਂ ਦੇ ਵਿੱਚ, ਅੱਜ ਦੇ ਸਮੇਂ 'ਚ ਥੋੜਾ ਜਿਹਾ ਘੱਟ ਹੈ, ਪਰ ਬਹੁਤ ਸਾਰੇ ਧਰਮ ਹਿੰਦੁਸਤਾਨ ਦੀ ਧਰਤੀ ਤੇ ਹੁਣ ਵੀ ਨੇ। ਕੁਝ ਪ੍ਰਚਲਿਤ ਨੇ ਜਿਹੜੇ ਅੱਜ ਕੱਲ ਨੇ, ਕੁਝ ਪਹਿਲੇ ਸਮਿਆਂ ਦੇ ਵਿੱਚ ਹੋ ਕੇ ਗਏ ਨੇ। ਉਹਨਾਂ ਦੀ ਪਹਿਲਾਂ ਇਹ ਕਹਿ ਲਓ ਵੀ ਚੜ੍ਹਾਈ ਸੀ। ਸਮੇਂ ਦੇ ਨਾਲ ਜਿਹੜੇ ਧਰਮ ਨੇ, ਵੈਸੇ ਰੱਬ ਦਾ ਜਿਹੜਾ ਘਰ ਹੈ ਉਹ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ। ਜਦੋਂ ਆਪਾਂ ਬਾਣੀ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਚਾਰਨ ਕੀਤਾ ਵੀ ਉਹ ਇੱਕ ਹੀ ਹੈ, ਦੂਸਰਾ ਨਹੀਂ ਹੈ। ਫਿਰ ਧਰਮ ਵੱਖੋ ਵੱਖਰੇ ਕਿਵੇਂ ਹੋ ਗਏ? ਸਾਧ ਸੰਗਤ ਜੀ, ਜਿਵੇਂ ਖੈਰਾਬਾਦ ਨੂੰ ਆਉਣਾ ਹੋਵੇ ਨਾ, ਇੱਥੇ ਗੁਰਦੁਆਰਾ ਸਾਹਿਬ ਆਉਣਾ ਹੋਵੇ, ਰਾਹ ਇੱਕ ਨਹੀਂ ਹੈ, ਕਈ ਪਾਸੋਂ ਰਾਹ ਆਉਂਦੇ, ਰਾਹ ਕਈ ਪਾਸੋਂ ਆਉਂਦੇ ਨੇ, ਇੱਥੇ ਆ ਕੇ ਮਿਲ ਜਾਂਦੇ ਨੇ। ਧਰਮ ਵੱਖੋ ਵੱਖਰੇ ਨੇ, ਮੰਜ਼ਿਲ ਇੱਕ ਹੈ, ਪ੍ਰਮਾਤਮਾ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਖੁਦਾ ਅੱਲਾ ਇੱਕ ਹੈ। ਹਰ ਇੱਕ ਰਹਿਬਰ ਨੇ ਵੱਖੋ ਵੱਖਰੇ ਸਾਧ ਸੰਗਤ ਜੀ ਰਸਤਿਆਂ ਤੇ ਚੱਲ ਕੇ ਦੁਨੀਆ ਦੇ ਲੋਕਾਂ ਨੂੰ ਸਮਝਾਇਆ। ਉਹਨਾਂ ਦੇ ਦੱਸੇ ਰਾਹ ਤੇ ਕੋਈ ਅੱਪੜ ਗਿਆ, ਕੋਈ ਰਾਹ 'ਚ ਹੀ ਰਹਿ ਗਿਆ, ਕਿਉਂਕਿ ਕਈਆਂ ਨੇ ਐਸੇ ਰਾਹ ਪਕੜੇ ਜਿਹੜੇ ਰਾਹ ਬੜੇ ਕਠਿਨ ਸੀ, ਮੁਸ਼ਕਲ ਸੀ। ਬਹੁਤਾਤ ਲੋਕਾਂ ਤੋਂ ਉਹ ਰਾਹ ਦੇ ਉੱਤੇ ਚੱਲਿਆ ਨਾ ਗਿਆ। ਅੱਜ ਵੀ ਦੁਨੀਆ ਦੇ ਵਿੱਚ ਐਸੇ ਧਰਮ ਨੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬਹੁਤ ਹੀ ਕਠਿਨ ਸਾਧਨਾ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰੋਗੇ।
बड़ी जिंदगी बड़ी कठोर हो जाती है, बड़ी सख्त हो जाती है, बड़ी गुंझलदार हो जाती है। पर जेड़ा राह गुरु साहिबाना ने सानू दिता है, वो राह दे उत्ते कठिनाइयां तां हन, पर उन्हां कठिनाइयां नूं गुरु दे राह ते चल के गुरु का सिख कवर कर जांदा है, उन्हां कठिनाइयां नूं सहन कर लैंदा है। गुरु ने राह ही ऐसा चुन के दिता है, गुरु ने पंथ ही ऐसा चलाया, ऐसी मर्यादा दी, ऐसी अपने गुरु के सिख नूं गुरु साहब जी ने गुड़ती दी, सेध दी, सिक्ख्या दी कि कठिनाइयां भावें गुरु के सिख दे जीवन विच ने, ये नहीं आपां कह सकते भी कठिनाइयां नहीं हैं, पर उन्हां कठिनाइयां नूं गुरु का सिख चीरदा होया राह दे उत्ते मंजिल दे उत्ते चलदा एक दिन गुरु दी दिती सिक्ख्या अनुसार अपने जीवन नूं सफल कर जांदा है, अपने जीवन नूं पवित्र कर जांदा है, सफल कर जांदा है। पर करदा वो है जिहड़ा गुरु दे राह दे उत्ते तुरदा है। सारे नहीं तुरदे, पर जिहड़ा तुर जांदा है वो पहुंच जांदा है। गुरु नानक देव महाराज जी ने ਆਪਾਂ ਸਾਰੇ ਗੱਲ ਵੈਸੇ ਪ੍ਰਚਲਿਤ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਨੂੰ ਪੈਦਾ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਚਲਾਇਆ। ਇਹ ਵੀ ਗੱਲ ਚਲੋ ਮੰਨ ਲਓ ਵੀ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਉਹਨਾਂ ਨੇ ਰੂਪ ਰੇਖਾ ਲੋਕਾਂ ਦੀ ਬਦਲੀ ਹੈ, ਲੋਕ ਉਹੀ ਸਨ। ਜਦੋਂ ਯੁੱਗ ਤਬਦੀਲ ਹੁੰਦਾ ਹੈ ਨਾ, ਯੁੱਗ ਤਬਦੀਲ ਹੁੰਦਾ ਹੈ, ਸਾਰਾ ਕੁਝ ਉਹੀ ਹੁੰਦਾ ਹੈ। ਪਹਿਲਾਂ ਸਤਜੁਗ ਸੀ, ਤ੍ਰੇਤਾ ਦੁਆਪਰ, ਹੁਣ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਇਹਦੇ ਵਿੱਚ ਕੋਈ ਲੋਕ ਉਹੀ ਹੁੰਦੇ ਨੇ, ਦੁਨੀਆ ਉਹੀ ਹੁੰਦੀ ਹੈ, ਸਾਰਾ ਕੁਝ ਉਹੀ ਹੁੰਦਾ ਹੈ। ਸੋਚ ਬਦਲ ਜਾਂਦੀ ਹੈ, ਰਹੁ ਰੀਤੀਆਂ ਬਦਲ ਜਾਂਦੀਆਂ ਨੇ, ਬੁੱਧ ਬਦਲ ਜਾਂਦੀ ਹੈ। ਹੁਣ ਸਰਦੀ ਆ ਗਈ, ਸਾਰਾ ਕੁਝ ਉਹੀ ਹੈ, ਸੂਰਜ ਵੀ ਉਹੀ ਹੈ, ਆਪਾਂ ਵੀ ਉਹੀ ਆ, ਘਰ ਵੀ ਸਾਡੇ ਉਹੀ ਹੈ। ਪਰ ਹੋਇਆ ਕੀ ਹੈ, ਤਬਦੀਲੀ ਹੋ ਗਈ। ਜਿਹੜਾ ਪਹਿਲਾਂ ਗਰਮੀ ਮਹਿਸੂਸ ਕਰ ਰਹੇ ਸਾਂ, ਹੁਣ ਠੰਡ ਮਹਿਸੂਸ ਕਰ ਰਹੇ ਹਾਂ। ਥੋੜੇ ਦਿਨਾਂ ਨੂੰ ਫੇਰ ਗਰਮੀ ਮਹਿਸੂਸ ਹੋਣ ਲੱਗ ਜੇਗੀ। ਐਸੇ ਤਰ੍ਹਾਂ ਹੀ ਯੁੱਗਾਂ ਦੀ ਗੱਲ ਹੈ, ਜਦੋਂ ਯੁੱਗ ਪਲਟਦਾ ਹੈ, ਬੁੱਧ ਬਦਲਣੀ ਸ਼ੁਰੂ ਹੋ ਜਾਂਦੀ ਹੈ, ਮਤ ਬਦਲਣੀ ਸ਼ੁਰੂ ਹੋ ਜਾਂਦੀ, ਰਹੁ ਰੀਤੀਆਂ, ਕੰਮ ਬਦਲ ਜਾਂਦੇ ਨੇ, ਉੱਠਣੀ ਬੈਠਣੀ ਲੋਕਾਂ ਦੀ ਬਦਲ ਜਾਂਦੀ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸੰਸਾਰ ਚ ਆਏ, ਲੋਕਾਂ ਦੀ ਉਲਝੀ ਤਾਣੀ ਨੂੰ ਵੇਖਿਆ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ, ਵੀ ਲੋਕ ਉਲਝੇ ਹੋਏ ਐ, ਫਸੇ ਹੋਏ ਐ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਜਿਹੜੇ ਫਸੇ ਹੋਏ ਸੀ ਕਰਮਾ ਕਾਂਡਾਂ ਚ, ਗਿਆਨਤਾ ਵਿੱਚ, ਭਰਮਾਂ ਵਿੱਚ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਦੁਆਰਾ, ਆਪਣੇ ਉਪਦੇਸ਼ ਦੁਆਰਾ, ਬਾਣੀ ਦੁਆਰਾ, ਆਪਣੇ ਮੁੱਖ ਵਾਕਾਂ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਦੇ ਲੋਕਾਂ ਨੂੰ ਉਸ ਰਾਹ ਤੋਂ ਮੋੜਿਆ ਜਿਹੜਾ ਰਾਹ ਉਹਨਾਂ ਨੂੰ ਨਰਕਾਂ ਵੱਲ ਲੈ ਕੇ ਜਾ ਰਿਹਾ ਸੀ। ਮੁੜ ਗਏ ਬਹੁਤ ਸਾਰੇ ਲੋਕ, ਅੱਜ ਉਹਨਾਂ ਦਾ ਇਤਿਹਾਸ ਵਿੱਚ ਨਾਮ ਹੈ। ਜਿਹੜੇ ਮੁੜੇ ਤੇ ਜਿਹੜੇ ਨਾ ਮੁੜੇ, ਉਹਨਾਂ ਨੂੰ ਸਾਧ ਸੰਗਤ ਜੀ ਕੋਈ ਪੁੱਛਦਾ ਵੀ ਨਹੀਂ ਹੈ, ਉਹਨਾਂ ਦਾ ਨਾਮ ਸੰਸਾਰ ਵਿੱਚ ਨਹੀਂ ਹੈ। ਐਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਾਅਦ 10 ਪਾਤਸ਼ਾਹੀਆਂ, 9 ਪਾਤਸ਼ਾਹੀਆਂ ਹੋਰ ਆਈਆਂ। ਉਪਦੇਸ਼ ਉਹੀ ਸੀ, ਸਿਧਾਂਤ ਉਹੀ ਸੀ, ਕੰਮ ਕਰਨ ਦਾ ਢੰਗ ਵੱਖਰਾ ਬਦਲ ਗਿਆ। ਕੰਮ ਦਾ ਢੰਗ ਬਦਲਣਾ ਪੈਂਦਾ ਹੈ। ਸਿਧਾਂਤ ਉਹੀ ਗੁਰੂ ਨਾਨਕ ਸਾਹਿਬ ਵਾਲਾ ਹੀ ਸੀ, ਪਰ ਚੇਂਜ ਕੀ ਹੋਇਆ, ਬਦਲਿਆ ਕੀ, ਕੰਮ ਕਰਨ ਦਾ ਤਰੀਕਾ ਬਦਲ ਗਿਆ। ਸਿਧਾਂਤ ਉਹੀ, ਕੰਮ ਕਰਨ ਦਾ ਤਰੀਕਾ ਬਦਲਿਆ। ਗੁਰੂ ਅੰਗਦ ਦੇਵ ਮਹਾਰਾਜ ਆਏ, ਤੁਸੀਂ ਰਹੁ ਰੀਤੀਆਂ ਵੇਖਿਓ, ਸਾਰਾ ਜੀਵਨ ਪੜ੍ਹੋ ਗੁਰੂ ਸਾਹਿਬਾਨਾਂ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਆਏ, ਗੁਰੂ ਅਮਰਦਾਸ ਮਹਾਰਾਜ ਆਏ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਛੇਵੇਂ ਪਾਤਸ਼ਾਹ ਆਏ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਕ੍ਰਿਸ਼ਨ ਮਹਾਰਾਜ ਜੀ ਆਏ, ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਆਏ,
ਕਿੰਨੀਆਂ ਰੋਹ ਰੀਤੀਆਂ ਚੇਂਜ ਹੋਈਆਂ, ਪਰ ਜੇਕਰ ਸਿਧਾਂਤ ਸੀ, ਸਿਧਾਂਤ ਇੱਕੋ ਹੀ ਰਿਹਾ, ਸਿਧਾਂਤ ਇੱਕੋ ਹੀ ਰਿਹਾ। ਆਪਾਂ ਗੁਰੂ ਕਲਗੀਧਰ ਮਹਾਰਾਜ ਦੀ ਗੱਲ ਕਰਨੀ ਹੈ। ਅੱਜ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਲ ਵਰਲਡ ਦੇ ਵਿੱਚ ਦੁਨੀਆ ਮਨਾ ਰਹੀ, ਭਾਵੇਂ ਕਈਆਂ ਨੇ 5 ਨੂੰ ਮਨਾ ਲਿਆ, ਕਈਆਂ ਨੂੰ 5 ਨੇ ਮਨਾ ਲਿਆ। ਯਾਦ ਪਿਆਰੇ ਦੀ ਮਨਾਉਣੀ ਚਾਹੀਦੀ ਹੈ। ਤਿੱਥਾਂ ਵਾਰਾਂ ਵਿੱਚ ਕੁਝ ਨਹੀਂ ਰੱਖਿਆ ਹੋਇਆ, ਬਸ ਆਪਣੇ ਪਿਆਰੇ ਦੀ, ਗੁਰੂ ਸਾਹਿਬਾਨਾਂ ਦੀ ਯਾਦ ਸਾਡੇ ਦਿਲ ਵਿੱਚ ਵਸਦੀ ਰਵੇ। ਇੱਕ ਦਿਨ ਕਿਉਂ ਯਾਦ ਕਰਨਾ ਪਿਆਰੇ ਨੂੰ, ਰੋਜ਼ ਯਾਦ ਕਰੀਏ। ਪਿਆਰੇ ਤਾਂ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਕਿ ਅੱਜ ਹੀ ਯਾਦ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ, ਕਿ ਅੱਜ ਹੀ ਯਾਦ ਕਰਨਾ ਵੀ ਅੱਜ ਗੁਰਪੁਰਬ ਹੈ, ਵੀ ਯਾਦ ਕਰ ਲਓ। ਕਿਉਂ ਨਾ ਰੋਜ਼ ਯਾਦ ਕਰੀਏ ਆਪਣੇ ਪਿਆਰੇ ਨੂੰ। ਰੋਜ਼ ਸਾਡੇ ਜੀਵਨ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਸਾਨੂੰ ਚੇਤੇ ਆਉਣ, ਉਹਨਾਂ ਦੀਆਂ ਸਿੱਖਿਆਵਾਂ ਸਾਡੇ ਚੇਤੇ ਆਉਣ, ਉਹਨਾਂ ਦੇ ਕੀਤੇ ਪਰਉਪਕਾਰ ਸਾਡੇ ਰੋਜ਼ ਚੇਤੇ ਆਉਣ ਸਾਨੂੰ। ਜ਼ਰੂਰੀ ਨਹੀਂ ਵੀ ਸਭਾ ਵਾਲੇ ਦਿਨ ਹੀ ਯਾਦ ਕਰਨਾ ਸਾਹਿਬਜ਼ਾਦਿਆਂ ਨੂੰ, ਜ਼ਰੂਰੀ ਨਹੀਂ ਹੈ ਵੀ ਉਦਣੀ ਜਾ ਕੇ ਚਮਕੌਰ ਸਾਹਿਬ ਮੱਥਾ ਟੇਕਣਾ ਭਾਵੇਂ ਧੱਕੇ ਹੀ ਪੈਣ, ਜ਼ਰੂਰੀ ਥੋੜਾ ਹੈ। ਕਿਉਂ ਨਾ ਅਸੀਂ ਮਨਾਂ ਵਿੱਚ ਰੋਜ਼ ਉਹਨਾਂ ਨੂੰ ਚੇਤੇ ਕਰੀਏ। ਕਰਦੇ ਆ ਨਾ ਅਰਦਾਸ ਵਿੱਚ, ਪਰ ਉਹ ਕਰਦੇ ਜਿਨ੍ਹਾਂ ਦੀ ਅਰਦਾਸ ਵਿੱਚ ਸੁਰਤੀ ਹੁੰਦੀ ਹੈ। ਕਈਆਂ ਦੀ ਤਾਂ ਸਾਧ ਸੰਗਤ ਜੀ ਅਰਦਾਸ ਵਿੱਚ ਸੁਰਤੀ ਉਹ ਨਹੀਂ ਹੁੰਦੀ ਵੀ ਅਰਦਾਸ 'ਚ ਹੋ ਕੀ ਰਿਹਾ, ਬੋਲ ਕੀ ਰਹੇ। ਰੋਜ਼ ਚੇਤੇ ਕਰਾਉਂਦੇ ਨੇ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਵਿੱਚ। ਕਿੰਨੇ ਦੋਹਰੇ ਆਪਾਂ ਪੜ੍ਹਦੇ ਆ, ਪੌੜੀਆਂ ਪੜ੍ਹਦੇ ਅਰਦਾਸ ਦੀਆਂ, ਕਿੰਨੇ ਸਿੰਘਾਂ ਸਿੰਘਣਿਆਂ ਦਾ ਜ਼ਿਕਰ ਸਾਡੇ ਸਾਹਮਣੇ ਆਉਂਦਾ ਅੱਖਾਂ ਦੇ, ਗੁਰੂ ਕੇ ਪਿਆਰਿਆਂ ਦਾ, ਗੁਰੂ ਕੇ ਲਾਲਾਂ ਦਾ, ਕਿੰਨੇ ਗੁਰਦੁਆਰਿਆਂ ਦਾ ਜ਼ਿਕਰ ਆਉਂਦਾ। ਜਿੱਥੇ ਆਪਾਂ ਗਏ ਵੀ ਨਹੀਂ ਉੱਥੋਂ ਦਾ ਵੀ ਜ਼ਿਕਰ ਆਉਂਦਾ, ਉੱਥੋਂ ਦਾ ਵੀ ਚੇਤਾ ਕਰਾ ਦਿੰਦੇ ਸੱਚੇ ਪਾਤਸ਼ਾਹ। ਨਨਕਾਣਾ ਸਾਹਿਬ, ਪੰਜਾ ਸਾਹਿਬ। ਤੇ ਸਾਧ ਸੰਗਤ ਜੀ, ਪਿਆਰੇ ਦੀ ਯਾਦ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਮੋਏ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਗੁਰੂ ਦੇ ਦਰਬਾਰ, ਗੁਰੂ ਦੇ ਦਰਸ਼ਨਾਂ ਤੋਂ ਬਗੈਰ ਮੈਨੂੰ ਚੈਨ ਨਹੀਂ ਹੈ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਸੱਚੇ ਪਾਤਸ਼ਾਹ ਜੀ ਜਿਸ ਅਵਸਥਾ ਰੂਪੀ ਦੇਸ਼ ਦੇ ਵਿੱਚ ਤੁਸੀਂ ਵਸਦੇ ਹੋ, ਉਹ ਧਨ ਹੈ। ਉਸ ਦੇਸ਼ ਨੂੰ ਮੱਥਾ ਟੇਕੀਏ, ਉਸ ਅਵਸਥਾ ਨੂੰ ਮੱਥਾ ਟੇਕੀਏ ਮਹਾਰਾਜ ਜੀ ਜਿੱਥੇ ਤੁਸੀਂ ਵਸਦੇ ਹੋ। ਧਨ ਦੇਸ਼ ਹੈ ਪ੍ਰੀਤਮਾ ਤੇਰਾ, ਜਿੱਥੇ ਜਾ ਕੇ ਤੂੰ ਵਸਦਾ। ਧਨ ਦੇਸ਼ ਹੈ ਪ੍ਰੀਤਮਾ ਤੇਰਾ, ਜਿੱਥੇ ਜਾ ਕੇ ਤੂੰ ਵਸਦਾ। ਧਨ ਦੇਸ਼ ਹੈ ਪ੍ਰੀਤਮਾ ਤੇਰਾ,
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਧਨ ਹੈ ਅਵਸਥਾ ਰੂਪੀ ਦੇਸ਼, ਜਿੱਥੇ ਰੱਬ ਵਸਦਾ ਹੈ, ਜਿੱਥੇ ਪ੍ਰੀਤਮ ਵਸਦਾ ਹੈ, ਜਿੱਥੇ ਗੁਰੂ ਵਸਦਾ ਹੈ। ਕਲਗੀਧਰ ਮਹਾਰਾਜ ਨੂੰ ਰੋਜ਼ ਯਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇੰਨੇ ਪਰਉਪਕਾਰ ਸਾਡੇ ਉੱਤੇ ਕੀਤੇ ਹੈ। ਪਰ ਅਸੀਂ ਇਤਨੇ ਅਕਿਰਤ ਘਣ ਲੋਕ ਹਾਂ, ਅਸੀਂ ਉਦਣ ਹੀ ਯਾਦ ਕਰਦੇ ਹਾਂ ਜਿੱਦਣ ਉਹਦਾ ਦਿਹਾੜਾ ਹੁੰਦਾ ਹੈ। ਉਦਣ ਵੀ ਸਾਧ ਸੰਗਤ ਸਾਡੇ ਮਨਾਂ ਵਿੱਚ ਜੇ ਰੰਚਕ ਮਾਤਰ ਵੀ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਪ੍ਰੇਮ ਆ ਜੇ ਤੇ ਗੁਰੂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰ ਤੇ ਅਸੀਂ ਪ੍ਰਵਾਨ ਹੋ ਜਾਈਏ। ਜੇ ਕਿਤੇ ਰੰਚਕ ਮਾਤਰ ਅੱਜ ਵੀ ਸਾਡੇ ਮਨ 'ਚ ਕੋਈ ਥੋੜਾ ਜਿਹਾ ਪਿਆਰ ਆ ਜਾਏ, ਇਹ ਸਾਨੂੰ ਪਤਾ ਹੈ ਵੀ ਸਾਡੇ ਅੰਦਰ ਪਿਆਰ ਹੈ ਕਿ ਨਹੀਂ ਹੈ। ਪਿਆਰ ਅਖੰਡ ਪਾਠ ਸਾਹਿਬ ਕਰਾਉਣ ਨਾਲ ਨਹੀਂ ਹੈ। ਜੇ ਲੰਗਰ ਲਾ ਦਾਂਗੇ 500 ਰੁਪਇਆ ਇਕੱਠਾ ਹੋ ਗਿਆ, ਲੰਗਰ ਲਾ ਦਿੱਤਾ ਆਪਾਂ ਨੇ, ਬਹੁਤੇ ਅਸੀਂ ਫੁੱਲੀਏ ਨਾ ਫਿਰੀਏ ਵੀ ਅਸੀਂ ਬਸ ਹੁਣ ਸਾਡੀ ਹਾਜ਼ਰੀ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਲੱਗ ਗਈ। ਇਸ ਤਰ੍ਹਾਂ ਨਹੀਂ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ, ਉਹਨਾਂ ਦੇ ਦਰ ਉੱਤੇ ਹਾਜ਼ਰੀ ਸਾਡੀ, ਉਹਨਾਂ ਦੇ ਸਾਸਨੀ ਕੀਤੇ ਪਰਉਪਕਾਰ ਚੇਤੇ ਰੱਖ ਕੇ ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਾਡੇ ਇਹ ਕਾਰਜ ਸਫਲ ਹੋਣੇ ਆ ਜਿਹੜੇ ਅਸੀਂ ਕਰਦੇ ਆ। ਜਿੰਨੀਆਂ ਸੇਵਾਵਾਂ ਅਸੀਂ ਕਰਦੇ ਆ ਨਾ ਗੁਰੂ ਸਾਹਿਬ ਦੀਆਂ, ਉਹ ਉਦੋਂ ਸਾਧ ਸੰਗਤ ਜੀ ਉਹਨਾਂ ਤੇ ਮੋਹਰ ਲੱਗਣੀ ਹੈ ਜਦੋਂ ਅਸੀਂ ਉਹਨਾਂ ਦਾ ਬਚਨ ਕਮਾਵਾਂਗੇ। ਜੇ ਬਚਨ ਨਾ ਕਮਾਇਆ, ਜੇ ਉਹਨਾਂ ਦੀ ਸਿੱਖਿਆ ਤੇ ਨਾ ਚੱਲੇ, ਫਿਰ ਜੋ ਮਰਜ਼ੀ ਸਾਧ ਸੰਗਤ ਜੀ ਅਸੀਂ ਕਰੀਏ ਉਹ ਕੁਛ ਮਾਇਨੇ ਨਹੀਂ ਰੱਖਦਾ। ਜਿਹੜੀ ਸਾਧ ਸੰਗਤ ਦੀ ਇਸਤਰੀ ਹੁੰਦੀ ਹੈ ਨਾ, ਕਿੰਨੇ ਸ਼ਿੰਗਾਰ ਕਰਦੀ ਹੈ ਉਹ ਇਸਤਰੀ, ਕਿੰਨੇ ਸ਼ਿੰਗਾਰ ਕਰਦੀ ਹੈ। ਜੇਕਰ ਉਹਦਾ ਪਤੀ ਉਹ ਤੋਂ ਖੁਸ਼ ਨਹੀਂ ਹੈ ਤੇ ਉਹਦੇ ਕੀਤੇ ਸ਼ਿੰਗਾਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਿੱਟੀ ਨਹੀਂ। ਜਿਹੜੀ ਇਸਤਰੀ ਹੈ ਉਹਦੇ ਸਰੀਰ ਉੱਤੇ ਕੀਤੇ ਹੋਏ ਸਾਰੇ ਸ਼ਿੰਗਾਰ ਉਦੋਂ ਮਾਇਨੇ ਰੱਖਦੇ ਨੇ ਜਦੋਂ ਇਸਤਰੀ ਤੋਂ ਉਹਦਾ ਪਤੀ ਖੁਸ਼ ਹੈ। ਜਦੋਂ ਇਸਤਰੀ ਉਹਦੇ ਕਹਿਣੇ 'ਚ ਹੈ ਤਾਂ ਉਹਦੇ ਕੀਤੇ ਸ਼ਿੰਗਾਰ ਕਿਸੇ ਅਰਥ ਨੇ। ਤੇ ਜੇਕਰ ਇਸਤਰੀ ਆਪਣੇ ਘਰ ਵਾਲੇ ਦੀ, ਆਪਣੀ ਪਤੀ ਦੀ ਕੋਈ ਗੱਲ ਨਹੀਂ ਮੰਨਦੀ, ਉਹਦੇ ਮੁਤਾਬਕ ਨਹੀਂ ਚੱਲਦੀ, ਤੇ ਉਹ ਭਾਵੇਂ ਲੱਖਾਂ ਸ਼ਿੰਗਾਰ ਕਰ ਲੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਮਿੱਟੀ ਨਹੀਂ, ਉਹਨਾਂ ਦਾ ਕੋਈ ਰੋਲ ਨਹੀਂ ਹੈ। ਆਪਾਂ ਜੋ ਵੀ ਕਰਦੇ ਹਾਂ ਇਹ ਸਾਡਾ ਮਾਇਨੇ ਤਾਂ ਰੱਖਦਾ ਜੇ ਆਪਾਂ ਉਹਨਾਂ ਦੀ ਸਿੱਖਿਆ ਤੇ ਚੱਲੀਏ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਰੋਜ਼ ਯਾਦ ਕਰੀਏ। ਸੱਚੇ ਪਾਤਸ਼ਾਹ, ਅਸੀਂ ਆਪਣੇ ਘਰਾਂ 'ਚ ਤਾਂ ਬੈਠੇ ਆ, ਤੁਸੀਂ ਕੁਰਬਾਨੀਆਂ ਦਿੱਤੀਆਂ, ਅਸੀਂ ਚੰਗਾ ਚੋਖਾ ਖਾ ਰਹੇ ਹਾਂ। ਸੱਚੇ ਪਾਤਸ਼ਾਹ, ਤੁਸੀਂ ਸਾਡੇ ਤੇ ਪਰਉਪਕਾਰ ਕੀਤੇ ਹੈ, ਸਾਡੇ ਤੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਉੱਤੇ, ਤਾਂ ਅਸੀਂ ਇੰਨੇ ਸੁਖੀ ਹਾਂ। ਕਲਗੀਧਰ ਜੀ ਨੇ ਕਿਹਾ ਵੀ ਹੈ, ਚੌਪਈ ਪੜੋ ਰੋਜ਼। ਕਲਗੀਧਰ ਮਹਾਰਾਜ ਕਹਿੰਦੇ ਸੁਖੀ ਬਸੈ ਮੋਰੋ ਪਰਿਵਾਰਾ। ਸੱਚੇ ਪਾਤਸ਼ਾਹ ਨੂੰ ਪੁੱਛਿਆ ਕਿਸੇ ਨੇ ਕਿਸੇ ਵੇਲੇ, ਮਹਾਰਾਜ ਤੁਸੀਂ ਕਹਿੰਦੇ ਹੋ ਸੁਖੀ ਵਸੈ ਮੋਰੋ ਪਰਿਵਾਰਾ, ਪਰਿਵਾਰ ਦਾ ਇੱਕ ਜੀ ਤਾਂ ਦਿਸਦਾ ਨਹੀਂ। ਵੱਡੇ ਸਾਹਿਬਜ਼ਾਦੇ ਤੁਸੀਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾ ਲਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੁਸੀਂ ਆਪ 9 ਸਾਲ ਦੀ ਉਮਰ ਦੇ ਵਿੱਚ ਦਿੱਲੀ ਨੂੰ ਤੋਰਿਆ। ਬੁੱਢੜੀ ਮਾਂ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋ ਗਈ। ਸੱਚੇ ਪਾਤਸ਼ਾਹ, ਕਿਹੜੇ ਪਰਿਵਾਰ ਦੀ ਗੱਲ ਕਰਦੇ ਹੋ? ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਖਾਲਸੇ ਪਰਿਵਾਰ ਦੀ ਗੱਲ ਕਰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਆਪਣੇ ਖਾਲਸੇ ਪੰਥ ਰੂਪੀ ਪਰਿਵਾਰ ਦੀ ਗੱਲ ਕਰਦਾ। ਭਾਵੇਂ ਮੇਰਾ ਕੱਖ ਨਹੀਂ ਰਿਹਾ, ਪਰ ਸੁਖੀ ਵਸੈ ਮੋਰੋ ਪਰਿਵਾਰਾ, ਮੇਰਾ ਖਾਲਸਾ ਰੂਪੀ ਪਰਿਵਾਰ ਸੁਖੀ ਵਸੇ। ਕੱਲ ਮਹਾਰਾਜ ਜੀ ਨੇ ਸਾਡੀਆਂ ਸੁੱਖਾਂ ਮੰਗੀਆਂ ਤੇ ਕਲਗੀਧਰ ਜੀ ਦਾ ਸ਼ੁਕਰਾਨਾ ਬਣਦਾ। ਮਹਾਰਾਜ ਜੋ ਹਾਂ ਤੁਹਾਡੀ ਬਦੌਲਤ ਹਾਂ, ਸਾਰਾ ਕ੍ਰੈਡਿਟ ਤੁਹਾਨੂੰ ਹੈ, ਸਿਹਰਾ ਤੁਹਾਨੂੰ ਜਾਂਦਾ ਹੈ ਮਹਾਰਾਜ ਜੀ। ਨਹੀਂ ਪੜ੍ਹ ਕੇ ਵੇਖ ਲਓ ਹਾਲਾਤ, ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗ ਜੂ ਵੀ ਔਰੰਗਜ਼ੇਬ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਸੀ
ਉਹ ਕਿਸ ਤਰ੍ਹਾਂ ਦੀਆਂ ਸਨ। ਔਰੰਗਜ਼ੇਬ ਨੇ ਜੋ ਪਾਬੰਦੀਆਂ ਲਾਈਆਂ ਸੀ ਨਾ ਹਿੰਦੁਸਤਾਨ ਦੇ ਲੋਕਾਂ ਨੂੰ, 4 ਬੰਦੇ ਇਕੱਠੇ ਬਹਿ ਨਹੀਂ ਸੀ ਸਕਦੇ। ਅੱਜ ਲੱਖਾਂ ਦੇ ਇਕੱਠ ਹੋ ਰਹੇ ਆ, 4 ਬੰਦੇ ਨਹੀਂ ਸੀ ਬਹਿ ਸਕਦੇ ਜੁੜ ਕੇ। ਤੁਹਾਡੇ ਘਰ ਕਿਸੇ ਬੰਦੇ ਦੇ ਘਰ ਕੋਈ ਮਰਗਤ ਹੋ ਜੇ, ਕੋਈ ਬੰਦਾ ਚੜ੍ਹਾਈ ਕਰ ਜੇ, ਉਹਨੂੰ 7 ਰੁਪਏ ਦੇ ਕੇ ਸਾਧ ਸੰਗੀ ਤਾਂ ਸੰਸਕਾਰ ਹੁੰਦਾ ਸੀ। 7 ਰੁਪਏ ਦੇ ਕੇ, ਪਿੰਡ ਚੋਂ ਨਹੀਂ ਸੀ ਲੱਭਦੇ 7 ਰੁਪਏ ਕਹਿੰਦੇ। ਸਾਰੇ ਪਿੰਡ ਵਿੱਚੋਂ ਜੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਤਾਂ ਵੀ 7 ਰੁਪਏ ਪੂਰੇ ਨਹੀਂ ਸੀ ਹੁੰਦੇ ਉਹਨਾਂ ਵੇਲਿਆਂ 'ਚ। ਤੇ ਉਹ 7 ਰੁਪਏ ਰੱਖੇ ਹੋਏ ਸੀ ਵੀ ਜੇ ਕਿਸੇ ਨੇ ਸੰਸਕਾਰ ਕਰਨਾ ਕਿਸੇ ਦਾ ਤਾਂ 7 ਰੁਪਏ ਦਿਓ ਨਵਾਬ ਨੂੰ, ਇਲਾਕੇ ਦੇ ਨਵਾਬ ਨੂੰ, ਤਾਂ ਸੰਸਕਾਰ ਹੋਊਗਾ। ਤੇ ਕੋਈ ਸਵਾਰੀ ਨਹੀਂ ਸੀ ਕਰ ਸਕਦਾ, ਘੋੜੇ ਤੇ ਨਹੀਂ ਸੀ ਚੜ ਸਕਦਾ। ਕਿੰਨੀਆਂ ਪਾਬੰਦੀਆਂ ਔਰੰਗਜ਼ੇਬ ਨੇ ਲਾਈਆਂ ਹੋਈਆਂ ਸੀ। ਪਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਕੇਵਲ ਤੇ ਕੇਵਲ 42 ਸਾਲ ਦੀ ਉਮਰ, ਕਿੰਨੀ ਕੁ ਹੁੰਦੀ 42 ਸਾਲ ਦੀ ਉਮਰ? ਸਾਡੇ ਤੋਂ ਘਰ ਨਹੀਂ ਬਣਦਾ 42 ਸਾਲ ਦੀ ਉਮਰ 'ਚ, ਪਰਿਵਾਰ ਸੈੱਟ ਨਹੀਂ ਹੁੰਦਾ 42 ਸਾਲ ਦੀ ਉਮਰ ਦੇ ਵਿੱਚ ਕਿਸੇ ਬੰਦੇ ਤੋਂ। ਗੁਰੂ ਕਲਗੀਧਰ ਮਹਾਰਾਜ ਨੇ 42 ਸਾਲ ਦਾ ਵਿੱਚ ਐਡੇ ਵੱਡੇ ਕੰਮ ਕਰ ਦਿੱਤੇ। ਕੋਈ ਦੁਨੀਆ ਦਾ ਰਹਿਬਰ, ਪਤਾ ਨਹੀਂ ਕਿੰਨੇ ਕੁ ਰਹਿਬਰ ਦੁਨੀਆ ਦੇ ਵਿੱਚ ਆਏ ਨੇ, ਅੱਜ ਤੱਕ ਦੁਨੀਆ ਦੇ ਕੋਈ ਰਹਿਬਰ ਨੇ 42 ਸਾਲ ਦੀ ਉਮਰ ਵਿੱਚ ਉਹ ਕਰਕੇ ਨਹੀਂ ਵਿਖਾਇਆ ਜਿਹੜਾ ਗੁਰੂ ਕਲਗੀਧਰ ਮਹਾਰਾਜ ਨੇ 42 ਸਾਲ ਦੀ ਉਮਰ 'ਚ ਕਰਕੇ ਵਿਖਾ ਦਿੱਤਾ। 42 ਸਾਲ 'ਚ ਕੋਈ ਬਹੁਤੀ ਉਮਰ ਨਹੀਂ ਹੈ 42 ਸਾਲ ਦੀ। 42 ਸਾਲ ਦੀ ਉਮਰ ਨੂੰ ਆਪਾਂ ਛੋਟੀ ਉਮਰ ਸਮਝਦੇ ਆ, ਪਰ ਗੁਰੂ ਕਲਗੀਧਰ ਮਹਾਰਾਜ ਨੇ 42 ਸਾਲ ਦੀ ਉਮਰ ਵਿੱਚ ਉਹ ਕਰਤੱਵ ਕਰਕੇ ਵਿਖਾਏ ਜਿਹੜੇ ਦੁਨੀਆ ਦਾ ਕੋਈ ਰਹਿਬਰ ਕਰ ਨਹੀਂ ਸਕਦਾ। ਤੇ ਉਹ 42 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁੱਖ ਵਾਲੇ ਨਹੀਂ ਸੀ, ਸੁੱਖ ਵਾਲੇ ਨਹੀਂ ਸੀ ਉਹ। ਸਾਧ ਸੰਗਤ ਜੀ, ਉਹਨਾਂ 42 ਸਾਲਾਂ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘੋਖ ਕੇ ਵੇਖੋ, ਗੁਰੂ ਕਲਗੀਧਰ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਕਲਗੀਧਰ ਜੀ ਦਾ ਜੀਵਨ ਪੜ੍ਹ ਕੇ ਵੇਖੋ। ਉਹਨਾਂ 42 ਸਾਲਾਂ ਦੇ ਵਿੱਚ ਕੋਈ ਦਿਨ ਐਸਾ ਨਹੀਂ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਰੀਰ ਕਰਕੇ ਕੋਈ ਸੁੱਖ ਦਾ ਸਾਹ ਆਇਆ ਹੋਵੇ। 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਆਪ ਕਹਿ ਕੇ ਤੋਰਦੇ ਆ। ਆਪ ਕੋਈ ਹੈ ਬੱਚਾ ਜਿਹੜਾ 9 ਸਾਲ ਦਾ ਆਪਣੇ ਪੁੱਤ ਨੂੰ ਕਹੇ, ਆਪਣੇ ਪਿਤਾ ਨੂੰ ਕਹੇ 9 ਸਾਲ ਦਾ ਪੁੱਤਰ ਵੀ ਜਾਓ ਤੁਸੀਂ ਲੋਕਾਂ ਦੇ ਧਰਮ ਨੂੰ ਬਚਾਓ, ਰੂੜੀ ਜਾਂਦੀ ਹਿੰਦ ਨੂੰ ਬਚਾਓ ਜਾ ਕੇ। ਅੱਜ ਦਾ ਦੁਨੀਆ ਦਾ ਕੋਈ ਬੱਚਾ ਹੈ ਐਸਾ 9 ਸਾਲ ਦਾ? ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕਿਹਾ ਸੀ। ਆਪ ਗੁਰੂ ਕੋ ਤੇਗ ਬਹਾਦਰ ਮਹਾਰਾਜ ਆਪ ਨਹੀਂ ਗਏ। ਜਦੋਂ ਪੁੱਛਿਆ ਕਸ਼ਮੀਰੀ ਪੰਡਤ ਆਏ, ਸੱਚੇ ਪਾਤਸ਼ਾਹ ਜੀ ਕੌਣ ਲੋਕ ਨੇ? ਰੋਂਦੇ ਨੇ, ਤਾਹਾਂ ਮਾਰਦੇ, ਕਿਲਕਾਰੀਆਂ ਮਾਰਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਲੋਕ ਕਸ਼ਮੀਰ ਤੋਂ ਆਏ ਐ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਸੱਚੇ ਪਾਤਸ਼ਾਹ ਜੀ ਇਹਨਾਂ ਦਾ ਧਰਮ ਕਿਵੇਂ ਬਚੂਗਾ? ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਸੀ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਐਸੇ ਸ਼ਖਸ ਦੀ ਲੋੜ ਹੈ ਜਿਹੜਾ ਸ਼ਖਸ ਬਚਨਾਂ ਦਾ ਪੂਰਾ ਹੋਵੇ, ਬਲੀ ਹੋਵੇ, ਤਿਆਗੀ ਹੋਵੇ। ਤੇ ਜੇਕਰ ਐਸਾ ਤਿਆਗੀ, ਬਲੀ, ਬਚਨਾਂ ਦਾ ਪੂਰਾ ਐਸਾ ਸ਼ਖਸ ਜਾ ਕੇ ਦਿੱਲੀ ਵਿੱਚ ਆਪਣਾ ਸੀਸ ਦਵੇ, ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਉਸ ਵੇਲੇ ਸਾਧ ਸੰਗਤ ਜੀ ਗੋਬਿੰਦ ਰਾਏ ਜੀ 9 ਸਾਲ, ਜਿਨ੍ਹਾਂ ਦੇ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, 9 ਸਾਲ ਦੀ ਉਮਰ ਸੀ ਮਹਾਰਾਜ ਦੀ ਉਸ ਵੇਲੇ। ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਹਤਰ ਕੋਈ ਐਸਾ ਬਚਨਾਂ ਦਾ ਬਲੀ ਨਹੀਂ ਹੋ ਸਕਦਾ, ਤੁਹਾਡੇ ਤੋਂ ਬਿਹਤਰ ਐਸਾ ਕੋਈ ਸੂਰਮਾ ਨਹੀਂ ਹੋ ਸਕਦਾ ਜਿਹੜਾ ਇਹਨਾਂ ਦੇ ਧਰਮ ਨੂੰ ਬਚਾ ਸਕੇ। ਤੁਸੀਂ ਆਪ ਦਿੱਲੀ ਜਾ ਕੇ ਇਹਨਾਂ ਦੇ ਧਰਮ ਨੂੰ ਬਚਾਓ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਗਏ ਸੀ ਦਿੱਲੀ, ਵਾਪਸ ਨਹੀਂ ਆਏ। ਸੀਸ ਗਿਆ ਸੀ ਅਨੰਦਪੁਰ ਸਾਹਿਬ। ਬਿਪਤਾ ਤਾਂ ਉਦੋਂ ਤੋਂ ਸ਼ੁਰੂ ਹੋ ਗਈ ਸੀ 9 ਸਾਲ ਤੋਂ। ਤੇ ਉਹ ਤੋਂ ਬਾਅਦ ਦਾ ਜੀਵਨ ਤਾਂ ਆਪਾਂ ਸੁਣਦੇ ਪੜ੍ਹਦੇ ਹੀ ਆ, ਵੇਖਦੇ ਆ। ਅਨੰਦਪੁਰ ਸਾਹਿਬ ਕਿਤੇ ਚੈਨ ਨਾਲ ਸੋਹਣਾ ਮਹਾਰਾਜ ਨੂੰ ਬੈਠਣ ਦਿੱਤਾ ਪਹਾੜੀ ਰਾਜਿਆਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜਿਆਂ ਨੇ ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ। ਉਦੋਂ ਤੋਂ ਹੀ ਈਰਖਾ ਸ਼ੁਰੂ ਹੋ ਗਈ ਸੀ। ਫਿਰ ਦੇਖੋ
ਸਾਰਾ ਬਸਿਆ ਆਨੰਦਪੁਰ ਸਾਹਿਬ ਛੱਡਿਆ। ਆਨੰਦਪੁਰ ਸਾਹਿਬ ਤੋਂ ਨਿਕਲ ਕੇ ਚੈਨ ਥੋੜਾ ਮਿਲੀ ਹੈ ਮਹਾਰਾਜ ਨੂੰ ਸਰੀਰ ਕਰਕੇ, ਮਨ ਕਰਕੇ ਭਾਵੇਂ ਗੁਰੂ ਕਲਗੀਧਰ ਜੀ ਚੜ੍ਹਦੀ ਕਲਾ 'ਚ ਹੀ ਸੀ, ਮਨ ਕਰਕੇ ਭਾਵੇਂ ਗੁਰੂ ਕਲਗੀਧਰ ਜੀ ਚੜ੍ਹਦੀ ਕਲਾ 'ਚ ਹੀ ਸਨ ਹਰ ਵੇਲੇ, ਪਰ ਜੇਕਰ ਉਹਨਾਂ ਦਾ ਸਾਧ ਸੰਗਤ ਆਪਾਂ ਜੀਵਨ ਵੇਖਦੇ ਆ, ਤੁਲਨਾ ਕਰਦੇ ਆ, ਕਿਤੇ ਚੈਨ ਥੋੜਾ ਸੀ। ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਕਿੱਧਰ ਕਿੱਧਰ ਨੂੰ ਮਹਾਰਾਜ ਗਏ ਨੇ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਸੰਸਾਰ ਵਿੱਚ ਕੋਈ ਨਹੀਂ। ਚਮਕੌਰ ਸਾਹਿਬ ਦੀ ਗੱਲ ਲੈ ਲਓ, ਜਦੋਂ ਭਾਈ ਦਇਆ ਸਿੰਘ ਉਹਨਾਂ ਨੇ ਕਿਹਾ ਮਹਾਰਾਜ ਜੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਇਹੀ ਗੱਲ ਹੋਈ ਸੀ ਨਾ, ਗੜੀ 'ਚ ਖੜੇ ਨੇ ਮਹਾਰਾਜ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਛੱਡ ਕੇ ਤੁਸੀਂ ਚਲੇ ਜਾਓ। ਧੰਨ ਗੁਰੂ ਕਲਗੀਧਰ ਕਹਿੰਦੇ ਦਇਆ ਸਿੰਘਾ ਮੈਂ ਤਾਂ ਸਵੇਰੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਹੱਥ ਜੋੜੇ ਦਇਆ ਸਿੰਘ ਨੇ, ਮਹਾਰਾਜ ਜੀ ਜੇਕਰ ਤੁਸੀਂ ਜੰਗ ਵਿੱਚ ਸ਼ਹੀਦ ਹੋ ਗਏ, ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ, ਤੁਹਾਡੇ ਵਰਗਾ ਗੁਰੂ ਨਹੀਂ ਸਾਡੇ ਤੋਂ ਬਣਨਾ। ਪਰ ਸੱਚੇ ਪਾਤਸ਼ਾਹ ਜੇਕਰ ਤੁਸੀਂ ਰਹੇ, ਸਾਡੇ ਵਰਗੇ ਲੱਖਾਂ ਸਿੰਘ ਭਾਵੇਂ ਸ਼ਹੀਦ ਹੋ ਜਾਣ, ਤੁਸੀਂ ਤੁਹਾਡੇ ਵਿੱਚ ਇੰਨੀ ਤਾਕਤ ਹੈ, ਤੁਹਾਡੇ ਵਿੱਚ ਇੰਨਾ ਜ਼ੋਰ ਹੈ, ਤੁਹਾਡੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਸੱਚੇ ਪਾਤਸ਼ਾਹ, ਤੁਸੀਂ ਸਾਡੇ ਵਰਗੇ ਲੱਖਾਂ ਸਿੱਖ ਪੈਦਾ ਕਰ ਸਕਦੇ ਹੋ, ਪਰ ਸਾਡੇ ਲੱਖਾਂ ਤੋਂ ਤੁਹਾਡੇ ਵਰਗਾ ਗੁਰੂ ਨਹੀਂ ਬਣਨਾ। ਆਖੋ ਸਤਨਾਮ। ਇਹ ਚਮਕੌਰ ਦੀ ਗੜੀ ਦੀ ਗੱਲ ਹੈ। ਤਾਈਓ ਆਪਾਂ ਕਹਿੰਦੇ ਆ ਪਿਆਰ ਨਾਲ ਪੜਿਓ ਸਾਰੇ ਗੱਜ ਕੇ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ਵਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ਵਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ਵਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ਵਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ਵਰ ਦਾ। ਕੌਣ ਕਰੂਗਾ ਤੇਰੀਆਂ ਰੀਸਾਂ ਜੀ, ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ, ਕੌਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ, ਕੌਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ, ਕੌਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ। ਕਲਗੀਆਂ ਵਾਲਿਆ ਗੁਰਾ, ਕਲਗੀਆਂ ਜੀ ਵਾਲਿਆ ਗੁਰਾ, ਕਲਗੀਆਂ ਜੀ ਵਾਲਿਆ ਗੁਰਾ, ਕਲਗੀਆਂ ਜੀ ਵਾਲਿਆ ਗੁਰਾ, ਕਲਗੀਆਂ ਜੀ ਵਾਲਿਆ ਗੁਰਾ। ਵਾਹਿਗੁਰੂ
ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਹੁਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਕਲਗੀਆਂ ਵਾਲਿਆ ਗੁਰਾ ਵਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਵਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਵਾਜਾ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਵਾਜਾ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਇਆ ਜੇ ਨਾ ਜੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਇਆ ਜੇ ਨਾ ਜੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਹਜੇ ਨਾ ਜੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਹਜੇ ਨਾ ਜੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਹਜੇ ਨਾ ਜੰਮੀ ਕੌਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਕੌਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਹੁਣ ਕਰੂਗਾ ਤੇਰੀਆਂ ਰੀਸਾਂ ਹੁਣ ਕਰੂਗਾ ਤੇਰੀਆਂ ਰੀਸਾਂ ਕਲਗੀਆਂ ਵਾਲਿਆ ਗੁਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕੌਣ ਕਰੇਗਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਸਜਦਾ ਸੀ ਵੱਡੇ ਵੱਡੇ ਰਾਜੇ ਬਾਦਸ਼ਾਹਾਂ ਦੇ ਰਾਜ ਫਿੱਕੇ ਪੈ ਜਾਂਦੇ ਸੀ ਗੁਰੂ ਕਲਗੀਧਰ ਜੀ ਮਹਾਰਾਜ ਜੀ ਦਾ ਬਣਾਇਆ ਨਗਾਰਾ ਹੀ ਸਾਧ ਸੰਗਤ ਜੀ ਮਾਣ ਨਹੀਂ ਹੈ ਜਦੋਂ ਉਹ ਰਣਜੀਤ ਨਗਾਰਾ ਬਣਾਇਆ ਨਾ ਮਹਾਰਾਜ ਨੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਪੇਸ਼ ਕੀਤਾ ਹਾਜ਼ਰ ਕੀਤਾ ਕਾਰੀਗਰਾਂ ਨੇ ਕਹਿੰਦੇ ਮਹਾਰਾਜ ਇਹ ਨਗਾਰਾ ਬਣਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਗਾਰੇ ਤੇ ਚੋਟ ਲਾਓ ਨਗਾਰੇ ਤੇ ਚੋਟ ਲਾਓ ਜਦੋਂ ਚੋਟ ਲਾਈ ਨਾ ਸਿੰਘਾਂ ਨੇ ਨਗਾਰੇ ਤੇ ਜਿਹੜੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਪਹਾੜ ਸੀ ਉਹ ਗੂੰਜੇ ਕਿਉਂਕਿ ਨਗਾਰਾ ਵੱਡਾ ਸੀ ਤੇ ਉਹਦੀ ਆਵਾਜ਼ ਬਹੁਤ ਗਰਜਮੀ ਸੀ ਨਗਾਰੇ ਦੀ ਆਵਾਜ਼ ਅੱਜ ਕੱਲ ਤਾਂ ਗੁਰੂ ਘਰਾਂ ਵਿੱਚ ਨਗਾਰੇ ਨਹੀਂ ਸੀ ਪਹਿਲਾਂ ਪੁਰਾਣੇ ਸਮਿਆਂ 'ਚ ਗੁਰੂ ਘਰਾਂ 'ਚ ਨਗਾਰੇ ਹੁੰਦੇ ਸੀ ਨਗਾਰਿਆਂ ਤੋਂ ਬਾਅਦ ਘੰਟੀਆਂ ਆਈਆਂ ਪਹਿਲਾਂ ਘੰਟੀਆਂ ਖੜਕਾਉਂਦੇ ਹੁੰਦੇ ਸੀ ਛੋਟੇ ਛੋਟੇ ਸਾਂ ਇੱਥੇ ਸਪੀਕਰ 'ਚ ਘੰਟੀ ਮਾਰੀ ਜਾਂਦੀ ਸੀ ਬੇਣੂ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਹੁਣ ਘੰਟੀਆਂ ਵੀ ਵੱਜਣੀਆਂ ਹਟ ਗਈਆਂ ਪਹਿਲਾਂ ਨਗਾਰੇ ਵੱਜਦੇ ਸੀ ਹਰ ਗੁਰੂ ਘਰ ਵਿੱਚ ਨਗਾਰਾ ਹੁੰਦਾ ਸੀ ਹੁਣ ਵੀ ਕਈਆਂ 'ਚ ਹੈ ਨਗਾਰੇ ਗੁਰੂ ਘਰਾਂ 'ਚ ਮਰਿਆਦਾ ਬਣੀ ਹੋਈ ਹੈ ਪਰ ਬਹੁਤਾਤ ਗੁਰੂ ਘਰਾਂ 'ਚ ਨਗਾਰੇ ਹੁਣ ਨਹੀਂ ਹਨ ਪਰੰਪਰਿਕ ਸਾਧ ਸੰਗਤ ਜੀ ਇੱਕ ਗੁਰੂ ਘਰ ਦੀ ਸੋਭਾ ਦਰਬਾਰ ਦੀ ਸੋਭਾ ਬਣਾਉਣ ਵਾਸਤੇ ਹੁੰਦਾ ਹੈ ਨਗਾਰਾ
ਤੇ ਸਾਧ ਸੰਗਤ ਜੀ ਉਹ ਨਗਾਰਾ ਜਦੋਂ ਵਜਾਇਆ, ਪਹਾੜ ਗੂੰਜੇ, ਆਲੇ ਦੁਆਲੇ ਵਾਲੇ ਜਿਹੜੇ ਪਹਾੜ ਸੀ ਅਨੰਦਪੁਰ ਸਾਹਿਬ ਦੇ ਨੇੜੇ ਗੂੰਜੇ ਬੜੇ ਜ਼ੋਰ ਨਾਲ। ਨੇੜੇ ਰਿਆਸਤ ਪੈਂਦੀ ਸੀ ਬਿਲਾਸਪੁਰ। ਤੁਸੀਂ ਜਦੋਂ ਕੀਰਤਪੁਰ ਸਾਹਿਬ ਤੋਂ ਉੱਤੇ ਨੂੰ ਜਾਓਗੇ ਨਾ, ਬਿਲਾਸਪੁਰ ਸ਼ਹਿਰ ਆਉਂਦਾ, ਬਿਲਾਸਪੁਰ ਹਿਮਾਚਲ ਚ, ਉਹ ਰਿਆਸਤ ਸੀ। 22 ਧਾਰਾਂ ਦੇ ਵਿੱਚੋਂ ਇੱਕ ਧਾਰ ਸੀ ਰਿਆਸਤ ਬਿਲਾਸਪੁਰ ਦੀ, ਜਿੱਥੋਂ ਦਾ ਰਾਜਾ ਭੀਮ ਚੰਦ ਸੀ। 22 ਧਾਰਾਂ ਸੀ। ਧਾਰਾਂ ਕਹਿੰਦੇ ਨੇ ਪਹਾੜਾਂ ਦੀਆਂ ਚੋਟੀਆਂ ਨੂੰ, 22 ਸੀ। ਇੱਕ ਸੀ, ਦੂਜੀ, ਤੀਜੀ, ਚੌਥੀ, ਇਸ ਤਰ੍ਹਾਂ 22 ਸਨ, ਪੂਰੀਆਂ ਮਿਲ ਕੇ 22 ਸਨ। ਅੱਗੇ ਤੋਂ ਅੱਗੇ ਹਰ ਇੱਕ ਧਾਰ ਦਾ, ਹਰ ਇੱਕ ਰਿਆਸਤ ਦਾ ਰਾਜਾ ਸੀ। ਕਿਸੇ ਦਾ ਕੇਸਰੀ ਚੰਦ ਸੀ, ਕਿਸੇ ਦਾ ਕੋਈ ਕਹਿਨੂਰ ਦਾ ਰਾਜਾ ਸੀ, ਕੋਈ ਕਿਸੇ ਦਾ ਸੀ। ਇਹ ਜਿਹੜਾ ਬਿਲਾਸਪੁਰ ਦਾ ਸੀ, ਇਹ ਰਾਜਾ ਭੀਮ ਚੰਦ ਸੀ। ਇਹ ਸਭ ਤੋਂ ਨੇੜੇ ਵਾਲੀ ਰਿਆਸਤ ਸੀ ਅਨੰਦਪੁਰ ਸਾਹਿਬ ਦੇ। ਜਦੋਂ ਪਹਾੜ ਗੂੰਜੇ ਨਾ, ਤੇ ਇਹ ਕਹਿੰਦਾ ਆਪਣੇ ਵਜ਼ੀਰ ਨੂੰ ਪੁੱਛਦਾ, ਦੇਵੀ ਚੰਦ ਦਾ ਨਾਮ ਸੀ ਵਜ਼ੀਰ ਦਾ। ਦੇਵੀ ਚੰਦ ਨੂੰ ਪੁੱਛਦਾ, ਕਹਿੰਦਾ ਇਹ ਆਵਾਜ਼ ਕਿੱਥੋਂ ਆ ਰਹੀ ਹੈ? ਕੋਈ ਬੱਦਲ ਨਹੀਂ ਗਰਜ ਰਹੇ, ਕੋਈ ਮੌਸਮ ਨਹੀਂ ਖਰਾਬ, ਬੱਦਲਾਂ ਦੀ ਆਵਾਜ਼ ਤਾਂ ਹੈ ਨਹੀਂ, ਕਿਸੇ ਹੋਰ ਚੀਜ਼ ਦੀ ਵੀ ਆਵਾਜ਼ ਨਹੀਂ ਲੱਗਦੀ। ਇੰਨੀ ਭੈੜੀ ਆਵਾਜ਼, ਇੰਨੀ ਗਰਜਮੀ ਆਵਾਜ਼ ਕਾਹਦੀ ਹੈ? ਤੇ ਜਿਹੜਾ ਦੇਵੀ ਚੰਦ ਵਜ਼ੀਰ ਸੀ ਨਾ ਭੀਮ ਚੰਦ ਦਾ, ਉਹ ਗੁਰੂ ਕਲਗੀਧਰ ਮਹਾਰਾਜ ਜੀ ਦਾ ਮੁਰੀਦ ਸੀ। ਗੁਰੂ ਕਲਗੀਧਰ ਮਹਾਰਾਜ ਨੂੰ ਕੱਲੇ ਸਿੱਖ ਹੀ ਨਹੀਂ ਸੀ ਮੰਨਦੇ, ਕਿੰਨੇ ਮੁਸਲਮਾਨਾਂ ਦਾ ਜ਼ਿਕਰ ਆਉਂਦਾ ਜਿਹੜੇ ਗੁਰੂ ਕਲਗੀਧਰ ਮਹਾਰਾਜ ਦੇ ਮੁਰੀਦ ਸਨ। ਕਿੰਨੇ ਹਿੰਦੂ ਸਨ ਜਿਹੜੇ ਉਹ ਗੁਰੂ ਕਲਗੀਧਰ ਦੇ ਮੁਰੀਦ ਸਨ। ਔਰ ਜਿਹੜੇ ਕੱਟੜ ਲੋਕ ਗੁਰੂ ਕਲਗੀਧਰ ਮਹਾਰਾਜ ਦੇ ਮੁਰੀਦ ਸਨ, ਜਿਹੜੇ ਆਪਣੇ ਧਰਮ ਦੇ ਵਿੱਚ ਪਰਪੱਕ ਸਨ। ਪੀਰ ਬੁੱਧੂ ਸ਼ਾਹ ਵਰਗੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜਿਹੜੇ ਮੁਸਲਮਾਨ ਮਤ ਦੇ ਲੋਕ, ਪੀਰ ਦਾ ਦਰਜਾ, ਮੁਸਲਮਾਨੀ ਮਤ ਦੇ ਵਿੱਚ ਪੀਰ ਦਾ ਦਰਜਾ ਬਹੁਤ ਵੱਡਾ ਦਰਜਾ ਹੈ। ਰੱਬ ਮੰਨਦੇ ਨੇ ਪੀਰ ਨੂੰ ਮੁਸਲਮਾਨ ਲੋਕ। ਜਿਹਨੂੰ ਪੀਰ ਦਾ ਦਰਜਾ ਦੇ ਦੇਣ ਨਾ, ਉਹਨੂੰ ਰੱਬ ਮੰਨਦੇ ਨੇ ਵੀ ਇਹ ਰੱਬ ਹੈ ਬਸ ਸਾਡਾ। ਪੀਰ ਦਾ ਦਰਜਾ ਕੋਈ ਛੋਟਾ ਮੋਟਾ ਨਹੀਂ। ਪੀਰ ਬੁੱਧੂ ਸ਼ਾਹ ਜਿਹੜਾ ਸੀ, ਇਹਨੂੰ ਮੁਸਲਮਾਨ ਲੋਕ ਪੀਰ ਕਹਿੰਦੇ ਸੀ, ਪੀਰ ਹੈ ਸਾਡਾ। ਪਰ ਜੇ ਪੀਰ ਬੁੱਧੂ ਸ਼ਾਹ ਦਾ ਜੀਵਨ ਪੜ੍ਹ ਕੇ ਵੇਖੋ, ਮੁਸਲਮਾਨ ਲੋਕਾਂ ਦਾ ਪੀਰ, ਜਿਹਨੂੰ ਲੋਕ ਰੱਬ ਮੰਨਦੇ ਸੀ, ਉਹ ਮੁਸਲਮਾਨੀ ਪੀਰ ਬੁੱਧੂ ਸ਼ਾਹ ਗੁਰੂ ਕਲਗੀਧਰ ਜੀ ਦਾ ਮੁਰੀਦ ਹੈ। ਕਿੱਡੀ ਵੱਡੀ ਸ਼ਖਸੀਅਤ ਨੇ ਗੁਰੂ ਕਲਗੀਧਰ ਮਹਾਰਾਜ। ਤੇ ਜਦੋਂ ਕਲਗੀਧਰ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਮੈਂ ਕੋਈ ਸਾਧ ਸੰਗਤ ਜੀ ਵਿਸਥਾਰ ਨਾਲ ਕੋਈ ਸਾਖੀ ਨਹੀਂ ਆਪ ਜੀ ਨੂੰ ਸੁਣਾਉਣ ਲੱਗਿਆ। ਆਪਾਂ ਟੂਕ ਮਾਤਰ ਗੁਰੂ ਕਲਗੀਧਰ ਜੀ ਦੇ ਜੀਵਨ ਘਟਨਾਵਾਂ ਸਾਂਝੀਆਂ ਕਰ ਰਹੇ ਹਾਂ ਵਿੱਚੋਂ ਵਿੱਚੋਂ, ਕਿਉਂਕਿ ਜੇ ਮੈਂ ਸਾਖੀ ਛੇੜ ਲਈ ਫਿਰ ਸਮਾਂ ਬਹੁਤ ਹੋ ਜਾਂਦਾ ਹੈ। ਇਸ ਕਰਕੇ ਆਪਾਂ ਟੂਕ ਮਾਤਰ ਗੁਰੂ ਕਲਗੀਧਰ ਜੀ ਦਾ ਜੀਵਨ ਤਾਂ ਵੱਡਾ ਬਹੁਤ ਹੈ, ਬਹੁਤ ਵੱਡਾ ਜੀਵਨ ਹੈ। ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਇੱਕ ਪੰਡਤ ਵਿਦਵਾਨ ਹਿੰਦੂ ਧਰਮ ਦਾ, ਉਹਨੇ ਸਾਧ ਸੰਗਤ ਜੀ ਸਟੇਜ ਤੇ ਖੜ ਕੇ ਬੋਲਿਆ ਸੀ। ਸਟੇਜ ਤੇ ਖੜ ਕੇ ਬੋਲਿਆ ਸੀ ਉਹਨੇ, ਬਹੁਤ ਵੱਡਾ ਦੀਵਾਨ ਸਜਿਆ ਸੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ। ਉਹਨੂੰ ਸਮਾਂ ਦਿੱਤਾ, ਵਿਦਵਾਨ ਸੀ ਵੱਡਾ, ਉਹ ਹਿੰਦੂ ਧਰਮ ਦਾ ਪੰਡਤ ਵਿਦਵਾਨ ਸੀ। ਉਹਨੂੰ ਜਦੋਂ ਸਮਾਂ ਦਿੱਤਾ ਗਿਆ, 2-4 ਮਿੰਟ ਉਹਨੂੰ ਦਿੱਤੇ ਵੀ ਗੁਰੂ ਕਲਗੀਧਰ ਮਹਾਰਾਜ ਬਾਰੇ ਕੁਝ ਸ਼ਬਦ ਬੋਲੋ ਉਹਨਾਂ ਦੀ ਉਸਤਤ ਦੇ ਵਿੱਚ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੈਸੀ ਸ਼ਖਸੀਅਤ ਸਨ। ਕਹਿੰਦਾ ਆਕਾਸ਼ ਹੁੰਦਾ ਨਾ, ਆਕਾਸ਼ ਰਾਤ ਨੂੰ, ਆਕਾਸ਼ ਵਿੱਚ ਤਾਰੇ ਕਿੰਨੇ ਹੁੰਦੇ? ਤੁਸੀਂ ਰਾਤ ਨੂੰ ਤਾਰੇ ਗਿਣਿਓ ਤੇ ਤਾਰੇ ਤੁਹਾਨੂੰ ਗਿਣੇ ਨਹੀਂ ਜਾ ਸਕਦੇ, ਗਿਣ ਨਹੀਂ ਸਕਦੇ ਤਾਰਿਆਂ ਨੂੰ। ਤੇ ਤਾਰੇ ਬਹੁਤ ਨੇ ਆਕਾਸ਼ ਦੇ ਵਿੱਚ, ਪਰ ਚੰਦਰਮਾ ਇੱਕੋ ਹੀ ਹੈ। ਉਹ ਪੰਡਤ ਕਹਿੰਦਾ, ਵਿਦਵਾਨ ਗੁਰੂ ਕਲਗੀਧਰ ਜੀ ਦੀ ਉਸਤਤ ਕਰਦਾ ਹੈ। ਕਹਿੰਦਾ ਜਿਵੇਂ ਆਕਾਸ਼ ਦੇ ਵਿੱਚ ਰਾਤ ਨੂੰ ਤਾਰਿਆਂ ਦੀ ਗਿਣਤੀ ਤਾਂ ਬਹੁਤ ਹੈ, ਪਰ ਚੰਦਰਮਾ ਦੀ ਗਿਣਤੀ ਕੇਵਲ ਤੇ ਕੇਵਲ ਇੱਕ ਹੈ। ਤੇ ਕਹਿੰਦੇ ਜਿੰਨਾ ਵੀ ਆਕਾਸ਼ ਹੈ ਉਹ ਤਾਰਿਆਂ ਨਾਲ ਘੱਟ ਸੋਭਦਾ, ਚੰਦਰਮਾ ਨਾਲ ਜ਼ਿਆਦਾ ਸੋਭਦਾ। ਤੁਸੀਂ ਵੇਖੋ ਪੂਰਨਮਾਸ਼ੀ ਵਾਲੀ ਰਾਤ ਨੂੰ ਵੇਖਿਓ, ਤੁਹਾਨੂੰ ਪਤਾ ਲੱਗ ਜਾਊਗਾ। ਆਕਾਸ਼ ਰਾਤ ਨੂੰ ਤਾਰਿਆਂ ਨਾਲ ਘੱਟ ਸੋਭਦਾ, ਚੰਦਰਮਾ ਨਾਲ ਜ਼ਿਆਦਾ ਸੋਭਦਾ। ਕਹਿੰਦੇ ਜਿਵੇਂ ਮੱਸਿਆ ਵਾਲੇ ਦਿਨ
ਆਕਾਸ਼ ਦੇ ਵਿੱਚ ਤਾਰੇ ਭਾਵੇਂ ਹੁੰਦੇ ਨੇ ਪਰ ਚੰਦਰਮਾ ਨਹੀਂ ਹੁੰਦਾ। ਕਹਿੰਦੇ ਜਿਵੇਂ ਮੱਸਿਆ ਵਾਲੇ ਦਿਨ ਕਹਿੰਦੇ ਆਕਾਸ਼ ਵਿੱਚ ਚੰਦਰਮਾ ਨਾ ਹੋਣ ਕਰਕੇ ਪ੍ਰਕਿਰਤੀ ਸ਼ੋਭਦੀ ਨਹੀਂ ਹੈ, ਆਕਾਸ਼ ਸ਼ੋਭਦਾ ਨਹੀਂ ਹੈ, ਚੰਦਰਮਾ ਨਾ ਹੋਣ ਕਰਕੇ। ਐਸੇ ਤਰ੍ਹਾਂ ਕਹਿੰਦਾ ਦੁਨੀਆ ਦੇ ਵਿੱਚ ਇਤਿਹਾਸ ਤਾਂ ਤਾਰਿਆਂ ਵਾਂਗ ਬਹੁਤ ਹੈ, ਜਿਵੇਂ ਆਕਾਸ਼ ਵਿੱਚ ਤਾਰੇ ਬਹੁਤ ਨੇ, ਇਸ ਤਰ੍ਹਾਂ ਦੁਨੀਆ ਦੇ ਵਿੱਚ ਇਤਿਹਾਸ ਤਾਂ ਤਾਰਿਆਂ ਵਾਂਗ ਅਣਗਿਣਤ ਨੇ। ਉਹਨਾਂ ਇਤਿਹਾਸਾਂ ਵਿੱਚੋਂ ਜੇਕਰ ਕਹਿੰਦੇ ਆਕਾਸ਼ ਦੇ ਤਾਰਿਆਂ ਵਿੱਚੋਂ ਚੰਦਰਮਾ ਕੱਢ ਦਿਓ, ਆਕਾਸ਼ ਸੋਹਣਾ ਨਹੀਂ ਲੱਗਦਾ। ਐਸੇ ਤਰ੍ਹਾਂ ਕਹਿੰਦੇ ਦੁਨੀਆ ਦੇ ਸਾਰੇ ਤਾਰਿਆਂ ਰੂਪੀ ਇਤਿਹਾਸਾਂ ਵਿੱਚੋਂ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਕੱਢ ਦਿਓ ਤੇ ਕਹਿੰਦੇ ਦੁਨੀਆ ਦੇ ਇਤਿਹਾਸ ਸਾਰੇ ਫਿੱਕੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇਕਰ ਸਾਰੇ ਇਤਿਹਾਸਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਕੱਢ ਦਿਓ, ਕਹਿੰਦੇ ਦੁਨੀਆ ਦੇ ਸਾਰੇ ਇਤਿਹਾਸ ਫਿੱਕੇ ਨੇ। ਜਿੰਨੇ ਵੀ ਦੁਨੀਆ ਦੇ ਇਤਿਹਾਸ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਖੜੇ ਨੇ। ਉਹਨਾਂ ਕਰਕੇ ਜਿੰਨੇ ਇਤਿਹਾਸ ਬਣੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਕਰਕੇ ਬਣੇ ਐ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਨਹੀਂ ਤਾਂ ਦੁਨੀਆ ਵਿੱਚ ਕੋਈ ਇਤਿਹਾਸ ਨਹੀਂ। ਇਹ ਪੰਡਤ ਵਿਦਵਾਨ ਨੇ ਗੱਲ ਆਖੀ ਸੀ। ਐਡੇ ਵੱਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਕਲਗੀਧਰ ਜੀ ਦੇ ਮੁਰੀਦ ਪੀਰ ਬੁੱਧੂ ਸ਼ਾਹ ਵਰਗੇ ਸਾਧ ਸੰਗਤ ਜੀ ਗੱਲਾਂ ਵਾਲੇ ਨਹੀਂ ਸਨ। ਸਾਡੇ ਵਰਗੇ ਪੀਰ ਬੁੱਧੂ ਸ਼ਾਹ ਨੇ ਆਪਣੇ 500 ਚੇਲੇ, ਆਪਣੇ 500 ਸੇਵਕ ਗੁਰੂ ਕਲਗੀਧਰ ਜੀ ਮਹਾਰਾਜ ਤੋਂ ਕੁਰਬਾਨ ਕੀਤੇ ਸਨ। 500, ਇੱਕ ਨਹੀਂ ਦੋ ਨਹੀਂ ਚੇਲੇ। ਔਰ ਚੇਲੇ ਵੀ ਵੇਖ ਲਓ ਪੀਰ ਬੁੱਧੂ ਸ਼ਾਹ ਨੂੰ ਫਿਰ ਰੱਬ ਹੀ ਮੰਨਦੇ ਹੋਣੇ ਨੇ, ਉਹਨਾਂ ਦੇ ਕਹਿਣ ਤੇ ਸ਼ਹੀਦ ਹੋ ਗਏ। ਭੰਗਾਣੀ ਦੇ ਯੁੱਧ ਦੀ ਗੱਲ ਹੈ। 500 ਮਰੀਦ ਆਪਾਂ ਕਵਾਂਗੇ ਉਹਨੇ ਆਪਣਾ ਪਰਿਵਾਰ ਬਚਾ ਲਿਆ ਹੋਊਗਾ, ਨਾ ਜੀ ਨਾ। ਪੀਰ ਬੁੱਧੂ ਸ਼ਾਹ ਨੇ ਜਿੱਥੇ 500 ਮਰੀਦ ਆਪਣੇ ਗੁਰੂ ਕਲਗੀਧਰ ਜੀ ਤੋਂ ਨਿਸ਼ਾਵਰ ਕੀਤੇ, ਉੱਥੇ ਪੀਰ ਬੁੱਧੂ ਸ਼ਾਹ ਨੇ ਆਪਣਾ ਪਿਤਾ ਗੁਰੂ ਕਲਗੀਧਰ ਜੀ ਤੋਂ ਨਿਸ਼ਾਵਰ ਕੀਤਾ। ਉੱਥੇ ਗੁਰੂ ਕਲਗੀਧਰ ਮਹਾਰਾਜ ਜੀ ਤੋਂ 2 ਭਰਾ ਨਿਸ਼ਾਵਰ ਕੀਤੇ। ਉੱਥੇ ਕਲਗੀਧਰ ਮਹਾਰਾਜ ਜੀ ਤੋਂ ਪੀਰ ਬੁੱਧੂ ਸ਼ਾਹ ਨੇ ਆਪਣੇ ਜਿਗਰ ਦੇ 2 ਟੋਟੇ ਆਪਣੇ ਪੁੱਤਰ ਸ਼ਹੀਦ ਕਰਵਾਏ ਭੰਗਾਣੀ ਦੇ ਯੁੱਧ 'ਚ। ਐਸਾ ਸੀ ਪੀਰ ਬੁੱਧੂ ਸ਼ਾਹ, ਮੁਸਲਮਾਨ ਸੀ, ਗੁਰੂ ਕਲਗੀਧਰ ਜੀ ਦਾ ਮੁਰੀਦ ਸੀ। ਆਪਾਂ ਬਣ ਜਾਵਾਂਗੇ ਉਹਨਾਂ ਵਰਗੇ? ਅਸੀਂ ਸਾਧ ਸੰਗਤ ਜੀ ਕਿੱਥੇ ਬਣ ਸਕਦੇ ਆ? ਗੁਰੂ ਕਲਗੀਧਰ ਜੀ ਨੂੰ ਜਿਨ੍ਹਾਂ ਨੇ ਨੇੜਿਓਂ ਵੇਖਿਆ, ਗੁਰੂ ਕਲਗੀਧਰ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਅੰਦਰੋਂ ਵੇਖਿਆ, ਉਹਨਾਂ ਨੇ ਆਪਣਾ ਆਪਾਂ ਨਿਸ਼ਾਵਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ। ਅਸੀਂ ਕੀ ਕਰ ਸਕਦੇ ਆ? ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਦੇ ਸਾਹਮਣੇ। ਫਿਰ ਜਦੋਂ ਘਰ ਗਿਆ ਨਾ ਪੀਰ ਬੁੱਧੂ ਸ਼ਾਹ, ਪਹਿਲਾਂ ਗੁਰੂ ਕਲਗੀਧਰ ਜੀ ਤੋਂ ਇਜਾਜ਼ਤ ਲਈ ਪੀਰ ਬੁੱਧੂ ਸ਼ਾਹ ਨੇ ਕਹਿੰਦਾ ਮਹਾਰਾਜ ਜੀ ਮੈਨੂੰ ਆਗਿਆ ਦਿਓ। ਜਦੋਂ ਭੰਗਾਣੀ ਦਾ ਯੁੱਧ ਖਤਮ ਹੋ ਗਿਆ, ਕਲਗੀਧਰ ਜੀ ਦੀ ਫਤਿਹ ਹੋਈ ਉੱਥੇ, ਆ ਜਿਹੜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਨਾ, ਇਹ ਜਦੋਂ ਭੰਗਾਣੀ ਦਾ ਯੁੱਧ ਗੁਰੂ ਕਲਗੀਧਰ ਮਹਾਰਾਜ ਨੇ ਜਿੱਤਿਆ ਸੀ, ਉਸ ਵੇਲੇ ਫਤਿਹ ਮਹਾਰਾਜ ਨੇ ਪਹਿਲੀ ਵਾਰ ਉਚਾਰਨ ਕੀਤੀ ਹੈ। ਇਹ ਨੋਟ ਕਰਨ ਵਾਲੀ ਗੱਲ ਹੈ। ਸਿੰਘ ਕਹਿੰਦੇ ਮਹਾਰਾਜ ਤੁਹਾਡੀ ਜਿੱਤ ਹੋ ਗਈ। ਕਲਗੀਧਰ ਮਹਾਰਾਜ ਕਹਿੰਦੇ ਨਾ ਖਾਲਸਾ ਜੀ ਮੇਰੀ ਜਿੱਤ ਨਹੀਂ ਹੋਈ, ਖਾਲਸੇ ਦੀ ਜਿੱਤ ਹੋਈ। ਤੇ ਖਾਲਸਾ ਵਾਹਿਗੁਰੂ ਦਾ ਪ੍ਰਗਟੇ ਹੋ, ਖਾਲਸਾ ਪ੍ਰਮਾਤਮਾ ਕੀ ਮੌਜ। ਸਤਿਗੁਰੂ ਕਹਿੰਦੇ ਖਾਲਸਾ ਵਾਹਿਗੁਰੂ ਦਾ ਤੇ ਜਿੱਤ, ਜੇ ਖਾਲਸੇ ਨੇ ਜਿੱਤ ਹਾਸਲ ਕੀਤੀ ਤੇ ਵਾਹਿਗੁਰੂ ਦੀ ਜਿੱਤ ਹੈ। ਉਸ ਵੇਲੇ ਮਹਾਰਾਜ ਨੇ ਨਾਰਾ ਬੁਲੰਦ ਕੀਤਾ ਸੀ, ਸਾਰੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਵਾਰ ਫਤਿਹ ਭੰਗਾਣੀ ਦਾ ਯੁੱਧ ਜਿੱਤਣ ਸਮੇਂ ਕਲਗੀਧਰ ਜੀ ਨੇ ਉਚਾਰਨ ਕੀਤੀ ਹੈ। ਤੇ ਸਾਧ ਸੰਗਤ ਜੀ ਜਦੋਂ ਪੀਰ ਬੁੱਧੂ ਸ਼ਾਹ ਇਜਾਜ਼ਤ ਲੈ ਕੇ ਘਰ ਜਾਣ ਲੱਗਾ ਨਾ, ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕੰਗਾ ਕਰ ਰਹੇ ਸੀ, ਕੇਸਾਂ ਨੂੰ ਕੰਗਾ ਕਰ ਰਹੇ ਸੀ। ਤੇ ਜਦੋਂ ਪੀਰ ਬੁੱਧੂ ਸ਼ਾਹ ਮਹਾਰਾਜ ਕੋਲ ਗਿਆ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਮੈਨੂੰ ਆਗਿਆ ਦਿਓ। ਤੇ ਧੰਨ ਗੁਰੂ ਕਲਗੀਧਰ ਜੀ ਕਹਿੰਦੇ ਪੀਰ ਜੀ ਤੁਸੀਂ ਸਾਡੇ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਸਾਡੇ ਵਾਸਤੇ ਇੰਨਾ ਕੁਝ ਕੀਤਾ ਹੈ, ਮੰਗੋ ਕੁਝ ਮੰਗੋ ਸਾਡੇ ਤੋਂ, ਕੁਝ ਤੁਹਾਨੂੰ ਦੇਵਾਂਗੇ। ਤੇ ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਤੁਹਾਡੇ ਤੋਂ ਕੀ ਮੰਗਾ, ਕੀ ਮੰਗਾ ਤੁਹਾਡੇ ਤੋਂ? ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮਹਾਰਾਜ ਜੀ ਮੈਨੂੰ ਆਪਣੀ ਬਖਸ਼ਿਸ਼ ਦਿਓ, ਤੁਹਾਡੀ ਯਾਦ ਵਿੱਚ ਰਵਾਂ।
ਤੁਹਾਡੇ ਚਰਨਾਂ ਵਿੱਚ ਰਵਾਂ ਸੱਚੇ ਪਾਤਸ਼ਾਹ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਨਾ ਪੀਰ ਜੀ, ਤੁਸੀਂ ਇੰਨੀਆਂ ਸ਼ਹੀਦੀਆਂ ਕਰਵਾਈਆਂ ਸਾਡੇ ਵਾਸਤੇ। ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੇ ਬਖਸ਼ਿਸ਼ ਕਰਨੀ ਹੈ ਨਾ, ਮੈਨੂੰ ਆ ਕੰਘਾ ਦੇ ਦਿਓ ਜਿਹੜਾ ਤੁਸੀਂ ਕੇਸਾਂ 'ਚ ਕਰ ਰਹੇ ਹੋ। ਕੇਸਾਂ 'ਚ ਕੰਘਾ ਕਰ ਰਹੇ ਸੀ ਮਹਾਰਾਜ। ਸਤਿਗੁਰੂ ਜੀ ਮੈਨੂੰ ਇਹ ਕੰਘਾ ਦਿਓ ਜਿਹੜਾ ਤੁਸੀਂ ਕੇਸਾਂ ਨੂੰ ਕਰ ਰਹੇ ਹੋ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕੇਸਾਂ ਨੂੰ ਕੰਘਾ ਕਰਦੇ ਕਰਦੇ ਕੰਘਾ ਮਹਾਰਾਜ ਨੇ ਆਪਣੇ ਹਸਤ ਕਮਲਾਂ 'ਚ ਲਿਆ, ਲੈ ਕੇ ਧੰਨ ਗੁਰੂ ਕਲਗੀਧਰ ਜੀ ਉਸ ਕੰਘੇ ਦੇ ਵਿੱਚੋਂ ਕੇਸ ਕੱਢਣ ਲੱਗੇ। ਜਦੋਂ ਆਪਾਂ ਕੰਘਾ ਕਰਦੇ ਆ ਨਾ ਕੇਸਾਂ ਨੂੰ, ਕੁਝ ਜਿਹੜੇ ਕੇਸ ਨੇ ਸਾਡੇ, ਉਹ ਸਾਧ ਸੰਗਤ ਜੀ ਜੋ ਕਮਜ਼ੋਰ ਹੁੰਦੇ ਨੇ, ਉਹ ਸਿਰ ਚੋਂ ਆ ਜਾਂਦੇ ਨੇ ਬਾਹਰ। ਤੇ ਸਤਿਗੁਰੂ ਜੀ ਜਦੋਂ ਕੇਸਾਂ ਨੂੰ ਬਾਹਰ ਕਰਨ ਲੱਗੇ ਨਾ, ਵੀ ਕੰਘਾ ਦੇਣਾ ਹੁਣ ਪੀਰ ਬੁੱਧੂ ਸ਼ਾਹ ਨੂੰ, ਪਿਆਰ ਵਿੱਚ ਮੰਗ ਰਿਹਾ ਹੈ। ਤੇ ਪੀਰ ਬੁੱਧੂ ਸ਼ਾਹ ਹੱਥ ਜੋੜ ਕਹਿੰਦਾ ਸੱਚੇ ਪਾਤਸ਼ਾਹ, ਕੱਲਾ ਕੰਘਾ ਨਹੀਂ, ਕੇਸਾਂ ਦੇ ਸਮੇਤ ਕੰਘਾ ਚਾਹੀਦਾ ਹੈ। ਜਿਹੜਾ ਕੰਘਾ ਪੀਰ ਬੁੱਧੂ ਸ਼ਾਹ ਨੇ ਕੇਸਾਂ ਸਮੇਤ ਮੰਗਿਆ ਨਾ, ਕੇਸਾਂ ਸਮੇਤ ਮੰਗਿਆ, ਸਾਧ ਸੰਗਤ ਜੀ ਦੇ ਵਿੱਚ ਬਹੁਤ ਵੱਡੀ ਫਿਲਾਸਫੀ ਹੈ। ਕੰਘਾ ਤਾਂ ਜਿੰਨੇ ਮਰਜ਼ੀ ਲੈ ਲਓ, ਸਾਡੇ ਤਾਂ ਰੁਲਦੇ ਫਿਰਦੇ ਆ, ਸਾਡੇ ਕੰਘੇ ਰੁਲਦੇ ਫਿਰਦੇ ਆ। ਰਾਤ ਨੂੰ ਸੌਂ ਜਾਓ, ਕੰਘਾ ਕਿਤੇ ਹੁੰਦਾ, ਅਸੀਂ ਕਿਤੇ ਹੁੰਦੇ। ਪਰ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਨੇ ਕੰਘਾ ਨਾਲ ਕੇਸ ਲਏ। ਮਹਾਰਾਜ ਸੱਚੇ ਪਾਤਸ਼ਾਹ ਕੇਸ ਵੀ ਨਾਲ ਹੀ ਦਿਓ, ਸਮੇਤ ਕੇਸ ਕੰਘਾ ਗੁਰੂ ਕਲਗੀਧਰ ਮਹਾਰਾਜ ਤੋਂ ਬਖਸ਼ਿਸ਼ ਰੂਪ ਲਿਆ, ਸੰਭਾਲ ਕੇ ਰੱਖਿਆ। ਫਿਰ ਉਹਨੇ ਸਾਰੀ ਜ਼ਿੰਦਗੀ ਸੰਭਾਲ ਕੇ ਰੱਖਿਆ। ਜੇ ਅੱਜ ਉਸ ਕੰਘੇ ਦੇ ਸਮੇਤ ਕੇਸਾਂ ਦੇ ਦਰਸ਼ਨ ਕਰਨੇ ਆ ਨਾ, ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜਾਓ, ਕੇਸਗੜ੍ਹ ਸਾਹਿਬ ਜਾਓ, ਮੱਥਾ ਟੇਕੋਗੇ, ਨਮਸਕਾਰ ਕਰੋਗੇ। ਜਦੋਂ ਨਮਸਕਾਰ ਕਰਕੇ ਖੱਬੇ ਪਾਸੇ ਦੀ ਪਰਿਕਰਮਾ ਕਰੋਗੇ, ਪਰਿਕਰਮਾ ਕਰਕੇ ਸਾਧ ਸੰਗਤ ਜੀ ਇੱਕ ਹੈ ਸੱਜਾ ਪਾਸਾ, ਇੱਕ ਉਸ ਤੋਂ ਬਾਅਦ ਫਿਰ ਬੈਕ ਆਉਂਦੀ ਹੈ, ਉਸ ਤੋਂ ਬਾਅਦ ਸੱਜਾ ਪਾਸਾ ਆਉਂਦਾ ਹੈ। ਜਦੋਂ ਤੁਸੀਂ ਘੁੰਮ ਕੇ ਪਰਿਕਰਮਾ ਕਰਕੇ ਸੱਜੇ ਪਾਸੇ ਜਾਓਗੇ, ਸਾਸਨੀ ਸ਼ੀਸ਼ੇ 'ਚ ਜੜਿਆ ਪਿਆ ਉਹ ਕੰਘਾ ਜਿਹੜਾ ਗੁਰੂ ਕਲਗੀਧਰ ਮਹਾਰਾਜ ਨੂੰ, ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਨੇ ਸਮੇਤ ਕੇਸਾਂ ਦੇ ਦਿੱਤਾ ਸੀ, ਅੱਜ ਵੀ ਹੈ ਉਹ। ਬਖਸ਼ ਸਾਰੀ ਜ਼ਿੰਦਗੀ ਸਾਂਭ ਕੇ ਰੱਖੀ। ਜਦੋਂ ਘਰ ਲੈ ਕੇ ਆਇਆ ਸੀ ਨਾ ਕੰਘਾ, ਘਰ ਵਾਲੀ ਕਹਿੰਦੀ ਆਹ ਕੀ ਚੁੱਕ ਲਿਆਏ ਤੁਸੀਂ? ਆਪਣਾ ਸਾਰਾ ਕੁਝ ਮਰਵਾ ਕੇ ਗੁਰੂ ਗੋਬਿੰਦ ਸਿੰਘ ਤੋਂ ਆ ਗਏ ਤੇ ਲੈ ਕੇ ਕੀ ਆਏ? ਕਹਿੰਦਾ ਆ ਵੇਖ ਕੰਘਾ ਗੁਰੂ ਸਾਹਿਬ ਜੀ ਦਾ ਕੇਸਾਂ ਸਮੇਤ ਲਿਆਇਆ। ਤੇ ਸਾਧ ਸੰਗਤ ਦੀ ਘਰ ਵਾਲੀ ਨਿਸ਼ਰਦਕ ਸੀ। ਤੇ ਜਦੋਂ ਉਹਨੇ ਕਿਹਾ, ਕਹਿੰਦੀ ਵੀ ਇਹ ਕੀ ਚੁੱਕ ਲਿਆਏ? ਤਾਂ 2 ਪੈਸੇ ਦਾ ਕੰਘਾ ਬਾਜ਼ਾਰ ਤੋਂ ਮਿਲ ਜੂ, ਇਹਨਾਂ ਵਾਲਾਂ ਦਾ ਕੀ ਕਰਨਾ ਹੈ? ਤੇ ਪੀਰ ਬੁੱਧੂ ਸ਼ਾਹ ਆਪਣੀ ਘਰ ਵਾਲੀ ਨੂੰ ਕਹਿੰਦਾ ਇਹਨਾਂ ਕੇਸਾਂ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ, ਇਸ ਕੰਘੇ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ। ਕਿਉਂ? ਇਹ ਕੰਘਾ ਗੁਰੂ ਕਲਗੀਧਰ ਜੀ ਦੇ ਪਵਿੱਤਰ ਸੀਸ ਵਿੱਚ ਲੱਗਣ ਵਾਲਾ ਕੰਘਾ ਹੈ। ਤੇ ਜਿਹੜੀ ਵਸਤੂ ਗੁਰੂ ਕਲਗੀਧਰ ਜੀ ਦੇ ਸੀਸ ਤੇ ਹੋਵੇ, ਉਹਦੀ ਕੀਮਤ ਸਾਸ ਨਹੀਂ, ਦੁਨੀਆ ਦਾ ਕੋਈ ਬੰਦਾ ਪਾ ਨਹੀਂ ਸਕਦਾ, ਕੋਈ ਬੰਦਾ ਨਹੀਂ ਪਾ ਸਕਦਾ। ਜਿਹੜੇ ਸ਼ਸਤਰ ਗੁਰੂ ਕਲਗੀਧਰ ਜੀ ਨੇ ਮਹਾਰਾਜ ਜੀ ਨੂੰ, ਜਿਨ੍ਹਾਂ ਸ਼ਸਤਰਾਂ ਨੂੰ ਮਹਾਰਾਜ ਜੀ ਨੇ ਆਪਣੇ ਹਸਤ ਕਮਲ ਵਿਛੋ ਦਿੱਤੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਪੁਰਾਤਨ ਸ਼ਾਸਤਰ ਜੀ ਲੋਕ ਜਿਹੜੇ ਸਿੰਘ ਸੀ, ਉਹਨਾਂ ਦੇ ਸ਼ਸਤਰ ਜੇਕਰ ਤੁਸੀਂ ਬਾਜ਼ਾਰ ਤੋਂ ਲੈਣੇ ਹੋਣਗੇ, ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਕਹੋਗੇ ਲੈ ਇੰਨਾ ਮਹਿੰਗਾ ਸੀ ਕੀ ਕਰਨਾ? ਕਰੋੜਾਂ ਰੁਪਏ ਦੇ ਸ਼ਸਤਰ ਸਿੰਘਾਂ ਦੇ ਹੀ ਵਿਕਦੇ ਆ, ਕਰੋੜਾਂ ਰੁਪਏ ਦੇ ਲੈ ਲਾਂਗੇ ਆਪਾਂ। ਕਰੋੜਾਂ ਰੁਪਏ ਦੇ ਪੁਰਾਤਨ ਸ਼ਸਤਰ ਕੋਈ ਮਿਲਦੇ ਨਾ ਕਿਸੇ ਨੂੰ, ਪੁਰਾਤਨ ਸ਼ਸਤਰ ਅੱਜ ਤੋਂ 200 ਸਾਲ ਪਹਿਲਾਂ, ਭਾਵੇਂ ਜੰਗ ਖਾਦਾ ਹੋਵੇ, ਤੇ ਉਹ ਕਹੂਗਾ ਮੇਰੇ ਤੋਂ 1 ਕਰੋੜ ਰੁਪਇਆ ਲੈ ਲਓ, ਮੈਨੂੰ ਦੇ ਦਿਓ। ਪਰ ਜਿਹੜੇ ਪਿਆਰ ਵਾਲੇ ਜਿਨ੍ਹਾਂ ਨੇ ਕਈਆਂ ਨੇ ਸਾਂਭੇ ਹੋਏ ਆ ਨਾ, ਉਹ 1 ਕਰੋੜ 2 ਕਰੋੜ ਲੈ ਕੇ ਵੀ ਉਹਨਾਂ ਸ਼ਸਤਰਾਂ ਨੂੰ ਨਹੀਂ ਦਿੰਦੇ, ਉਹ ਕਹਿੰਦੇ ਨਿਸ਼ਾਨੀ ਹੈ, ਦਿੰਦੇ ਨਹੀਂ। ਪਰ ਜਿਹੜੇ ਸ਼ਸਤਰ ਗੁਰੂ ਕਲਗੀਧਰ ਮਹਾਰਾਜ ਦੇ ਹਸਤ ਕਮਲਾਂ ਵਿੱਚੋਂ ਨਿਕਲੇ ਹੋਣ, ਉਹਨਾਂ ਦੀ ਕੀਮਤ ਹੈ ਸੰਸਾਰ 'ਚ। ਤੇ ਜਿਹੜਾ ਕੰਘਾ ਗੁਰੂ ਕਲਗੀਧਰ ਜੀ ਦੇ ਸੀਸ 'ਚ ਲੱਗਿਆ ਹੋਵੇ, ਦੁਨੀਆ ਦਾ ਕੋਈ ਬੰਦਾ, ਧਨਾੜ ਬੰਦਾ, ਉਸ ਕੰਘੇ ਨੂੰ ਖਰੀਦਣਾ ਚਾਹਵੇ ਨਹੀਂ ਮਿਲ ਸਕਦਾ, ਜਿਹੜਾ ਗੁਰੂ ਕਲਗੀਧਰ ਜੀ ਤੋਂ ਪੀਰ ਬੁੱਧੂ ਸ਼ਾਹ ਨੇ ਬਖਸ਼ਿਸ਼ ਰੂਪ 'ਚ ਲੈ ਲਿਆ, ਆਪਣਾ ਸਾਰਾ ਕੁਝ ਵਾਰ ਕੇ। ਉਹ ਕਹਿੰਦਾ ਇਹ ਕੰਘਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ 'ਚ ਲੱਗਿਆ ਕੰਘਾ ਹੈ, ਇਹਦੀ ਕੰਘੇ ਦੀ ਤਾਂ ਕੀਮਤ ਕੋਈ ਨਹੀਂ ਹੈ।
2 ਪੈਸੇ ਦਾ ਨਹੀਂ ਹੈ ਇਹ। ਤੇ ਜਿਹੜੇ ਕੇਸਾਂ ਦੀ ਤੂੰ ਗੱਲ ਕਰਦੀ ਐ, ਇਹ ਕੇਸ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੇ ਕੇਸ ਨੇ, ਕੋਈ ਮਾਮੂਲੀ ਬੰਦੇ ਦੇ ਕੇਸ ਨਹੀਂ ਹਨ। ਤੇ ਗੁਰੂ ਕਲਗੀਧਰ ਮਹਾਰਾਜ ਦੇ ਕੇਸ ਜਿਨ੍ਹਾਂ ਦੇ ਵਿੱਚ ਸਾਰਾ ਬ੍ਰਹਿਮੰਡ ਛਿਪਿਆ ਹੋਇਆ, ਜਿਹਦੇ ਵਿੱਚ ਸਾਰੀ ਕੁਦਰਤ ਛਿਪੀ ਹੋਈ ਹੈ, ਇਹ ਤਾਂ ਬਹੁਤ ਵੱਡੀ ਚੀਜ਼ ਹੈ। ਤੇ ਸਾਧ ਸੰਗਤ ਜੀ, ਜਦੋਂ ਪੀਰ ਬੁੱਧੂ ਸ਼ਾਹ ਨੇ ਐਸਾ ਕਿਹਾ, ਫਿਰ ਉਹਨੇ ਉਹ ਮੱਥੇ ਨੂੰ ਲਾਇਆ, ਉਹਦੇ ਆਪਣੀ ਘਰ ਵਾਲੀ ਨਸੀਰਾ ਸੀ ਉਹਦਾ ਨਾਮ, ਆਪਣੀ ਘਰ ਵਾਲੀ ਨਸੀਰਾ ਦੇ ਮੱਥੇ ਨੂੰ ਲਾਇਆ ਉਹ ਕੰਗਾ ਗੁਰੂ ਕਲਗੀਧਰ ਮਹਾਰਾਜ ਦਾ ਬਖਸ਼ਿਸ਼ ਰੂਪ। ਤੇ ਜਦੋਂ ਕੰਗਾ ਉਹਦੇ ਮੱਥੇ ਨੂੰ ਲੱਗਿਆ ਨਾ, ਤੇ ਸਾਸ ਨੇ ਉਦੋਂ ਹੀ ਕਹਿਣ ਲੱਗੀ ਘਰ ਵਾਲੀ ਨਸੀਰਾ ਪੀਰ ਬੁੱਧੂ ਸ਼ਾਹ ਨੂੰ, ਕਹਿੰਦੀ ਮੈਂ ਤਾਂ ਭਰਮ ਵਿੱਚ ਸੀ, ਮੇਰੇ ਪੁੱਤਰ ਮੇਰੇ ਪੁੱਤਰ ਤੇਰੇ ਭਰਾ ਪਿਤਾ ਤੇਰੇ ਮੁਰੀਦ ਮਰੇ ਨਹੀਂ ਹਨ, ਉਹ ਤਾਂ ਦੇਸ਼ ਕੌਮ ਵਾਸਤੇ ਨਿਸ਼ਾਵਰ ਹੋਏ। ਬੁੱਧ ਬਦਲਤੀ ਮਹਾਰਾਜ ਦੇ ਕੰਗੇ ਨੇ, ਸਤਿਗੁਰੂ ਦੇ ਕੇਸਾਂ ਨੇ ਬੁੱਧ ਬਦਲ ਦਿੱਤੀ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਨੇ। ਐਡੇ ਐਡੇ ਮੁਰੀਦ ਗੁਰੂ ਕਲਗੀਧਰ ਜੀ ਦੇ, ਸਾਧ ਸੰਗਤ ਜੀ ਨਵਾਜੇ ਹੀ ਪੁੱਠੇ ਪਾਸੇ ਨੂੰ ਪੜਨ ਲੱਗ ਜਾਂਦੇ ਨੇ ਗੁਰੂ ਕਲਗੀਧਰ ਜੀ ਦੇ ਮੁਰੀਦ। ਜਦੋਂ ਸਤਿਗੁਰੂ ਜੀ ਪਟਨੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਨਾ, ਉਸ ਦੀ 7 ਨੂੰ ਅੱਜ ਜਿਵੇਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਦੋਂ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ ਨਾ, ਉਸ ਵੇਲੇ ਘੜਾਮ ਸ਼ਹਿਰ ਇੱਧਰ ਦੇਵੀਗੜ੍ਹ ਪਟਿਆਲਾ ਟੱਪ ਕੇ ਦੇਵੀਗੜ੍ਹ ਆਉਂਦਾ ਹੈ, ਦੇਵੀਗੜ੍ਹ ਤੋਂ ਬਾਅਦ ਘੜਾਮ ਨਗਰ ਆਉਂਦਾ ਹੈ, ਘੜਾਮ ਹੈ ਉਹਦਾ ਨਾਮ। ਉੱਥੇ ਸਾਧ ਸੰਗਤ ਜੀ ਇੱਕ ਭੀਖਣ ਸ਼ਾਹ ਰਹਿੰਦਾ ਸੀ, ਉਹ ਵੀ ਮੁਸਲਮਾਨ ਪੀਰ ਸੀ। ਤੇ ਜਦੋਂ ਕਲਗੀਧਰ ਮਹਾਰਾਜ ਨੇ 1666 ਈਸਵੀ 1666 ਈਸਵੀ ਉਸ ਦੀ 7 ਨੂੰ ਪਟਨੇ ਦੀ ਸਾਧ ਸੰਗਤ ਦੀ ਧਰਤੀ ਦੇ ਉੱਤੇ ਮਾਤਾ ਗੁਜਰ ਕੌਰ ਜੀ ਦੀ ਕੁੱਖ ਦੇ ਵਿੱਚੋਂ, ਉਹ ਮਾਂ ਵੀ ਧੰਨ ਹੈ ਜੀ ਦੀ ਕੁੱਖ ਚੋਂ ਗੁਰੂ ਕਲਗੀਧਰ ਪੈਦਾ ਹੋਏ। ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਤੂੰ ਛੱਤ ਧਰਮ ਦੀ ਰੱਖ ਲਈ। ਕਿਵੇਂ ਰੱਖੀ ਧਰਮ ਦੀ ਛੱਤ? ਦੇ ਸਿਰਾਂ ਦੀ ਥੰਮੀ, ਥੰਮੀ ਕਹਿੰਦੇ ਪਿੱਲਰ ਨੂੰ, ਕਹਿੰਦੇ ਤੂੰ ਸਿਰਾਂ ਦੀ ਥੰਮੀ ਦੇ ਕੇ ਧਰਮ ਦੀ ਛੱਤ ਰੱਖ ਲਈ। ਤੇ ਸਾਧ ਸੰਗਤ ਜੀ ਅੱਗੇ ਬਚਨ ਕੀਤਾ ਹੈ, ਕਹਿੰਦੇ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ। ਤੇ ਅਗਲਾ ਬਚਨ ਕੀਤਾ ਸ਼ਾਇਰ ਨੇ, ਲਿਖਣ ਵਾਲੇ ਨੇ, ਕਹਿੰਦੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਮਾਂ ਅਜੇ ਨਾ ਜੰਮੀ। ਕਹਿੰਦੇ ਉਹ ਮਾਂ ਅਜੇ ਤੱਕ ਜੰਮੀਓ ਨਹੀਂ ਜਿਹੜਾ ਤੇਰੇ ਵਰਗਾ ਪੁੱਤਰ ਪੈਦਾ ਕਰ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਲਗੀਧਰ ਮਹਾਰਾਜ ਵਰਗਾ ਪੁੱਤਰ ਕੋਈ ਮਾਂ ਪੈਦਾ ਨਹੀਂ ਕਰ ਸਕਦੀ। ਸਾਧ ਸੰਗਤ ਜੀ, ਫਤਿਹ ਚੰਦ ਮੈਣੀ ਜਿਹੜਾ ਰਾਜਾ ਸੀ ਨਾ ਪਟਨੇ ਦਾ, ਉਹ ਸਾਧ ਸੰਗਤ ਜੀ ਉਹਦੀ ਘਰ ਵਾਲੀ ਸੀ ਵਸੁੰਧਰਾ, ਉਹਦਾ ਵਸੁੰਧਰਾ ਨਾਮ ਹੈ, ਰਾਤ ਹੀ ਪੜਿਆ, ਕਈ ਵਾਰ ਪੜ ਕੇ ਆਉਣਾ ਪੈਂਦਾ, ਯਾਦ ਨਹੀਂ ਰਹਿੰਦਾ। ਵਸੁੰਧਰਾ ਉਹਦਾ ਨਾਂ ਸੀ, ਫਤਿਹ ਚੰਦ ਮੈਣੀ ਦੀ ਘਰ ਵਾਲੀ ਦਾ। ਤੇ ਉਹ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਉਹਦਾ ਜਿਹੜਾ ਘਰ ਸੀ ਉਹ ਨੇੜੇ ਸੀ ਉੱਥੇ। ਤੇ ਉਹ ਜਦੋਂ ਸਾਧ ਸੰਗਤ ਜੀ, ਉਹਦੇ ਪੁੱਤਰ ਨਹੀਂ ਸੀ ਕੋਈ ਘਰ ਦੇ ਵਿੱਚ, ਰਾਣੀ ਦੇ ਕੋਈ ਪੁੱਤਰ ਨਹੀਂ ਸੀ, ਕੋਈ ਔਲਾਦ ਨਹੀਂ ਸੀ ਉਹਦੇ, ਝੁਰਦੀ ਰਹਿੰਦੀ ਸੀ ਕਿ ਮੇਰੇ ਘਰ ਕੋਈ ਪੁੱਤਰ ਹੋ ਜੇ, ਪੁੱਤਰ ਹੋ ਜੇ, ਪੁੱਤਰ ਹੋ ਜੇ। ਜਿਹੜਾ ਸ਼ਿਵ ਰਾਮ ਸੀ ਨਾ, ਸ਼ਿਵ ਰਾਮ ਦਾ ਭਗਤ ਸੀ, ਉੱਥੇ ਹੀ ਰਹਿੰਦਾ ਸੀ ਉਹ ਵੀ ਪਟਨੇ 'ਚ। ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸੀ। ਉਹ ਮਹਾਰਾਜ ਜੀ ਦਾ ਸੇਵਕ ਬਣ ਗਿਆ। ਮਹਾਰਾਜ ਜੀ ਦੀ ਉਮਰ ਤਾਂ ਉਦੋਂ ਛੋਟੀ ਜਿਹੀ ਸੀ, 2-4 ਸਾਲਾਂ ਦੇ ਸੀ ਮਹਾਰਾਜ, 4 ਸਾਲਾਂ ਦੇ, 3-4 ਸਾਲਾਂ ਦੇ। 5 ਸਾਲ ਦੀ ਉਮਰ 'ਚ ਤਾਂ ਮਹਾਰਾਜ ਅਨੰਦਪੁਰ ਸਾਹਿਬ ਆ ਗਏ। 5 ਸਾਲ ਦੀ ਉਮਰ ਸੀ ਜਦੋਂ ਪਟਨੇ ਤੋਂ ਅਨੰਦਪੁਰ ਸਾਹਿਬ ਆ ਗਏ। ਉਹਦੇ ਵਿਚਕਾਰ ਉਮਰ ਸੀ ਮਹਾਰਾਜ ਦੀ 3 ਸਾਲ ਦੀ, 4 ਦੇ ਨੇੜੇ। ਤੇ ਉਹ ਗੱਲਾਂ ਚੱਲਦੀਆਂ ਸੀ। ਉਹ ਸ਼ਿਵ ਰਾਮ ਕਹਿੰਦਾ ਜਿਹੜਾ ਬਾਲਾ ਪ੍ਰੀਤਮ ਹੈ ਨਾ ਗੋਬਿੰਦ ਰਾਏ, ਬੜੀ ਉੱਚ ਹਸਤੀ ਹੈ, ਉਹਨੂੰ ਬੇਨਤੀ ਕਰ, ਉਹਨੂੰ ਬੇਨਤੀ ਕਰ। ਤੇ ਉਹ ਜਿਹੜੀ ਰਾਣੀ ਸਾਧ ਸੰਗਤ ਜੀ ਵਸੁੰਧਰਾ ਸੀ ਨਾ, ਫਤਿਹ ਚੰਦ ਮੈਣੀ ਦੀ ਰਾਣੀ, ਉਹਨੇ ਸਾਧ ਸੰਗਤ ਜੀ ਧਿਆਨ ਚਿੱਤ ਕਰਕੇ ਗੁਰੂ ਕਲਗੀਧਰ ਬਾਲਾ ਪ੍ਰੀਤਮ ਨੂੰ ਯਾਦ ਕੀਤਾ। ਮਹਾਰਾਜ ਖੇਡਦੇ ਸੀ ਬੱਚਿਆਂ ਦੇ ਵਿੱਚ ਆਲੇ ਦੁਆਲੇ ਗਲੀਆਂ 'ਚ। ਜਦੋਂ ਉਹਨੇ ਯਾਦ ਕੀਤਾ ਨਾ, ਉਹਨੇ ਪੁੱਤਰ ਸੰਬੋਧਨ ਕਰਕੇ ਯਾਦ ਕੀਤਾ ਕਿ ਪੁੱਤਰ ਗੋਬਿੰਦ ਜੀ, ਪੁੱਤਰ ਬਾਲਾ ਪ੍ਰੀਤਮ ਜੀ, ਮੈਨੂੰ ਦਰਸ਼ਨ ਦਿਓ। ਤੇ ਜਦੋਂ ਬੈਠੀ ਸੀ ਨਾ ਧਿਆਨ ਜੋੜ ਕੇ, ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਸਤਿਗੁਰੂ, ਜਾਣੀ ਜਾਣ
ਗੁਰੂ ਵਾਜੋਂ ਦਿਲ ਦੀਆਂ ਕੋਈ ਨਹੀਂ ਜਾਣਦਾ। ਸਾਧ ਸੰਗੀ ਜੇਕਰ ਦਿਲਾਂ ਦੀ ਜਾਣਦਾ ਹੈ ਤੇ ਗੁਰੂ ਹੀ ਜਾਣ ਸਕਦਾ ਹੈ, ਪੂਰਾ ਹੀ ਜਾਣ ਸਕਦਾ ਹੈ, ਦਿਲ ਦੀ ਦੂਸਰਾ ਨਹੀਂ ਜਾਣ ਸਕਦਾ। ਤੇ ਉਹਨੇ ਪੁੱਤਰ ਸਮਝ ਕੇ, ਪੁੱਤਰ ਸੰਬੋਧਨ ਕਰਕੇ ਬੈਠੀ ਨੇ ਯਾਦ ਕੀਤਾ, ਪੁੱਤਰ ਗੋਬਿੰਦ ਜੀ ਆ ਕੇ ਮੈਨੂੰ ਦਰਸ਼ਨ ਦਿਓ। ਸਤਿਗੁਰੂ ਜੀ ਖੇਡ ਰਹੇ ਸੀ ਬੱਚਿਆਂ 'ਚ। ਇੱਕਦਮ ਸਾਧ ਸੰਗੀ ਜਦੋਂ ਯਾਦ ਕੀਤਾ, ਇੱਕਦਮ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡਦੇ ਖੇਡਦੇ, ਬਚਪਨ ਹੈ ਗੁਰੂ ਕਲਗੀਧਰ ਮਹਾਰਾਜ ਜੀ ਦਾ, ਖੇਡਦੇ ਖੇਡਦੇ ਮਹਾਰਾਜ ਗਲੀਆਂ ਵਿੱਚ ਸਾਧ ਸੰਗਤ ਜੀ ਰਾਜਾ ਫਤਿਹ ਚੰਦ ਮੈਣੀ ਦੇ ਉਹ ਘਰ ਦੇ ਵਿੱਚ ਪਹੁੰਚੇ। ਮਹਾਰਾਜ ਅੰਦਰ ਬੈਠੀ ਆ ਵਸੁੰਧਰਾ ਉਹਦੀ ਰਾਣੀ, ਅੱਖਾਂ ਮੀਟੀਆਂ ਨੇ, ਧਿਆਨ ਜੋੜਿਆ ਤੇ ਸਾਧ ਸੰਗਤ ਜੀ ਚੌਂਕੜਾ ਲਾਈ ਬੈਠੀ ਹੈ। ਪੁੱਤਰ ਸੰਬੋਧਨ ਕਰਕੇ ਯਾਦ ਕਰ ਰਹੀ, ਗੋਬਿੰਦ ਪੁੱਤਰ ਜੀ ਆਓ ਦਰਸ਼ਨ ਦਿਓ। ਤੇ ਮਹਾਰਾਜ ਖੇਡਦੇ ਖੇਡਦੇ ਆਏ। ਜਦੋਂ ਖੇਡਦੇ ਖੇਡਦੇ ਮਹਾਰਾਜ ਆਏ ਨਾ, ਜਾਣੀ ਜਾਣ ਸੀ ਮਹਾਰਾਜ। ਤੇ ਜਦੋਂ ਖੇਡਦੇ ਖੇਡਦੇ ਆ ਕੇ ਸਾਹਮਣੇ ਖੜੋਗੇ, ਸਾਹਮਣੇ ਖੜੋ ਕੇ ਕਲਗੀਧਰ ਮਹਾਰਾਜ ਨੇ ਆਵਾਜ਼ ਮਾਰ ਕੇ ਕਿਹਾ, ਮਾਂ ਮੈਨੂੰ ਯਾਦ ਕਰਦੀ ਸੀ, ਮੈਂ ਆ ਗਿਆ। ਜੋ ਬਣਾ ਕੇ ਰੱਖਿਆ ਖਾਣ ਨੂੰ ਉਹ ਖਾਣ ਨੂੰ ਦੇ। ਜਦੋਂ ਅੱਖਾਂ ਖੋਲੀਆਂ ਕੀ ਵੇਖਿਆ, ਜਿਹਨੂੰ ਯਾਦ ਕਰਦੀ ਸੀ ਉਹ ਸਾਹਮਣੇ ਖੜੋਤਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੌਣ ਜਾਣੇ, ਪਿਆਰ ਨਾਲ ਪੜਿਓ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ ਜੀ। ਸਤਿਗੁਰ ਪਿਆਰੇ ਵਾਜੋ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ। ਕੌਣ ਦਿਲਾਂ ਦੀਆਂ ਜਾਣੇ ਸਾਰੇ ਜਪੋ। ਕੌਣ ਦਿਲਾਂ ਦੀਆਂ ਜਾਣੇ ਮੇਰੇ ਪਿਆਰੇ ਸਤਿਗੁਰ ਵਾਜੋ। ਕੌਣ ਦਿਲਾਂ ਦੀਆਂ ਜਾਣੇ ਬਈ, ਕੌਣ ਦਿਲਾਂ ਦੀਆਂ ਜਾਣੇ। ਕੌਣ ਦਿਲਾਂ ਦੀਆਂ ਜਾਣੇ ਬਈ, ਕੌਣ ਦਿਲਾਂ ਦੀਆਂ ਜਾਣੇ। ਕੌਣ ਦਿਲਾਂ ਦੀਆਂ ਜਾਣੇ ਜੀ, ਕੌਣ ਦਿਲਾਂ ਦੀਆਂ ਜਾਣੇ। ਕੌਣ ਦਿਲਾਂ ਦੀਆਂ ਜਾਣੇ ਜੀ, ਕੌਣ ਦਿਲਾਂ ਦੀਆਂ ਜਾਣੇ। ਕੌਣ ਦਿਲਾਂ ਦੀਆਂ ਜਾਣੇ ਮੇਰੇ ਕਲਗੀਆਂ ਵਾਲੇ ਵਾਜੋ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਵਾਜੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬਿਨ ਬੋਲਿਆ, ਬਿਨ ਬੋਲਿਆ ਸਭ ਕੁਛ ਜਾਣਦਾ। ਸਾਧ ਸੰਗਤ ਜੀ ਜਦੋਂ ਮਹਾਰਾਜ ਸਾਹਮਣੇ ਖੜੋਗੇ ਨਾ ਆ ਕੇ, ਸਤਿਗੁਰੂ ਜੀ ਨੇ ਆਵਾਜ਼ ਮਾਰੀ, ਮਾਂ ਮੈਨੂੰ ਯਾਦ ਕਰਦੀ ਸੀ, ਮੈਂ ਆ ਗਿਆ। ਜਦੋਂ ਅੱਖਾਂ ਖੋਲੀਆਂ ਕੀ ਵੇਖਿਆ, ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਮਣੇ ਖੜੇ। ਘੁੱਟ ਕੇ ਸਾਧ ਸੰਗਤ ਜੀ ਗਲਵਕੜੀ ਚ ਲੈ ਲਿਆ ਗੁਰੂ ਕਲਗੀਧਰ ਮਹਾਰਾਜ ਨੂੰ, ਗੋਦ ਚ ਬਿਠਾਇਆ, ਪਿਆਰ ਦਿੱਤਾ ਵਸੁੰਧਰਾ ਨੇ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਐ, ਕਹਿੰਦੇ ਮਾਂ ਭੁੱਖ ਲੱਗੀ ਐ, ਜੋ ਬਣਾਇਆ ਲੈ ਕੇ ਆ। ਉਹਨੇ ਨਾ ਛੋਲੇ ਵਾਲ ਕੇ ਰੱਖੇ ਸੀ, ਜਿਨ੍ਹਾਂ ਨੂੰ ਘੁੰਗਣੀਆਂ ਕਹਿੰਦੇ ਆ। ਅੰਦਰ ਜਾ ਕੇ ਉਹ ਲੈ ਕੇ ਆਈ ਛੋਲੇ ਉਬਲੇ ਹੋਏ, ਤੇ ਕਲਗੀਧਰ ਮਹਾਰਾਜ ਨੂੰ ਉਹਨੇ ਆਪਣੇ ਹੱਥਾਂ ਨਾਲ ਖਿਲਾਏ। ਜਦੋਂ ਹੱਥਾਂ ਨਾਲ ਛਕਾਏ ਨਾ ਮਹਾਰਾਜ ਨੂੰ, ਬੜੇ ਪਿਆਰ ਵਿੱਚ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਨੇ ਛਕੇ। ਹੁਣ ਜਿਹੜੀ ਸਾਧ ਸੰਗਤ ਮਾਂ ਦੀ ਗੋਦ ਸੁੰਨੀ ਹੋਵੇ,
ਜਿਹੜੀ ਇਸਤਰੀ ਦੀ ਗੋਦ ਸੁੰਨੀ ਹੋਵੇ, ਉਹਦੇ ਘਰ ਕੋਈ ਔਲਾਦ ਨਾ ਹੋਵੇ, ਜੇਕਰ ਉਹਦੀ ਗੋਦ ਵਿੱਚ ਜਾ ਕੇ ਛੋਟਾ ਬੱਚਾ ਬਹਿ ਜਾਏ ਤੇ ਮਮਤਾ ਉਹਦੀ ਜਾਗ ਪੈਂਦੀ ਹੈ ਵੀ ਮੇਰੇ ਵੀ ਪੁੱਤਰ ਹੋਵੇ, ਮੇਰੇ ਵੀ ਔਲਾਦ ਹੋਵੇ। ਹੁੰਦਾ ਹੈ ਨਾ। ਮਾਤਾ ਸਾਹਿਬ ਕੌਰ ਜੀ ਨੂੰ ਵੀ ਹੋ ਗਿਆ ਸੀ ਇੱਕ ਵਾਰ। ਗੁਰੂ ਕਲਗੀਧਰ ਜੀ ਨੂੰ ਫਿਰ ਬੇਨਤੀ ਕੀਤੀ ਸੀ, ਮਹਾਰਾਜ ਮੈਂ ਵੀ ਚਾਹੁੰਦੀ ਮੇਰੀ ਗੋਦ ਹਰੀ ਹੋਵੇ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਸਾਹਿਬ ਕੌਰੇ ਤੇਰੀ ਝੋਲੀ 'ਚ ਤਾਂ ਐਸਾ ਪੁੱਤਰ ਪਾਵਾਂਗਾ ਜਿਹੜਾ ਮਰੂਗਾ ਹੀ ਨਹੀਂ ਹੈ, ਜਿਹੜਾ ਦੁਨੀਆ ਖਤਮ ਹੋ ਜੂ, ਤੇਰਾ ਪੁੱਤਰ ਨਹੀਂ ਮਰਦਾ। ਫਿਰ ਸਾਸ ਨੇ ਖਾਲਸਾ ਪੁੱਤਰ ਝੋਲੀ 'ਚ ਪਾਇਆ ਸੀ ਮਹਾਰਾਜ ਨੇ ਮਾਤਾ ਸਾਹਿਬ ਕੌਰ ਦੇ। ਕਹਿੰਦੇ ਤੇਰੀ ਝੋਲੀ 'ਚ ਖਾਲਸਾ ਪੁੱਤਰ ਪਾਤਾ, ਰਹਿੰਦੀ ਦੁਨੀਆ ਤੱਕ ਰਹੂਗਾ। ਪਰ ਹਰ ਇੱਕ ਇਸਤਰੀ ਨੂੰ ਇਹ ਹੁੰਦਾ ਹੈ ਵੀ ਮੇਰੀ ਗੋਦ ਭਰੀ ਹੋਵੇ, ਭਾਵੇਂ ਕੋਈ ਪੁੱਤਰ ਹੋਵੇ ਭਾਵੇਂ ਕੋਈ ਧੀ ਹੋਵੇ, ਪਰ ਗੋਦ ਸਾਧ ਸੰਗਤ ਜੀ ਭਰੀ ਹੋਵੇ ਹਰ ਇੱਕ ਨੂੰ। ਜਦੋਂ ਬੈਠੇ ਨਾ ਮਹਾਰਾਜ, ਉਹਦੀ ਮਮਤਾ ਜਾਗ ਪਈ, ਅੱਖਾਂ 'ਚੋਂ ਅਥਰੂ ਆ ਗਏ ਉਹਦੇ ਰਾਣੀ ਦੇ। ਤੇ ਜਦੋਂ ਅਥਰੂ ਆਏ ਤੇ ਕਲਗੀਧਰ ਮਹਾਰਾਜ ਤਾਂ ਜਾਣੀ ਜਾਣਦੇ। ਬਾਲਾ ਪ੍ਰੀਤਮ ਪੁੱਛਦੇ, ਮਾਂ ਤੇਰੀਆਂ ਅੱਖਾਂ 'ਚ ਅਥਰੂ ਕਿਉਂ ਨੇ, ਤੇਰੀਆਂ ਅੱਖਾਂ 'ਚ ਅਥਰੂ ਕਿਉਂ ਨੇ? ਸਾਧ ਸੰਗਤ ਜੀ ਅਥਰੂ ਪੂੰਝ ਕੇ ਕਹਿੰਦੀ ਹੈ, ਕਹਿੰਦੀ ਪੁੱਤਰਾ ਮੈਨੂੰ ਇੱਕ ਬਖਸ਼ਿਸ਼ ਕਰ। ਕਿਉਂਕਿ ਸ਼ਿਵ ਰਾਮ ਤੋਂ ਸੁਣਿਆ ਸੀ ਵੀ ਗੁਰੂ ਗੋਬਿੰਦ ਸਿੰਘ ਬੱਚਾ ਨਹੀਂ ਹੈ, ਗੋਬਿੰਦ ਰਾਏ ਬੱਚਾ ਨਹੀਂ, ਬਾਲਾ ਪ੍ਰੀਤਮ। ਕਿਉਂਕਿ ਕਲਗੀਧਰ ਜੀ ਦੇ ਪਟਨੇ ਦੇ ਵੀ ਜਿਹੜੇ ਕੌਤਕ ਨੇ ਉਹ ਵੀ ਬਹੁਤ ਮਹਾਨ ਨੇ, ਵੱਡੇ ਨੇ, ਜਿਨ੍ਹਾਂ ਵਿੱਚ ਬਹੁਤ ਕੁਝ ਛਿਪਿਆ ਹੋਇਆ ਹੈ। ਜਿਹੜੇ ਕਾਰਜ ਗੁਰੂ ਕਲਗੀਧਰ ਜੀ ਨੇ 5 ਸਾਲ ਦੇ ਵਿੱਚ ਰਹਿ ਕੇ ਕੀਤੇ ਨੇ ਪਟਨੇ ਦੀ ਧਰਤੀ ਤੇ। ਸ਼ਿਵ ਰਾਮ ਨੇ ਦੇਖਿਆ ਸੀ ਮਹਾਰਾਜ ਨੂੰ, ਤੇ ਉਹ ਤੋਂ ਹੀ ਰਾਣੀ ਨੂੰ ਪਤਾ ਲੱਗਿਆ ਸੀ। ਤੇ ਉਹਨੂੰ ਪਤਾ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਗੁਰੂ ਕਲਗੀਧਰ ਜੀ ਬਾਲਾ ਪ੍ਰੀਤਮ ਜੇਕਰ ਬਚਨ ਕਰ ਦੇਣ ਤਾਂ ਮੇਰੀ ਗੋਦ ਭਰੀ ਹੋ ਜਾਊਗੀ। ਤੇ ਉਹ ਜਦੋਂ ਮਹਾਰਾਜ ਨੇ ਪੁੱਛਿਆ ਤੇ ਉਹ ਬਿਸੁੰਦਰਾ ਕਹਿੰਦੀ ਹੈ, ਕਹਿੰਦੀ ਪੁੱਤਰ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੇਰੀ ਗੋਦ ਸੁੰਨੀ ਹੈ। ਤੇ ਕਹਿੰਦੇ ਮਾਂ ਕੀ ਚਾਹੁੰਦੀ ਹੈ? ਕਲਗੀਧਰ ਜੀ ਪੁੱਛਦੇ ਤੇ ਉਹ ਕਹਿੰਦੀ ਹੈ, ਕਹਿੰਦੀ ਪੁੱਤਰ ਜੀ ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ, ਮੇਰੀ ਗੋਦ ਭਰਨੀ ਚਾਹੀਦੀ, ਤੁਹਾਡੇ ਵਰਗਾ ਪੁੱਤਰ ਚਾਹੀਦਾ। ਤੇ ਜਦੋਂ ਇਹ ਬਚਨ ਕੀਤਾ ਬਾਲਾ ਪ੍ਰੀਤਮ ਗੁਰੂ ਕਲਗੀਧਰ ਜੀ ਕਹਿੰਦੇ, ਮਾਂ ਮੇਰੇ ਵਰਗਾ ਪੁੱਤਰ ਚਾਹੀਦਾ, ਮੇਰੇ ਵਰਗਾ ਤਾਂ ਮੈਂ ਹੀ ਹਾਂ, ਮੇਰੇ ਵਰਗਾ ਦੂਸਰਾ ਹੋਰ ਕੋਈ ਨਹੀਂ, ਮੇਰੇ ਵਰਗਾ ਸੰਸਾਰ 'ਚ ਦੂਸਰਾ ਕੋਈ ਨਹੀਂ, ਮੇਰੇ ਵਰਗਾ ਤਾਂ ਮੈਂ ਹੀ ਹਾਂ। ਤੇ ਜੇਕਰ ਤੂੰ ਪੁੱਤਰ ਮੇਰੇ ਵਰਗਾ ਚਾਹੁੰਦੀ ਆ ਤੇ ਮੇਰੇ ਵਰਗਾ ਤਾਂ ਮੈਂ ਹੀ ਆ, ਤੂੰ ਮੈਨੂੰ ਹੀ ਪੁੱਤਰ ਬਣਾ ਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਹੀ ਬਣਾ ਲਾ, ਮੇਰੇ ਵਰਗਾ ਦੂਸਰਾ ਕੋਈ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਮਾਂ ਅਜੇ ਨਾ ਜੰਮੀ। ਉਹ ਕਹਿੰਦੇ ਵੀ ਅਜੇ ਉਹ ਮਾਂ ਹੀ ਨਹੀਂ ਜੰਮੀ, ਜਿਹੜਾ ਗੁਰੂ ਕਲਗੀਧਰ ਵਰਗਾ ਪੁੱਤਰ ਪੈਦਾ ਕਰ ਲੇ ਤਾਂ ਮਾਂ ਗੁਜਰੀ ਹੋਈ ਹੈ। ਇਹ ਤਾਂ ਮਾਂ ਗੁਜਰੀ ਹੋਈ ਹੈ ਜਿਹਨੇ ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਵਰਗੇ ਸੂਰਮੇ ਪੁੱਤਰ ਨੂੰ ਜਨਮ ਦਿੱਤਾ। ਤੇ ਸਾਧ ਸੰਗਤ ਜੀ 27 ਸਾਲਾਂ ਬਾਅਦ 27 ਸਾਲਾਂ ਬਾਅਦ ਗੁਰੂ ਕਲਗੀਧਰ ਜੀ ਦਾ ਪ੍ਰਕਾਸ਼ ਹੁੰਦਾ। 27 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ 27 ਸਾਲ ਬਾਅਦ। ਤੇ ਸਾਧ ਸੰਗਤ ਜੀ ਐਸੀ ਮਾਂ ਨਹੀਂ ਕੋਈ ਜਿਹੜੀ ਗੁਰੂ ਕਲਗੀਧਰ ਜੀ ਵਰਗਾ। ਕਹਿੰਦੇ ਮਹਾਰਾਜ ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਆ, ਮੈਨੂੰ ਹੀ ਪੁੱਤਰ ਬਣਾ ਲਾ। ਫਿਰ ਉਹ ਗੁਰੂ ਕਲਗੀਧਰ ਮਹਾਰਾਜ ਨੂੰ ਆਪਣੇ ਹੀ ਪੁੱਤਰ ਸਮਝਦੀ ਸੀ। ਮਹਾਰਾਜ ਖੇਡਦੇ ਆਉਂਦੇ ਉਹਦੇ ਕੋਲ ਬਹਿ ਜਾਂਦੇ, ਉਹ ਖਿਲਾਉਂਦੀ ਮਹਾਰਾਜ ਨੂੰ, ਭੋਜਨ ਛਕਾਉਂਦੀ, ਬੜੇ ਖੁਸ਼ ਹੁੰਦੇ ਮਹਾਰਾਜ। ਤੇ ਜਦੋਂ ਆਨੰਦਪੁਰ ਸਾਹਿਬ ਨੂੰ ਆਉਣ ਲੱਗੇ ਪਟਨਾ ਛੱਡ ਕੇ, ਫਿਰ ਉਹ ਧਾਹਾਂ ਮਾਰ ਕੇ ਰੋਵੇ ਕਿਉਂਕਿ ਮੋਹ ਪੈ ਗਿਆ। ਫਿਰ ਬਾਲਾ ਪ੍ਰੀਤਮ ਨੇ ਕਿਹਾ, ਕਹਿੰਦੇ ਮਾਂ ਰੋ ਨਾ, ਮੈਂ ਤੇਰੇ ਨਾਲ ਹੀ ਆ ਸਦਾ। ਉਹ ਕਹਿੰਦੀ ਤੁਸੀਂ ਤਾਂ ਚੱਲੇ ਹੋ, ਪਤਾ ਨਹੀਂ ਕਦੋਂ ਆਉਣਾ ਹੈ ਦੁਬਾਰੇ। ਤੇ ਕਲਗੀਧਰ ਜੀ ਕਹਿੰਦੇ ਮਾਂ ਸਰੀਰ ਕਰਕੇ ਭਾਵੇਂ ਮੈਂ ਚੱਲਿਆ ਹਾਂ, ਪਰ ਮਨ ਕਰਕੇ ਯਾਦ ਕਰਕੇ ਤੇਰੇ ਵਿੱਚ ਸਦਾ ਹੀ ਤੇਰੇ ਕੋਲ ਰਵਾਂਗਾ। ਉਹ ਕਹਿੰਦੀ ਮੈਂ ਕਿਵੇਂ ਵੇਖਾਂਗੀ, ਮੈਂ ਕਿਵੇਂ ਦਰਸ਼ਨ ਕਰਾਂਗੀ? ਤੇ ਬਾਲਾ ਪ੍ਰੀਤਮ ਕਹਿੰਦੇ ਤੂੰ ਘੁੰਗਣੀਆਂ ਬਣਾ ਕੇ ਰੱਖ ਲਿਆ ਕਰ ਤੇ ਮੈਨੂੰ ਆਵਾਜ਼ ਦੇ ਕੇ ਯਾਦ ਕਰ ਲਿਆ ਕਰ। ਤੇ ਜਦੋਂ ਹੀ ਤੂੰ ਘੁੰਗਣੀਆਂ ਬਣਾ ਕੇ ਮੈਨੂੰ ਯਾਦ ਕਰਿਆ ਕਰੇਂਗੀ ਨਾ, ਤੇਰੇ ਸਾਹਮਣੇ ਮੈਂ ਹੋਇਆ ਕਰਾਂਗੇ, ਭਾਵੇਂ ਕਿਤੇ ਵੀ ਹੋਵਾਂ।
ਸਾਰੀ ਜ਼ਿੰਦਗੀ ਉਸ ਵਿਸੰਦਰਾ ਨੂੰ ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਦੇ ਦਰਸ਼ਨ ਹੁੰਦੇ ਰਹੇ ਸਾਰੀ ਜ਼ਿੰਦਗੀ। ਯਾਦ ਗੱਲ ਤਾਂ ਯਾਦ ਕਰਨ ਦੀ ਹੈ ਨਾ, ਸਾਡਾ ਧਿਆਨ ਹੀ ਨਹੀਂ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਦਰਸ਼ਨ ਦੇਣ, ਸਾਡਾ ਧਿਆਨ ਹੀ ਨਹੀਂ ਹੈ। ਸਾਡਾ ਧਿਆਨ ਥੋੜਾ ਉਹਨਾਂ 'ਚ, ਜਿਨ੍ਹਾਂ ਨੇ ਧਿਆਨ ਕੀਤਾ ਉਹਨਾਂ ਨੂੰ ਪ੍ਰਤੱਖ ਦਰਸ਼ਨ। ਆ ਜਿਹੜਾ ਕੋਟਲੇ ਨਿਹੰਗ ਸਿੰਘ ਨਿਹੰਗ ਖਾਂ ਨੇੜੇ ਹੀ ਆ ਆਪਣੇ, ਕਿਹੜੇ ਦੂਰ ਹੈ। ਭੱਠਾ ਸਾਹਿਬ ਜਾਂਦੇ ਹੋ ਤੁਸੀਂ ਮੱਥਾ ਟੇਕਣ, ਜਦੋਂ ਮਹਾਰਾਜ ਇੱਥੋਂ ਨਿਕਲਣ ਲੱਗੇ ਸਾਧ ਸੰਗਤ ਜੀ ਨਿਹੰਗ ਖਾਂ ਕਹਿੰਦਾ ਮਹਾਰਾਜ ਜੀ ਤੁਸੀਂ ਤਾਂ ਚੱਲੇ ਹੋ, ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ, ਸਮੇਂ ਸਮੇਂ ਸਿਰ ਤੁਹਾਡੇ ਦਰਸ਼ਨ ਕਰਦਾ ਸਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਇੱਕ ਕਟਾਰ ਦਿੱਤੀ, ਇੱਕ ਸ਼੍ਰੀ ਸਾਹਿਬ ਦਿੱਤੀ, ਅੱਜ ਵੀ ਦਰਸ਼ਨ ਕਰ ਸਕਦੇ ਆਪਾਂ ਉੱਥੇ। ਉਹ ਦੇ ਕੇ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਲੈ ਆਹ ਸਾਡੀ ਨਿਸ਼ਾਨੀ ਰੱਖ ਨਿਹੰਗ ਖਾਂ, ਜਦੋਂ ਇਹਨਾਂ ਨੂੰ ਸਜਾ ਕੇ ਰੱਖਿਆ ਕਰੇਗਾ ਨਾ ਸਾਨੂੰ ਯਾਦ ਕਰਿਆ ਕਰਾਂਗੇ, ਇਹਨਾਂ ਸ਼ਸਤਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਇਆ ਕਰਨਗੇ ਤੁਹਾਨੂੰ। ਤੇ ਕਹਿੰਦੇ ਨਿਹੰਗ ਖਾਂ ਸਾਰੀ ਜ਼ਿੰਦਗੀ ਉਹਨਾਂ ਸ਼ਸਤਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਰਿਹਾ। ਆਪਾਂ ਨੂੰ ਹੁੰਦੇ ਜਾ ਕੇ, ਆਪਾਂ ਨੂੰ ਹੁੰਦੇ ਕਦੇ ਨਹੀਂ ਹੁੰਦੇ, ਆਪਾਂ ਮਨ ਕਰਕੇ ਯਾਦ ਹੀ ਨਹੀਂ ਕਰਦੇ। ਜਦੋਂ ਆਪਾਂ ਮਨ ਕਰਕੇ ਯਾਦ ਕਰਾਂਗੇ ਤਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਤਿਗੁਰੂ ਕਹਿੰਦੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਕੂਤੇ। ਉਹ ਤਾਂ ਨਾਲ ਹੀ ਆਪਾਂ ਸਾਸਨੀ ਨੂੰ ਦੂਰ ਜਾਣਿਆ ਹੋਇਆ, ਆਪਾਂ ਉਹਨੂੰ ਨੇੜੇ ਨਹੀਂ ਜਾਣਦੇ, ਆਪਾਂ ਉਹਨੂੰ ਦੂਰ ਜਾਣਿਆ ਹੋਇਆ। ਇਸ ਕਰਕੇ ਉਹ ਸਾਡੇ ਨੇੜੇ ਨੇ। ਜਦੋਂ ਉਹਨੂੰ ਮਹਿਸੂਸ ਕਰਾਂਗੇ ਵੀ ਸਾਡੇ ਨੇੜੇ ਹੈ, ਫਿਰ ਉਹ ਸਾਡੇ ਨੇੜੇ ਹੈ। ਇਸ ਕਰਕੇ ਸਾਧ ਸੰਗਤ ਜੀ ਗੁਰੂ ਨੂੰ ਸਦਾ ਅੰਗ ਸੰਗ ਜਾਣੋ। ਸੱਚੇ ਪਾਤਸ਼ਾਹ ਮੇਰੇ ਨਾਲ ਹੈ, ਮੇਰੇ ਹਰ ਇੱਕ ਕਾਰਜ ਵਿੱਚ ਮਹਾਰਾਜ ਖੜੇ ਹੈ। ਜੇ ਜੀਵਨ ਚੌਕੜਾਂ ਆਈਆਂ ਨੇ ਕੱਢੂਗਾ ਉਹ, ਜੇ ਉਹ ਤੇ ਭਰੋਸਾ ਹੈ। ਤੇ ਜੇ ਭਰੋਸਾ ਨਹੀਂ ਹੈ ਫਿਰ ਤਾਂ ਹੀ ਤਾਂ ਆਪਾਂ ਰੋਨੇ ਆ, ਸਾਰਾ ਕੁਝ ਹੁੰਦੇ ਹੋਏ ਤਾਂ ਰੋਨੇ ਆ ਕਿਉਂਕਿ ਉਹ ਤੇ ਭਰੋਸਾ ਨਹੀਂ ਹੈ ਸਾਨੂੰ। ਤੇ ਜਿਨ੍ਹਾਂ ਨੇ ਭਰੋਸਾ ਰੱਖਿਆ ਉਹ ਕੁਝ ਵੀ ਹੁੰਦਿਆਂ ਹੋਇਆਂ ਵੀ, ਭਾਵੇਂ ਕੁਝ ਵੀ ਨਹੀਂ ਹੈ, ਉਹਨਾਂ ਤੇ ਆਪਣੇ ਘਰ ਉਜਾੜਤੇ, ਉਹ ਸਾਰਾ ਕੁਝ ਉਡਾੜਤਾ, ਤਾਂ ਵੀ ਉਹ ਕਹਿੰਦੇ ਸੱਚੇ ਪਾਤਸ਼ਾਹ ਜੀ ਰਹਿਮਤ ਹੈ ਤੁਹਾਡੀ। ਕਿਉਂਕਿ ਉਹਨਾਂ ਨੇ ਨਾਲ ਸਮਝਿਆ ਵੀ ਗੁਰੂ ਸਾਡੇ ਨਾਲ ਹੈ ਤੇ ਫਿਰ ਸਾਨੂੰ ਕੁਝ ਨਹੀਂ ਹੁੰਦਾ। ਤਾਂ ਹੀ ਤਾਂ ਦਇਆ ਸਿੰਘ ਉਹਨਾਂ ਨੇ ਕਿਹਾ ਸੀ, ਚਮਕੌਰ ਦੀ ਗੜੀ 'ਚ ਆਪਾਂ ਗੱਲ ਕਰ ਰਹੇ ਸੀ ਵੀ ਮਹਾਰਾਜ ਸਾਡੇ ਵਰਗੇ ਲੱਖਾਂ ਸਿੱਖ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ, ਪਰ ਤੁਸੀਂ ਸਾਡੇ ਵਰਗੇ ਲੱਖਾਂ ਸਿੱਖ ਬਣਾ ਸਕਦੇ ਹੋ। ਉਹਨਾਂ ਨੇੜੇ ਸਮਝਿਆ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੂੰ ਅੰਗ ਸੰਗ ਸਮਝਿਆ, ਜਿਨ੍ਹਾਂ ਨੇ ਉਹਨਾਂ ਤੇ ਬਖਸ਼ਿਸ਼ਾਂ ਹੋਈਆਂ। ਜਦੋਂ ਪ੍ਰਕਾਸ਼ ਹੋਇਆ ਮਹਾਰਾਜ ਦਾ, ਕੜਾਮ ਦਾ ਰਹਿਣ ਵਾਲਾ ਭੀਖਣ ਸ਼ਾਹ, ਉਹ ਵੀ ਮੁਸਲਮਾਨ ਪੀਰ ਸੀ, ਉਹਨੂੰ ਵੀ ਸਾਰਾ ਇਲਾਕਾ ਮੰਨਦਾ ਸੀ। ਜਿੰਨੇ ਵੀ ਮੁਸਲਮਾਨ ਨੇ ਉਹ ਪੱਛਮ ਵਾਲੇ ਪਾਸੇ ਨੂੰ ਨਮਾਜ਼ ਪੜ੍ਹਦੇ ਆ, ਉਹਨਾਂ ਦੀ ਇਹ ਮਨਾਉਤ ਹੈ ਜਦੋਂ ਵੀ ਨਮਾਜ਼ ਮੁਸਲਮਾਨ ਪੜੂਗਾ ਤੇ ਪੱਛਮ ਵਾਲੇ ਪਾਸੇ ਨੂੰ ਪੜੂਗਾ। ਜਿੰਨੀਆਂ ਮਸੀਤਾਂ ਬਣੀਆਂ ਨੇ ਨਾ, ਜਿੰਨੀਆਂ ਮਸੀਤਾਂ ਬਣੀਆਂ ਦੁਨੀਆ 'ਚ, ਉਹਨਾਂ ਦੀ ਜਿਹੜੀ ਡਾਇਰੈਕਸ਼ਨ ਹੈ, ਜਿਹੜੀ ਉਹਨਾਂ ਦੀ ਦਿਸ਼ਾ ਹੈ, ਉਹ ਪੱਛਮ ਵਾਲੇ ਪਾਸੇ ਨੂੰ ਹੋਊਗੀ। ਜਿੰਨੀਆਂ ਵੀ ਮਸੀਤਾਂ ਨੇ, ਸਾਰੀਆਂ ਮਸੀਤਾਂ ਦੀ ਜਿਹੜੀ ਸਾਸਨੀ ਦਿਸ਼ਾ ਹੈ ਉਹ ਕਿੱਧਰ ਨੂੰ ਹੋਊਗੀ ਜੀ? ਪੱਛਮ ਵਾਲੇ ਪਾਸੇ। ਤੇ ਜਿੰਨੇ ਦੁਨੀਆ ਦੇ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਉਹ ਦਿਸ਼ਾ ਵੇਖ ਕੇ ਪੜ੍ਹਦੇ ਆ, ਉਹ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਆ। ਕੋਈ ਵੀ ਮੁਸਲਮਾਨ ਨਾ ਤਾਂ ਪੂਰਬ ਵਾਲੇ ਪਾਸੇ ਨੂੰ ਨਮਾਜ਼ ਪੜੂਗਾ, ਨਾ ਉੱਤਰ ਵਾਲੇ ਪਾਸੇ ਨੂੰ, ਨਾ ਦੱਖਣ ਵਾਲੇ ਪਾਸੇ ਨੂੰ। ਕਿੱਧਰ ਨੂੰ ਪੜਨਗੇ ਜੀ? ਪੱਛਮ ਵਾਲੇ ਪਾਸੇ ਨੂੰ। ਕਿਉਂਕਿ ਉਹਨਾਂ ਦੀ ਮਨੌਤ ਹੈ, ਉਹਨਾਂ ਦਾ ਮੰਨਣਾ ਹੈ ਵੀ ਪੱਛਮ ਅੱਲਾ ਹੈ ਮੁਕਾਮਾ। ਗੁਰਬਾਣੀ ਦਾ ਬਚਨ ਹੈ, ਪੱਛਮ ਅੱਲਾ ਹੈ ਮੁਕਾਮਾ, ਕਿਉਂਕਿ ਉਹ ਸਮਝਦੇ ਆ ਵੀ ਪੱਛਮ ਵਾਲੇ ਪਾਸੇ ਅੱਲਾ ਬੈਠਾ ਹੈ। ਪਰ ਐਸੀ ਵੈਸੇ ਗੱਲ ਕੋਈ ਨਹੀਂ ਹੈ, ਐਸੀ ਗੱਲ ਕੋਈ ਨਹੀਂ। ਉਹਨਾਂ ਦੀ ਮਨੌਤ ਹੈ, ਧਰਮ ਦੀ ਮਨੌਤ ਹੈ। ਉਹ ਕਹਿੰਦੇ ਪੱਛਮ ਵਾਲੇ ਪਾਸੇ ਬੈਠਾ ਹੈ। ਹਿੰਦੂ ਧਰਮ ਦੀ ਮਨੌਤ ਹੈ ਵੀ ਉਹ ਪੂਰਬ ਵਾਲੇ ਪਾਸੇ ਬੈਠਾ ਹੈ। ਜਿੰਨੇ ਵੀ ਮੰਦਿਰ ਬਣਦੇ ਆ, ਸਾਰੇ ਮੰਦਿਰਾਂ ਦੇ ਮੂੰਹ ਪੂਰਬ ਵਾਲੇ ਪਾਸੇ ਨੂੰ ਹੁੰਦੇ ਆ। ਵੇਖ ਲਿਓ ਉਹ ਕਿ ਕੋਈ ਵਿਚਾਰਾ ਅਣਜਾਣ ਹੋਵੇ, ਉਹ ਹੋਰ ਪਾਸੇ ਬਣਾ ਦੇ ਮੂੰਹ ਕਰਕੇ, ਉਹ ਵੱਖਰੀ ਗੱਲ ਹੈ। ਪਰ ਜਿੰਨੇ ਵੀ ਮੰਦਿਰ ਨੇ ਉਹਨਾਂ ਦੇ ਮੂੰਹ ਜਿਹੜੇ ਨੇ ਤੇ ਸਾਧ ਸੰਗਤ ਜੀ ਉਹ ਪੂਰਬ ਵਾਲੇ ਪਾਸੇ ਹੋਣਗੇ। ਤੇ ਸਾਡੇ ਧਰਮ ਵਿੱਚ ਐਸਾ ਕੁਝ ਨਹੀਂ ਹੈ। ਕਈ ਤਾਂ ਸਾਧ ਸੰਗਤ ਜੀ ਘਰਾਂ ਦੀਆਂ ਦਿਸ਼ਾ ਬਦਲਾ ਲਈਆਂ। ਹੁਣ ਜਿੱਦਣ ਦੇ ਜੈਕ ਆਏ ਨਾ ਚੁੱਕਣ ਵਾਲੇ, ਪਹਿਲਾਂ ਤਾਂ ਉੱਤੇ ਚੁੱਕਦੇ ਸੀ ਮਕਾਨਾਂ ਨੂੰ ਜੈਕ ਨਾਲ,
ਫਿਰ ਉਹਨਾਂ ਨੇ ਸਾਧ ਸੰਗਤ ਜੀ ਤਕਨੀਕ ਬਦਲ ਦਿੱਤੀ। ਉਹ ਕਹਿੰਦੇ ਵੀ ਹੁਣ ਅੱਗੇ ਪਿੱਛੇ ਵੀ ਹੋ ਸਕਦਾ ਘਰ, ਪਹਿਲਾਂ ਉੱਚਾ ਚੁੱਕਦੇ ਸੀ, ਹੁਣ ਅੱਗੇ ਪਿੱਛੇ ਵੀ ਹੋ ਜਾਊਗਾ। ਤਕਨੀਕ ਹੋਰ ਵੱਧ ਗਈ। ਉਹ ਕਹਿੰਦੇ ਹੁਣ ਘਰ ਘੁੰਮ ਵੀ ਜਾਊ, ਤੁਹਾਡਾ ਘਰ ਘੁੰਮ ਵੀ ਜਾਊਗਾ। ਜੇ ਤੁਸੀਂ ਇੱਧਰ ਨੂੰ ਕੀਤਾ ਦੂਸਰੇ ਪਾਸੇ ਨੂੰ ਕਰਨਾ ਹੈ, ਜੈਕਾਂ ਦੇ ਸਹਾਰੇ ਸਿਸਟਮ ਦੇ ਨਾਲ ਤੁਹਾਡਾ ਘਰ ਘੁੰਮ ਵੀ ਜਾਊਗਾ। ਤਾਂ ਜਿਨ੍ਹਾਂ ਨੇ ਵਿਚਾਰੇ ਨੇ ਵੈਸੇ ਘੁਮਾਇਆ ਚਕਾ ਕੇ, ਚਲੋ ਕੋਈ ਗੱਲ ਨਹੀਂ, ਉੱਚਾ ਚਕਾਇਆ, ਉਹ ਤਾਂ ਵੱਖਰੀ ਗੱਲ ਹੈ। ਕਈ ਕਹਿੰਦੇ ਨੇ ਉਹ ਪੰਡਤਾਂ ਦੇ ਚੱਕਰ 'ਚ ਪੈ ਗਏ। ਉਹਨੇ ਗਾਹਾਂ ਜਾ ਕੇ ਕਹਿੰਦੇ ਸਾਡੇ ਪੈਸੇ ਨਹੀਂ ਆਉਂਦੇ, ਘਰ ਆ ਟਿਕਦੇ ਨਹੀਂ, ਫਲਾਣਾ ਢਮਕਾ। 3600 ਸਾਨੂੰ ਸਾਧ ਸੰਗਤ ਦੀ ਰੁਕਾਵਟਾਂ ਦੁਨੀਆ 'ਚ ਆਉਂਦੀਆਂ ਹੀ ਨੇ। ਪੈਸਾ ਕਿਹਦੇ ਕੋਲ ਟਿਕਿਆ? ਟਿਕਿਆ ਪੈਸਾ ਕਿਸੇ ਕੋਲ? ਇਹ ਤਾਂ ਜਾਂਦਾ ਆਉਂਦਾ ਰਹਿੰਦਾ ਹੈ। ਇਹਦਾ ਤਾਂ ਕੰਮ ਹੀ ਇਹ ਹੈ ਪੈਸੇ ਦਾ। ਇਧਰੋਂ ਪਿਆ ਤੇ ਉਧਰ ਨੂੰ ਨਿਕਲਿਆ। ਤੇ ਜੇ ਇਹ ਇੱਥੇ ਸਾਧ ਸੰਗਤ ਇੱਕ ਪਾਸੇ ਰਵੇ ਨਾ, ਇਹ ਵਿਗਾੜ ਬਹੁਤ ਪਾਉਂਦਾ ਹੈ ਪੈਸਾ। ਇਹ ਤਾਂ ਆਉਂਦਾ ਜਾਂਦਾ ਹੀ ਚੰਗਾ ਹੈ। ਰਹੋ ਵਿਚਾਰ। ਜਿਨ੍ਹਾਂ ਨੇ ਤਾਂ ਵੈਸੇ ਘਰ ਘੁਮਾਏ ਨੇ ਵੀ ਚਲੋ ਕੋਈ ਗੱਲ ਨਹੀਂ, ਕਈ ਪੈ ਗਏ ਪੰਡਤਾਂ ਦੇ ਚੱਕਰ 'ਚ। ਤੇ ਪੰਡਤ ਕੋ ਜਾ ਕੇ ਕਹਿੰਦੇ ਸਾਡੇ ਘਰ ਪੈਸਾ ਨਹੀਂ ਟਿਕਦਾ, ਸਾਡੇ ਸੁਖੀ ਨਹੀਂ ਹੈ, ਫਲਾਣਾ ਟਿਮਕਾ। 3600 ਪ੍ਰੋਬਲਮ ਸਾਡੇ ਘਰਾਂ 'ਚ ਨੇ। ਤੇ ਉਹ ਗਾਹਾਂ ਉਹ ਵੀ ਬੈਠਾ ਹੈ। ਉਹ ਗਾਹਾਂ ਪਤਾ ਕੀ ਕਹਿੰਦਾ, ਤੁਹਾਡੇ ਘਰ ਵਿੱਚ ਵਾਸਤੂ ਦੋਸ਼ ਹੈ, ਤੁਹਾਡੇ ਘਰ 'ਚ ਵਾਸਤੂ ਦੋਸ਼ ਹੈ। ਆਪਾਂ ਪੁੱਛਾਂਗੇ ਕੀ ਹੁੰਦਾ ਹੈ ਵਾਸਤੂ ਦੋਸ਼? ਉਹ ਕਹਿੰਦਾ ਬਸ ਤੁਹਾਡੇ ਘਰ ਦੋਸ਼ ਹੈ। ਆਖੇ ਕਿਉਂ ਹੈ? ਕਿਉਂਕਿ ਤੁਹਾਡੇ ਘਰ ਦੀ ਦਿਸ਼ਾ ਉਲਟੀ ਹੈ। ਉਹ ਕਰੋੜਾਂ ਰੁਪਏ ਲਿਆ ਕੇ ਵਿਚਾਰੇ ਨੇ ਘਰ ਬਣਾਇਆ ਹੁੰਦਾ, ਹਲੇ ਬਣਾਇਆ ਵੀ ਨਵਾਂ ਹੀ ਹੁੰਦਾ ਉਹਨੇ, 5 7 10 ਮਹੀਨੇ ਹੀ ਹੋਏ ਹੁੰਦੇ ਆ, ਸਾਲ ਨਹੀਂ ਹੋਇਆ ਹੁੰਦਾ। ਉਹ ਪੈ ਕੇ ਪੰਡਤ ਦੇ ਚੱਕਰ 'ਚ ਤੇ ਸਾਸ ਨੂੰ ਵਾਸਤੂ ਦੋਸ਼ ਹੈ। ਕਹਿੰਦਾ ਅੱਛਾ ਕਿਉਂ ਹੈ? ਘਰ ਉਲਟੀ ਜਗ੍ਹਾ 'ਚ, ਘਰ ਉਲਟੀ ਜਗ੍ਹਾ 'ਚ ਹੈ। ਅੱਛਾ ਹੁਣ ਕੀ ਕਰਨਾ ਪਊ? ਜਾਂ ਤਾਂ ਘਰ ਢਾਹ ਕੇ ਦੂਸਰੇ ਪਾਸੇ ਨੂੰ ਬਣਾਓ, ਤੇ ਨਹੀਂ ਤਾਂ ਘੁਮਾ ਲਓ। ਫਿਰ ਹੁਣ ਤਕਨੀਕ ਆ ਗਈ। ਤੇ ਉਹ ਜਾ ਕੇ ਪੁੱਛਦਾ ਉਹਨੂੰ ਮਿਸਤਰੀ ਨੂੰ ਕਹਿੰਦਾ ਵੀ ਮੈਂ ਘਰ ਚੇਂਜ ਕਰਾਉਣੀ ਦਿਸ਼ਾ। ਕਹਿੰਦਾ ਕੋਈ ਨਹੀਂ ਹੋ ਜੂ। ਕਿੰਨਾ ਲੱਗੂ? 10 ਲੱਖ ਲੱਗੂਗਾ। 10 ਲੱਖ ਉਹ ਪੰਡਤ ਦੇ ਕਹਿਣ ਤੇ ਆਪਣੇ ਘਰ ਦੀ ਦਿਸ਼ਾ ਚੇਂਜ ਕਰਾਉਣ ਵਾਸਤੇ 10 ਲੱਖ ਮਿਸਤਰੀਆਂ ਨੂੰ ਦਿੰਦਾ। ਉਹ ਘਰ ਚੇਂਜ ਕਰਾ ਦਿੰਦਾ, ਏਦਾਂ ਘੁਮਾ ਦਿੰਦਾ। ਤੇ ਸਾਧ ਸੰਗਤ ਜੀ ਫਿਰ ਪੈਸੇ ਦੀ ਕਿੱਲਤ ਤਾਂ ਪਹਿਲਾਂ ਹੀ ਸੀ, ਉਹਨੂੰ 10 ਲੱਖ ਹੋਰ ਹੋ ਗਈ। ਆਖੋ ਸਤਨਾਮ। ਗੁਰੂ ਮਹਾਰਾਜ ਨੇ ਐਸਾ ਕੁਝ ਨਹੀਂ ਕਿਹਾ। ਸਤਿਗੁਰੂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸਿੱਖਾ, ਤੂੰ ਕਾਰਜ ਆਰੰਭ ਕਰ ਲੈ ਤੇ ਫਤਿਹ ਹੀ ਹੋਊਗੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਫਤਿਹ ਹੀ ਹੋਊਗੀ। ਜਦੋਂ ਮਸਤੂਆਣਾ ਸਾਹਿਬ ਬਣਨ ਲੱਗਿਆ ਨਾ, ਮਸਤੂਆਣਾ ਸਾਹਿਬ ਬਾਬਾ ਅਤਰ ਸਿੰਘ ਜੀ ਹੋਏ ਮਸਤੂਆਣੇ ਵਾਲੇ, ਉੱਥੋਂ ਦਾ ਨੀਂਹ ਪੱਥਰ ਰੱਖਣ ਲੱਗੇ ਗੁਰੂ ਬਾਬਾ ਜੀ, ਜਿਹੜੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ। ਤੇ ਉਹਨਾਂ ਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ। ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ, ਪਹਿਲਾ ਹੁਕਮਨਾਮਾ ਆਇਆ ਸੀ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੇ ਜਦੋਂ ਨੀਂਹ ਪੱਥਰ ਰੱਖ ਦਿੱਤਾ, ਮਿਸਤਰੀਆਂ ਨੇ ਇੱਟਾਂ ਲਗਾ ਦਿੱਤੀਆਂ। ਜਦੋਂ ਇੱਟਾਂ ਲਾਈਆਂ, ਸਾਧ ਸੰਗਤ ਜੀਓ, ਇੱਕ ਉੱਥੋਂ ਦਾ ਨਾਲ ਦੇ ਪਿੰਡ ਦਾ ਇੱਕ ਪੰਡਤ ਸੀ। ਜਿੰਨੇ ਵੀ ਲੋਕ ਘਰ ਬਣਾਉਂਦੇ ਸੀ, ਨੀਂਹ ਪੱਥਰ ਰੱਖਦੇ ਸੀ, ਉਹ ਤੋਂ ਪੁੱਛ ਕੇ ਰੱਖਦੇ ਸੀ। ਉਹਨੂੰ ਪੈਸੇ ਬਣਦੇ ਸੀ ਵਿਚਾਰੇ। ਤੇ ਜਦੋਂ ਉਹ ਤੁਰਦਾ ਆਇਆ, ਉਹਨੂੰ ਪਤਾ ਲੱਗਿਆ ਵੀ ਨੀਂਹ ਪੱਥਰ ਤਾਂ ਰੱਖ ਵੀ ਦਿੱਤਾ ਉਹਨਾਂ ਨੇ। ਉਹ ਬੜਾ ਹੈਰਾਨ ਹੋਇਆ ਵੀ ਮੈਨੂੰ ਪੁੱਛਿਆ ਨਹੀਂ, ਸਾਰੇ ਲੋਕ ਤਾਂ ਮੈਨੂੰ ਪੁੱਛਦੇ, ਮੈਨੂੰ ਕਿਉਂ ਨਹੀਂ ਪੁੱਛਿਆ? ਤੇ ਜਦੋਂ ਉਹ ਜਾ ਕੇ ਗਿਆ ਤੇ ਦੇਖਿਆ ਵੀ ਮਿਸਤਰੀ ਲੱਗੇ, ਕੰਮ ਸਾਰੀ ਹੋ ਰਹੀ। ਤੇ ਬਾਬਾ ਅਤਰ ਸਿੰਘ ਜੀ ਨੂੰ ਕਹਿਣ ਲੱਗਿਆ, ਕਹਿੰਦਾ ਜੀ ਤੁਸੀਂ ਕੋਈ ਮੁਹੂਰਤ ਨਹੀਂ ਕੱਢਿਆ, ਕੋਈ ਤਿੱਥ ਦਿਨ ਨਹੀਂ ਦੇਖਿਆ, ਤੁਸੀਂ ਕੁਝ ਵੇਖਿਆ ਹੀ ਨਹੀਂ ਹੈ, ਕੋਈ ਮੁਹੂਰਤ ਨਹੀਂ ਕਢਾਇਆ, ਕੋਈ ਤਿੱਥ ਵਾਰ ਨਹੀਂ ਸੋਚੀ ਤੁਸੀਂ ਐਵੇਂ ਹੀ ਬਸ ਤੁਸੀਂ ਇਹ ਨੀਂਹ ਪੱਥਰ ਰੱਖ ਦਿੱਤਾ। ਸਾਰੇ ਤਾਂ ਤਿੱਥਾਂ ਵਾਰਾਂ ਦੇ ਅਨੁਸਾਰ ਹੀ ਮੁਹੂਰਤ ਕਢਾ ਕੇ ਰੱਖਦੇ ਐ। ਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਭਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਦੋਂ ਅਰਦਾਸ ਹੋ ਗਈ ਨਾ, ਸਾਰੀਆਂ ਤਿੱਥਾਂ ਵਾਰਾਂ ਠੀਕ ਹੀ ਹੁੰਦੀਆਂ। ਆਖੋ ਸਤਨਾਮ। ਸਾਰੀਆਂ ਤਿੱਥਾਂ ਵਾਰਾਂ ਠੀਕ ਹੀ ਹੁੰਦੀਆਂ। ਕਹਿੰਦੇ ਜਦੋਂ ਅਸੀਂ ਅਰਦਾਸ ਹੀ ਕਰਤੀ ਫਿਰ ਸਾਰਾ ਕੁਝ ਠੀਕ ਹੋ ਜੂ। ਤੇ ਉਹ ਮੰਨਿਆ ਨਾ, ਔਖਾ ਜਿਹਾ ਹੋ ਕੇ ਆਪਣੇ ਘਰ ਗਿਆ, ਟੇਵੇ ਟੂਵੇ ਮਿਲਾਏ, ਜਾ ਕੇ ਜੰਤਰੀਆਂ ਵੇਖੀਆਂ। ਸਾਧ ਸੰਗਤ ਉਹਨਾਂ ਦੇ ਇਤਿਹਾਸ 'ਚ ਮੈਂ ਪੜ੍ਹੀ ਇਹ ਗੱਲ, ਸਾਖੀ 'ਚ ਲਿਖਿਆ। ਕਹਿੰਦੇ ਉਹ ਜਾ ਕੇ ਪੰਡਤ ਨੇ ਜਦੋਂ ਆਪਣੇ ਟੇਵੇ ਟੂਵੇ ਵੇਖੇ, ਆਪਣੀਆਂ ਜੰਤਰੀਆਂ ਵੇਖੀਆਂ, ਸਾਰਾ ਕੁਝ ਮਿਲਾਇਆ ਨਾ ਜਦੋਂ, ਤੇ ਜਦੋਂ ਉਹਦੇ ਸਾਹਮਣੇ ਕੀ ਨਿਕਲ ਕੇ ਆਇਆ, ਉਹਦੀ ਵਿਦਿਆ ਮੁਤਾਬਕ
ਜਿਹੜਾ ਟਾਈਮ ਬਾਬਾ ਜੀ ਨੇ ਦੱਸਿਆ ਸੀ ਵੀ ਇਸ ਟਾਈਮ ਅਸੀਂ ਰੱਖਿਆ ਨੀਂਹ ਪੱਥਰ ਅਰਦਾਸ ਕਰਕੇ, ਕਹਿੰਦੇ ਜਦੋਂ ਨੇ ਉਹ ਟਾਈਮ ਮਿਲਾ ਕੇ ਆਪਣੇ ਸਾਰਾ ਕੁਝ ਵੇਖਿਆ ਜੰਤਨੀਆਂ 'ਚ, ਕਹਿੰਦੇ ਹੈਰਾਨ ਹੋ ਗਿਆ ਉਹ ਪੰਡਤ। ਜਿਸ ਵੇਲੇ ਨੀਂਹ ਪੱਥਰ ਰੱਖਿਆ ਸੀ ਉਹ ਮੁਕੰਮਲ ਉਹਦੇ ਮੁਤਾਬਕ, ਮਹਾਪੁਰਖਾਂ ਨੇ ਤਾਂ ਕੋਈ ਥਿਤਵਾਰ ਵੇਖੀ ਨਹੀਂ, ਉਹਦੀ ਸਾਸਨੀ ਵਿਦਿਆ ਮੁਤਾਬਕ ਕਹਿੰਦੇ ਨੇ ਉਹ ਸਮਾਂ ਬਿਲਕੁਲ ਅਨੁਕੂਲ ਸੀ ਜਿਸ ਸਮੇਂ ਨੀਂਹ ਪੱਥਰ ਰੱਖਿਆ ਗਿਆ ਸੀ। ਪਰ ਰੱਖਿਆ ਕਿਵੇਂ ਸੀ? ਗੁਰੂ ਗ੍ਰੰਥ ਸਾਹਿਬ ਜੀ ਚਰਨਾਂ 'ਚ ਅਰਦਾਸ ਕਰਕੇ। ਇਸ ਕਰਕੇ ਆਪਾਂ ਨੂੰ ਵੀ ਅਰਦਾਸ ਕਰਕੇ ਸਾਰੇ ਕਾਰਜ ਕਰਨੇ ਚਾਹੀਦੇ ਆ। ਫੇਰ ਕੋਈ ਕਾਰਜ ਸਾਡਾ ਇਹ ਨਹੀਂ ਵੀ ਕੋਈ ਵਿਘਨ ਪੈ ਜਾਊਗਾ। ਉਹ ਗੱਲ ਵੱਖਰੀ ਹੈ ਵੀ ਜਿਹੜੀ ਸਾਡੀ ਕੀਤੀ ਅਰਦਾਸ ਕਿਤੇ ਉਹ ਫੋਕੀ ਜੀ ਨਾ ਹੋਵੇ, ਫੇਰ ਨਹੀਂ ਕੰਮ ਸਿਰੇ ਚੜ੍ਹਦਾ। ਇਸ ਕਰਕੇ ਫਿਰ ਤਾਂ ਅਰਦਾਸ ਦੀ ਵੀ ਲੋੜ ਨਹੀਂ ਪੈਂਦੀ, ਐਵੇਂ ਹੀ ਕੰਮ ਬਣੀ ਜਾਂਦੇ, ਐਵੇਂ ਹੀ ਸਾਰਾ ਕੁਝ ਹੋਈ ਜਾਂਦਾ। ਸਾਧ ਸੰਗਤ ਜੀ, ਆਪਾਂ ਵਿਚਾਰ ਕਰ ਰਹੇ ਸੀ ਕਿ ਪੂਰਬ ਵਾਲੇ ਪਾਸੇ ਨੂੰ ਮੰਦਰਾਂ ਦੇ ਮੂੰਹ, ਪੱਛਮ ਵਾਲੇ ਪਾਸੇ ਨੂੰ ਮਸਜਿਦਾਂ ਦੇ ਮੂੰਹ। ਤੇ ਸਾਧ ਸੰਗੀਓ, ਭੀਖਣ ਸ਼ਾਹ ਕੜਾਮ ਦਾ ਰਹਿਣ ਵਾਲਾ ਰੋਜ਼ ਹੁਣ ਪੱਛਮ ਵਾਲੇ ਪਾਸੇ ਨੂੰ ਨਮਾਜ਼ ਪੜ੍ਹਦਾ, ਨਾਲ ਦੇ ਚੇਲੇ ਹੁੰਦੇ ਆ ਇਸ ਤਰ੍ਹਾਂ ਕਤਾਰ 'ਚ ਬੈਠੇ, ਰੋਜ਼ ਨਮਾਜ਼ ਪੜ੍ਹਦੇ ਆ। ਸਮਾਂ ਹੋਇਆ ਨਮਾਜ਼ ਦਾ, ਜਦੋਂ ਨਮਾਜ਼ ਦਾ ਸਮਾਂ ਹੋਇਆ ਭੀਖਣ ਸ਼ਾਹ ਉਹਨੇ ਆਪਣੀ ਦਿਸ਼ਾ ਬਦਲ ਦਿੱਤੀ, ਦਿਸ਼ਾ ਬਦਲ ਦਿੱਤੀ। ਅੱਗੇ ਪੱਛਮ ਨੂੰ ਨਮਾਜ਼ ਪੜ੍ਹਦਾ ਹੈ, ਅੱਜ ਕਿੱਧਰ ਨੂੰ ਨਮਾਜ਼ ਪੜਿਆ, ਮੂੰਹ ਕਰ ਲਿਆ ਪੂਰਬ ਨੂੰ, ਪੂਰਬ ਨੂੰ ਮੂੰਹ ਕਰ ਲਿਆ। ਜਦੋਂ ਪੂਰਬ ਨੂੰ ਮੂੰਹ ਕਰ ਲਿਆ ਭੀਖਣ ਸ਼ਾਹ ਨੇ, ਜਿੰਨੇ ਵੀ ਉਹਦੇ ਚੇਲੇ ਸੀ ਹੈਰਾਨ ਹੋ ਗਏ, ਹੈਰਾਨ ਹੋ ਗਏ। ਸਾਰੀ ਜ਼ਿੰਦਗੀ ਹੋ ਗਈ ਪੀਰ ਭੀਖਣ ਸ਼ਾਹ ਨੂੰ ਪੱਛਮ ਵਾਲੇ ਪਾਸੇ ਨੂੰ ਨਵਾਜ਼ ਪੜ੍ਹਦੇ ਆ, ਅੱਜ ਪੂਰਬ ਵਾਲੇ ਪਾਸੇ ਨੂੰ ਨਵਾਜ਼। ਸਾਰੀ ਨਵਾਜ਼ ਭੀਖਣ ਸ਼ਾਹ ਨੇ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਅਦਾ ਕੀਤੀ। ਤੇ ਜਦੋਂ ਅਦਾ ਕਰਕੇ ਹਟਿਆ ਨਾ, ਉਹਦੇ ਚੇਲੇ ਪੁੱਛਦੇ ਕਹਿਣ ਲੱਗੇ, ਕਹਿੰਦੇ ਪੀਰ ਜੀ ਤੁਸੀਂ ਤਾਂ ਮਰਿਆਦਾ ਹੀ ਉਲਟ ਕਰ ਦਿੱਤੀ। ਕਹਿੰਦਾ ਕੀ ਗੱਲ ਹੋ ਗਈ? ਤੁਸੀਂ ਮਰਿਆਦਾ ਉਲਟ ਕਰ ਦਿੱਤੀ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਸਾਰੇ ਮੁਸਲਮਾਨ ਪੱਛਮ ਨੂੰ ਨਵਾਜ਼ ਪੜ੍ਹਦੇ ਨੇ, ਸਾਰੀ ਜ਼ਿੰਦਗੀ ਹੋ ਗਈ ਤੁਹਾਨੂੰ ਪੱਛਮ ਨੂੰ ਨਵਾਜ਼ ਪੜ੍ਹ ਰਹੇ ਹੋ ਤੁਸੀਂ, ਪਰ ਅੱਜ ਤਾਂ ਤੁਸੀਂ ਕੰਮ ਹੀ ਪੁੱਠਾ ਕਰ ਦਿੱਤਾ, ਉਲਟਾ ਕਰ ਦਿੱਤਾ। ਅੱਜ ਤੁਸੀਂ ਪੂਰਬ ਨੂੰ ਨਵਾਜ਼ ਪੜ੍ਹੀ ਹੈ, ਕੀ ਗੱਲ ਭੁੱਲ ਗਏ? ਉਹ ਕਹਿੰਦਾ ਭੁੱਲਿਆ ਨਹੀਂ ਹੈ ਮੈਂ, ਭੁੱਲਿਆ ਨਹੀਂ। ਕਹਿੰਦੇ ਕਰਾਂ ਤੇ ਕਰਾਂ ਕੀ, ਅੱਜ ਖੁਦਾ ਆਈ ਪੂਰਬ ਵਾਲੇ ਪਾਸੇ ਗਿਆ। ਆਖੋ ਸਤਨਾਮ। ਅੱਜ ਖੁਦਾ ਪੂਰਬ ਵਾਲੇ ਪਾਸੇ ਆ ਗਿਆ। ਕਹਿੰਦੇ ਸਮਝੇ ਨਹੀਂ। ਕਹਿੰਦੇ ਅੱਜ ਖੁਦਾ ਲੋਕਾਂ ਦੀ ਭਲਾਈ ਕਰਨ ਵਾਸਤੇ ਪੂਰਬ ਵਾਲੇ ਪਾਸਿਓਂ ਪ੍ਰਕਾਸ਼ ਹੋਇਆ ਹੈ। ਸਮਝ ਗਿਆ, ਕਮਾਲੀ ਵਾਲਾ ਸੀ, ਵੇਖ ਲਿਆ। ਇੱਧਰ ਕਲਗੀਧਰ ਜੀ ਦਾ ਪ੍ਰਕਾਸ਼ ਹੁੰਦਾ ਪਟਨੇ 'ਚ, ਉਧਰ ਭੀਖਣ ਸ਼ਾਹ ਨੇ ਪੂਰਬ ਵਾਲੇ ਪਾਸੇ ਨੂੰ ਨਵਾਜ਼ ਪੜ੍ਹੀ। ਚੇਲੇ ਪੁੱਛਦੇ ਕਿਉਂ ਪੜ੍ਹੀ? ਕਹਿੰਦਾ ਅੱਲਾ ਖੁਦਾ ਅੱਜ ਪੂਰਬ ਵਾਲੇ ਪਾਸੇ ਤੋਂ ਪ੍ਰਕਾਸ਼ ਹੋਇਆ, ਅੱਜ ਪੱਛਮ 'ਚ ਨਹੀਂ ਹੈ, ਅੱਜ ਪੂਰਬ ਦੇ ਵਿੱਚ ਹੈ। ਆਖੋ ਸਤਨਾਮ ਸ਼੍ਰੀ। ਇਸ ਤਰ੍ਹਾਂ ਆਪਣੇ ਚੇਲਿਆਂ ਨੂੰ ਕਹਿੰਦਾ ਹੈ। ਰੱਬ ਆਪ ਦੁਨੀਆ ਤੇ ਆ ਗਿਆ, ਗੋਬਿੰਦ ਵਾਲਾ ਰੂਪ ਧਾਰ ਕੇ, ਖੁਦਾਇਆ ਦੁਨੀਆ ਤੇ ਆ ਗਿਆ, ਗੋਬਿੰਦ ਵਾਲਾ ਰੂਪ ਧਾਰ ਕੇ। ਰੱਬ ਆਪ ਦੁਨੀਆ ਤੇ ਆ ਗਿਆ, ਰੱਬ ਵਾਲਾ ਰੂਪ ਧਾਰ ਕੇ, ਰੱਬ ਆਪ ਦੁਨੀਆ ਤੇ ਆ ਗਿਆ, ਗੋਬਿੰਦ ਵਾਲਾ ਰੂਪ ਧਾਰ ਕੇ।
ਤੇ ਖੁਦਾ ਆ ਗਿਆ, ਗੋਬਿੰਦ ਵਾਲਾ ਰੂਪ ਧਾਰ ਕੇ। ਗੋਬਿੰਦ ਵਾਲਾ ਰੂਪ ਧਾਰ ਕੇ, ਅੱਜ ਆਪ ਦੁਨੀਆ ਤੇ ਆ ਗਿਆ, ਗੋਬਿੰਦ ਵਾਲਾ ਰੂਪ ਧਾਰ ਕੇ। ਗੋਬਿੰਦ ਵਾਲਾ ਰੂਪ ਧਾਰ ਕੇ। ਭੀਖਣ ਸ਼ਾਹ ਕਹਿੰਦਾ ਅੱਜ ਖੁਦਾ ਆਈ ਪੂਰਬ ਵਾਲੇ ਪਾਸੇ ਗਿਆ, ਕਰਾਂ ਤੇ ਕਰਾਂ ਕੀ ਨਵਾਜ਼, ਤਾਂ ਪੂਰਬ ਨੂੰ ਹੀ ਪੜ੍ਹਨੀ ਪੈਣੀ ਸੀ। ਤੇ ਜਦੋਂ ਪੁੱਛਿਆ ਨਾ ਚੇਲਿਆਂ ਨੇ, ਫਿਰ ਸਾਸਨੀ ਭੀਖਣ ਸ਼ਾਹ ਨੇ ਸਾਰਾ ਕੁਝ, ਕਿਉਂਕਿ ਉਹ ਕਮਾਈ ਵਾਲਾ ਸੀ, ਫਿਰ ਸਾਰਾ ਕੁਝ ਦੱਸਿਆ। ਫਿਰ ਜਾ ਕੇ ਮਹਾਰਾਜ ਦੇ ਦਰਸ਼ਨ ਵੀ ਕੀਤੇ ਉਹਨੇ, ਤੇ ਮਹਾਰਾਜ ਦੀ ਪਰਖ ਕਰਨ ਵਾਸਤੇ 2 ਕੁੱਜੀਆਂ ਵਿੱਚ ਦੁੱਧ ਪਾ ਕੇ ਸਤਿਗੁਰੂ ਜੀ ਦੇ ਇਦਾਂ ਸਨਮੁਖ ਪੇਸ਼ ਕੀਤਾ। ਛੋਟੇ ਜਿਹੇ ਸੀ ਮਹਾਰਾਜ, ਜਦੋਂ ਗੋਦ ਵਿੱਚ ਹੀ ਸੀ, ਗੋਦ 'ਚ ਬਹੁਤੇ ਵੱਡੇ ਨਹੀਂ ਸੀ ਹੋਏ। ਤੇ ਜਦੋਂ ਕੁੱਜੀਆਂ 'ਚ ਪਾਇਆ ਨਾ, ਉਹਨੇ ਸੋਚਿਆ ਵੀ ਵੇਖਾਂ ਤਾਂ ਸਹੀ ਹਿੰਦੂਆਂ ਦਾ ਪੱਖ ਪੂਰੂਗਾ ਤੇ ਮੁਸਲਮਾਨਾਂ ਦਾ ਕਿਹੜੇ ਪਾਸੇ ਨੂੰ ਹੋਏਗਾ। ਗੁਰੂ ਗੋਬਿੰਦ ਸਿੰਘ ਕਲਗੀਧਰ ਤੇ ਸਾਧ ਸੰਗਤ ਜਦੋਂ ਕੁੱਜੀਆਂ 'ਚ ਪਾਇਆ ਦੁੱਧ, ਇੱਕ ਦੁੱਧ ਸੱਜੇ ਪਾਸੇ ਕੁੱਜੀ 'ਚ ਤੇ ਇੱਕ ਪਾਸੇ ਖੱਬੇ, ਤੇ ਇਸ ਤਰ੍ਹਾਂ ਮਹਾਰਾਜ ਦੇ ਅੱਗੇ ਕੀਤਾ। ਗੋਦ 'ਚ ਨੇ ਮਹਾਰਾਜ ਮਾਤਾ ਗੁਜਰ ਕੌਰ ਜੀ ਦੇ, ਤੇ ਜਦੋਂ ਏਦਾਂ ਕੀਤਾ ਨਾ, ਉਹ ਵੇਖਣਾ ਚਾਹੁੰਦਾ ਸੀ ਕਿਹੜੀ ਕੁੱਜੀ ਤੇ ਹੱਥ ਰੱਖਦੇ ਐ। ਤੇ ਜਦੋਂ ਇਹਨੇ ਸਾਹਮਣੇ ਕੀਤੇ, ਉਹਨਾਂ ਕੁੱਜੀਆਂ ਨੂੰ ਸਾਹਮਣੇ ਕੀਤਾ, ਮੇਰੇ ਬਾਲਾ ਪ੍ਰੀਤਮ ਚੋਜੀ ਪ੍ਰੀਤਮ, ਉਹਦੇ ਮਨ ਦੀ ਗੱਲ ਜਾਣਦੇ ਹੋਏ ਸਤਿਗੁਰੂ ਜੀ ਨੇ ਦੋਨਾਂ ਹੀ ਕੁੱਜੀਆਂ ਤੇ ਹੱਥ ਰੱਖ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਸਾਰਿਆਂ ਦਾ ਸਾਂਝਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿਸੇ ਇੱਕ ਦਾ ਨਹੀਂ, ਗੁਰੂ ਗੋਬਿੰਦ ਸਿੰਘ ਸਾਰਿਆਂ ਦਾ ਸਾਂਝਾ ਹੈ। ਦੋਨਾਂ ਕੁੱਜੀਆਂ ਤੇ ਹੱਥ ਰੱਖ ਦਿੱਤਾ। ਫਿਰ ਉਹਨੂੰ ਵਿਸ਼ਵਾਸ ਹੋ ਗਿਆ, ਉਹਨੂੰ ਭਰੋਸਾ ਹੋ ਗਿਆ ਸੀ ਭੀਖਣ ਸ਼ਾਹ ਨੂੰ। ਐਡੇ ਐਡੇ ਵੱਡੇ ਆਨ ਧਰਮ ਦੇ ਲੋਕ ਨਹੀਂ, ਜਿਨ੍ਹਾਂ ਨੂੰ ਲੋਕ ਪੀਰ ਮੰਨਦੇ ਸੀ, ਉਹ ਗੁਰੂ ਗੋਬਿੰਦ ਸਿੰਘ ਦੇ ਮੁਰੀਦ ਸਨ। ਹੋਰ ਵੀ ਬੜਿਆਂ ਦਾ ਜ਼ਿਕਰ ਹੈ, ਆਪਣੇ ਕੋਲ ਸਮਾਂ ਨਹੀਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੰਸਾਰ 'ਚ ਕੋਈ ਨਹੀਂ। ਇੱਧਰ ਅਨੰਦਪੁਰ ਸਾਹਿਬ ਉਹ ਵਜ਼ੀਰ ਕਹਿਣ ਲੱਗਿਆ, ਦੇਵੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਗਾਰਾ ਬਣਾਇਆ, ਨਗਾਰੇ ਦੀ ਆਵਾਜ਼ ਹੈ, ਨਗਾਰੇ ਦੀ ਆਵਾਜ਼। ਤੇ ਉਹ ਆਪਣੇ ਵਜ਼ੀਰ ਨੂੰ ਭੀਮ ਚੰਦ ਕਹਿੰਦਾ, ਐਡੀ ਗਰਜਵੀਂ ਆਵਾਜ਼, ਕਹਿੰਦਾ ਜਦੋਂ ਮੈਂ ਸੁਣੀ ਮੇਰਾ ਦਿਲ ਦਹਿਲ ਗਿਆ, ਡਰ ਗਿਆ ਸੀ ਭੀਮ ਚੰਦ। ਉਸ ਤੋਂ ਬਾਅਦ ਹੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਈਰਖਾ ਕੀਤੀ, ਉਹਨੇ ਸਾਰੀ ਜ਼ਿੰਦਗੀ। ਭੀਮ ਚੰਦ ਨੇ ਸ਼ੁਰੂਆਤ ਕੀਤੀ ਸੀ ਮਹਾਰਾਜ ਨਾਲ, ਭੀਮ ਚੰਦ ਨੇ ਸ਼ੁਰੂਆਤ ਕਰਕੇ ਫਿਰ ਵੇਖ ਲਓ ਮਹਾਰਾਜ ਸੱਚੇ ਪਾਤਸ਼ਾਹ ਦੇ ਕੀ ਭੀੜਾਂ ਬਣੀਆਂ, ਕੀ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਹੋਇਆ, ਉਹ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਹੈ। ਸਾਧ ਸੰਗਤ ਜੀ, ਕਵੀ ਸੰਤੋਖ ਸਿੰਘ ਜੀ ਚੂੜਾਮਣੀ, ਉਹਨਾਂ ਨੇ ਇੱਕ ਹਵਾਲਾ ਦਿੱਤਾ, ਉਹ ਕਹਿ ਕੇ ਆਪਾਂ ਸਮਾਪਤੀ ਕਰਨੀ, ਆਨੰਦ ਸਾਹਿਬ ਪੜ੍ਹਨਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਆਪਣੀਆਂ ਲਿਖਤਾਂ 'ਚ ਲਿਖਦੇ ਆ, ਉਹ ਕਹਿੰਦੇ ਨੇ, ਉਹਨਾਂ ਨੇ ਦਾਨ ਦੀ ਗੱਲ ਕੀਤੀ। ਦਾਨ ਦੀ, ਦਾਨ ਦੁਨੀਆ ਹੀ ਦਾਨ ਕਰਦੀ ਹੈ। ਕੋਈ ਕੁਛ ਦਾਨ ਕਰਦਾ ਹੈ, ਕੋਈ ਕੁਛ ਦਾਨ ਕਰਦਾ ਹੈ, ਕੋਈ ਕੁਛ ਦਾਨ ਕਰਦਾ ਹੈ। ਲੋਕਾਂ ਨੇ ਜ਼ਮੀਨਾਂ ਦਾਨ ਕਰ ਦਿੱਤੀਆਂ, ਲੋਕਾਂ ਨੇ ਪੈਸਾ ਦਾਨ ਕਰ ਦਿੱਤਾ, ਲੋਕਾਂ ਨੇ ਵਸਤਰ ਦਾਨ ਕਰ ਦਿੱਤੇ, ਲੋਕਾਂ ਨੇ ਭੋਜਨ ਦਾਨ ਕਰ ਦਿੱਤਾ, ਰਾਜ ਭਾਗ ਰਾਜਿਆਂ ਨੇ ਦਾਨ ਕਰ ਦਿੱਤੇ, ਆਪਣੀਆਂ ਇਸਤਰੀਆਂ ਆਪਣੇ ਪੁੱਤਰ ਵੀ ਦਾਨ ਕਰ ਦਿੱਤੇ। ਬੜੀ ਦੁਨੀਆ ਜਿਨ੍ਹਾਂ ਨੇ ਦਾਨ ਕੀਤੇ। ਦਾਨ ਦੀ ਗੱਲ ਕਵੀ ਸਾਹਿਬ ਕਰਦੇ, ਕਹਿੰਦੇ ਭ੍ਰਿੰਗੂ ਰਿਸ਼ੀ ਦੇ ਪੁੱਤਰ ਪਰਸ਼ੂਰਾਮ ਨੇ, ਭ੍ਰਿੰਗੀ ਰਿਸ਼ੀ ਹੋਇਆ, ਉਹਦਾ ਪੁੱਤਰ ਸੀ ਪਰਸ਼ੂਰਾਮ। ਕਹਿੰਦੇ ਉਸ ਪਰਸ਼ੂਰਾਮ ਨੇ, ਕਹਿੰਦੇ ਛਤਰੀਆਂ ਦੇ ਕੋਲੋਂ ਧਰਤੀ ਖੋਹ ਲਈ, ਯੁੱਧ ਕੀਤਾ ਬਹੁਤ ਵੱਡਾ। ਪਰਸ਼ੂਰਾਮ ਨੇ ਯੁੱਧ ਕੀਤਾ, ਤੇ ਜਦੋਂ ਯੁੱਧ ਕਰਕੇ ਛਤਰੀਆਂ ਕੋਲੋਂ ਉਹਨੇ ਕੀ ਕੀਤਾ, ਕਹਿੰਦੇ ਧਰਤੀ ਖੋਹ ਲਈ, ਜ਼ਮੀਨ ਖੋਹ ਲਈ। ਤੇ ਉਹਨੂੰ ਜ਼ਮੀਨ ਨੂੰ ਖੋਹ ਕੇ ਦਾਨ ਕਿਹਦੇ ਵਿੱਚ ਕੀਤੀ ਏ, ਉਹ ਜ਼ਮੀਨ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ। ਪਰਸ਼ੂਰਾਮ ਨੇ ਛਤਰੀਆਂ ਤੋਂ ਜ਼ਮੀਨ ਖੋਹ ਕੇ ਯੁੱਧ ਕਰਕੇ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ। ਤੇ ਹੁਣ ਬ੍ਰਾਹਮਣਾਂ ਕੋਲੋਂ ਜ਼ਮੀਨ ਆ ਗਈ, ਤੇ ਜਦੋਂ ਜ਼ਮੀਨ ਬ੍ਰਾਹਮਣਾਂ ਕੋਲ ਆਈ, ਮਾਲਕ ਬਣ ਗਏ। ਹੁਣ ਜ਼ਮੀਨ ਵੀ ਕਿਸੇ ਨੂੰ ਸਾਹਮਣੇ ਆਉਂਦੀ ਹੈ। ਤੇ ਜਦੋਂ ਬ੍ਰਾਹਮਣਾਂ ਕੋਲ ਜ਼ਮੀਨ ਆਈ,
ਸਾਧ ਸੰਗਤ ਜੀ ਕੁਛ ਦੇਰ ਤਾਂ ਉਹਨਾਂ ਨੇ ਸਾਂਭੀ ਰੱਖੀ, ਮੁੜ ਕੇ ਫੇਰ ਉਹ ਜ਼ਮੀਨ ਉਹਨਾਂ ਤੋਂ ਖੁੱਸ ਗਈ। ਦਾਨ ਵਿੱਚ ਲਈ ਜ਼ਮੀਨ ਬ੍ਰਾਹਮਣਾਂ ਕੋਲ ਬਹੁਤਾ ਚਿਰ ਨਾ ਰਹੀ, ਉਹ ਰਾਜ ਭਾਗ ਉਹਨਾਂ ਕੋਲ ਬਹੁਤਾ ਚਿਰ ਨਹੀਂ ਰਿਹਾ। ਫੇਰ ਬ੍ਰਾਹਮਣ ਉਸੇ ਹਾਲਾਤ ਵਿੱਚ ਆ ਗਏ ਜਿੱਦਾਂ ਪਹਿਲਾਂ ਸੀ। ਉਹ ਮਿਲਿਆ ਹੋਇਆ ਦਾਨ ਖੁੱਸ ਗਿਆ, ਖਤਮ ਹੋ ਗਿਆ। ਤੇ ਫਿਰ ਕਵੀ ਸਾਹਿਬ ਕਹਿੰਦੇ ਰਮਾਇਣ ਦੇ ਅਨੁਸਾਰ ਤ੍ਰੇਤੇ ਦੇ ਵਿੱਚ ਕਹਿੰਦੇ ਰਾਮਚੰਦਰ ਜੀ ਨੇ ਇੱਕ ਜੱਗ ਕੀਤਾ, ਬਹੁਤ ਭਾਰੀ ਜੱਗ ਸੀ। ਆ ਜਿਹੜੇ ਆਪਾਂ ਕਰਦੇ ਆ ਤਾਂ ਬਹੁਤ ਛੋਟੇ ਐ। ਉਹਨਾਂ ਵੇੜਿਆਂ ਵਿੱਚ ਅਸਮੇਧ ਜੱਗ ਹੁੰਦਾ ਸੀ, ਜਿਸ ਨੂੰ ਕਰਨ ਵਾਸਤੇ ਉਹਨਾਂ ਵੇੜਿਆਂ ਵਿੱਚ ਲੱਖਾਂ ਰੁਪਏ ਲੱਗਦੇ ਸੀ। ਅੱਜ ਦੇ ਲੱਖਾਂ ਰੁਪਏ ਨਹੀਂ, ਉਹਨਾਂ ਵੇੜਿਆਂ ਦੇ ਲੱਖਾਂ ਰੁਪਏ ਲੱਗਦੇ ਸੀ। ਅਸਮੇਧ ਜੱਗ ਨੂੰ ਕਹਿੰਦੇ ਸੀ। ਉਹ ਸਾਧ ਸੰਗਤ ਜੀ ਉਹਨਾਂ ਯੁਗਾਂ ਵਿੱਚ ਹੋਇਆ ਸਮੇਧ ਜੱਗ। ਕਿਹੜੇ ਯੁੱਗ ਵਿੱਚ ਜੱਗ ਹੋਏ? ਦੁਆਪਰ ਪੂਜਾ 4। ਦੁਆਪਰ 'ਚ ਪੂਜਾ ਹੋਈ ਹੈ। ਤ੍ਰੇਤੇ 'ਚ ਕੀ ਹੋਇਆ? ਸਤਜੁਗ ਸਤ ਤ੍ਰੇਤਾ ਜਗੀ। ਤ੍ਰੇਤਾ ਜਗੀ, ਤ੍ਰੇਤੇ ਵਿੱਚ ਗੁਰਬਾਣੀ ਦਾ ਬਚਨ ਹੈ ਮਹਾਰਾਜ ਜੀ। ਸਤਜੁਗ ਸਤ ਤ੍ਰੇਤਾ ਜੁਗੀ ਜਗੀ, ਕਹਿੰਦੇ ਨੇ ਤ੍ਰੇਤੇ ਵਿੱਚ ਜੱਗ ਪੁੰਨ ਹੋਏ, ਬੜੇ ਬੜੇ ਜੱਗ ਹੋਏ, ਅਸਮੇਧ ਜੱਗ ਹੋਏ। ਬਹੁਤ ਸਾਰੇ ਨੇਫਲ ਚਲੇ ਗਏ ਕਿਉਂਕਿ ਰੁਕਾਵਟਾਂ ਬਣ ਜਾਂਦੀਆਂ ਸੀ। ਜੱਗ ਕਰਨ ਵਾਸਤੇ ਸਮੱਗਰੀ ਬਹੁਤ ਸਾਰੇ ਢੰਗ ਤਰੀਕੇ ਸੀ, ਬਹੁਤ ਸਾਰੇ ਜੱਗ ਫੇਲ ਹੋ ਜਾਂਦੇ ਸੀ, ਕੋਈ ਜੱਗ ਸਫਲ ਹੁੰਦਾ ਸੀ। ਦੁਆਪਰ ਵਿੱਚ ਪੂਜਾ ਹੋਈ, ਕਲ ਕੇਵਲ ਨਾਮ ਆਧਾਰ। ਅੱਜ ਦੇ ਸਮੇਂ 'ਚ ਕੀ ਕਰੀਏ ਮਹਾਰਾਜ? ਸਤਿਗੁਰੂ ਕਹਿੰਦੇ ਕੱਲ ਕੇਵਲ ਨਾਮ ਆਧਾਰ। ਅੱਜ ਦੇ ਵਿੱਚ ਅਕਾਲ ਪੁਰਖ ਦੀ ਬੰਦਗੀ ਕਰਨੀ, ਉਹਦੀ ਯਾਦ ਵਿੱਚ ਜਿਉਣਾ ਹੀ ਸਭ ਤੋਂ ਵੱਡਾ ਜੱਗ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਕਹਿੰਦੇ ਨੇ ਰਾਮਚੰਦਰ ਜੀ ਨੇ ਬਹੁਤ ਵੱਡਾ ਜੱਗ ਕੀਤਾ। ਉਸ ਜੱਗ ਦਾ ਨਾਂ ਸੀ ਅਸਮੇਧ ਜੱਗ। ਤੇ ਜਦੋਂ ਉਹ ਜੱਗ ਕੀਤਾ ਤੇ ਉਸ ਜੱਗ ਵਿੱਚ ਦਾਨ ਕੀਤਾ, ਲੋਕਾਂ ਨੇ ਉਹ ਦਾਨ ਲਿਆ ਬਹੁਤ ਭਾਰੀ ਤਾਦਾਦ ਦੇ ਵਿੱਚ। ਉਸ ਸਾਧ ਸੰਗਤ ਜੀ ਲੋਕਾਂ ਨੂੰ ਬਹੁਤ ਸਾਰੇ ਪਦਾਰਥ, ਵਸਤਰ ਆਦਿਕ, ਮਾਇਆ ਆਦਿਕ ਮਿਲੀ। ਕਹਿੰਦੇ ਇੰਨੀ ਮਿਲੀ ਕਿ ਉਹਨਾਂ ਦੇ ਪੁੱਤ ਪੋਤਰਿਆਂ ਤੱਕ ਉਹ ਖਾਂਦੇ ਤਾਂ ਵੀ ਨਾ ਮੁੱਕਦੀ। ਪਰ ਇੱਕ ਦਿਨ ਉਹ ਆਇਆ, ਉਹ ਦਿੱਤਾ ਹੋਇਆ ਲਿਆ ਹੋਇਆ ਦਾਨ ਵੀ ਸ਼੍ਰੀ ਰਾਮਚੰਦਰ ਜੀ ਪਾਸੋਂ ਲੋਕਾਂ ਕੋਲ ਰਿਹਾ ਨਾ। ਉਹ ਦਾਨ ਵੀ ਇੱਕ ਦਿਨ ਖਤਮ ਹੋ ਗਿਆ, ਮੁੱਕ ਗਿਆ। ਜਿਵੇਂ ਪਰਸ਼ੂਰਾਮ ਨੂੰ ਤੋਂ ਮਿਲੀ ਹੋਈ ਧਰਤੀ ਬ੍ਰਹਮਣਾ ਕੋਲ ਨਾ ਰਹੀ, ਉਸੇ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਦੇ ਅਸਮੇਧ ਜਗ ਤੋਂ ਮਿਲੀ ਹੋਈ ਵਸਤੂਆਂ, ਮਿਲੀਆਂ ਹੋਈਆਂ ਚੀਜ਼ਾਂ ਉਸ ਵੇਲੇ ਦੇ ਲੋਕਾਂ ਕੋਲ ਇੰਨੀਆਂ ਸੀ ਕਿ ਉਹਨਾਂ ਦੀਆਂ ਪੁਸ਼ਤਾਂ ਖਾਂਦੀਆਂ ਤਾਂ ਵੀ ਨਹੀਂ ਸੀ ਮੁੱਕਦੀਆਂ। ਪਰ ਇੱਕ ਦਿਨ ਉਹ ਆਇਆ ਕਿ ਉਹਨਾਂ ਦਾ ਮਿਲਿਆ ਹੋਇਆ ਦਾਨ ਉਹਨਾਂ ਨੂੰ ਉਹ ਵੀ ਖਤਮ ਹੋ ਗਿਆ, ਮੁੱਕ ਗਿਆ। ਕਹਿੰਦੇ ਮਹਾਭਾਰਤ ਦੀ ਗੱਲ ਲੈ ਲਓ, ਕਹਿੰਦੇ ਨੇ ਕਵੀ ਸਾਹਿਬ, ਕਹਿੰਦੇ ਪਾਂਡਵ ਪੁੱਤਰ ਯੁਧਿਸ਼ਟਰ ਅਤੇ ਸੂਰਜ ਪੁੱਤਰ ਕਰਨ ਸੀ ਜਿਹੜਾ, ਕਹਿੰਦੇ ਉਹਨੇ ਬਹੁਤ ਸਾਰਾ ਸੋਨਾ ਦਾਨ ਕੀਤਾ ਆਪਣੀ ਪ੍ਰਜਾ ਨੂੰ, ਦੁਨੀਆ ਦੇ ਲੋਕਾਂ ਨੂੰ ਬਹੁਤ ਸਾਰਾ ਸੋਨਾ ਦਾਨ ਕੀਤਾ। ਜੋ ਕਹਿੰਦੇ ਨੇ ਉਹ ਦਾਨ ਉਹਨਾਂ ਨੂੰ ਦਿੱਤਾ ਸੀ, ਉਹ ਸਾਧ ਸੰਗਤ ਜੀ ਕਹਿੰਦੇ ਨੇ ਉਹ ਖਤਮ ਹੋ ਗਿਆ। ਕਹਿੰਦੇ ਆਪ ਵੀ ਕੰਗਾਲ ਹੋ ਗਏ ਤੇ ਜਿਨ੍ਹਾਂ ਨੂੰ ਦਾਨ ਸੋਨਾ ਦਿੱਤਾ ਸੀ ਉਹਨਾਂ ਕੋਲ ਵੀ ਉਹ ਸੋਨਾ ਨਾ ਰਿਹਾ। ਦੇਣ ਵਾਲੇ ਸਾਧ ਸੰਗਤ ਜੀ ਯੁਧਿਸ਼ਟਰ ਵਰਗੇ, ਕਰਨ ਵਰਗੇ ਵੀ ਕੰਗਾਲ ਹੋ ਗਏ ਆਪਣਾ ਸਾਰਾ ਕੁਝ ਦੇ ਕੇ, ਤੇ ਉਹ ਤੋਂ ਬਾਅਦ ਲੈਣ ਵਾਲੇ ਵੀ ਖਤਮ ਹੋ ਗਏ। ਕਵੀ ਸਾਹਿਬ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੋ, ਦਾਨ ਦਿੱਤਾ ਗਿਆ, ਦਾਨ ਲਿਆ ਗਿਆ, ਦੇਣ ਵਾਲਿਆਂ ਕੋਲ ਵੀ ਕੁਝ ਨਹੀਂ ਰਿਹਾ, ਲੈਣ ਵਾਲਿਆਂ ਕੋਲ ਵੀ ਕੁਝ ਨਹੀਂ ਰਿਹਾ। ਕਵੀ ਸਾਹਿਬ ਕਹਿੰਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਦਾਨੀਆਂ ਦੇ ਦਾਨੀ ਹੋ, ਜਿਨ੍ਹਾਂ ਨੂੰ ਮਹਾਦਾਨੀ ਕਹਿੰਦੇ ਹਨ। ਦਾਨੀ ਨਹੀਂ, ਤੁਸੀਂ ਮਹਾਦਾਨੀ ਹੋ, ਕਿਉਂਕਿ ਜੋ ਦਾਨ ਤੁਸੀਂ ਦਿੱਤਾ ਉਹ ਨਾ ਤਾਂ ਮੁੱਕਿਆ ਤੇ ਨਾ ਮੁੱਕਣਾ। ਤੇ ਕਿਹੜਾ ਦਾਨ ਦਿੱਤਾ? ਸਤਿਗੁਰੂ ਜੀ ਨੇ ਜੋ ਦਾਨ ਕਲਗੀਧਰ ਜੀ ਨੇ ਦਿੱਤਾ ਉਹ ਦੂਣਾ ਸਵਾਇਆ ਹੀ ਹੋਊਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੋਨਾ ਨਹੀਂ ਦਿੱਤਾ, ਆਪਣੇ ਸਿੱਖਾਂ ਨੂੰ ਚਾਂਦੀ ਨਹੀਂ ਦਿੱਤੀ, ਪੈਸਾ ਨਹੀਂ ਦਿੱਤਾ। ਅਨੰਦਪੁਰ ਸਾਹਿਬ ਤੋਂ ਜਦੋਂ ਨਿਕਲੇ ਨੇ ਨਾ, ਮਾਂ ਨੇ ਕਹਿ ਦਿੱਤਾ ਤਾਂ ਮਾਤਾ ਗੁਜਰ ਕੌਰ ਜੀ ਨੇ, ਮਹਾਰਾਜ ਜੀ ਇਹਨਾਂ ਨੂੰ ਦੇ ਦਿਓ, ਸਿੱਖਾਂ ਨੂੰ ਤੁਹਾਡੇ ਨਾਲ ਹੈ। ਸਤਿਗੁਰੂ ਕਹਿੰਦੇ ਨਾ ਜੀ ਮਾਤਾ, ਨਹੀਂ। ਸਰਸਾ ਚ ਤਾਂ ਮਹਾਰਾਜ ਨੇ ਰੋੜ ਦਿੱਤਾ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਨਾ ਨਹੀਂ ਦਿੱਤਾ, ਚਾਂਦੀ ਨਹੀਂ ਦਿੱਤੀ ਆਪਣੇ ਸਿੱਖਾਂ ਨੂੰ।
ਕੀ ਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਿਰਤ ਦਾ ਦਾਨ ਦਿੱਤਾ। ਆਪਣੇ ਸਿੱਖਾਂ ਨੂੰ ਕਿਰਤ ਦਾ, ਹੱਕ ਸੱਚ ਦੀ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਦਾ ਦਾਨ ਦਿੱਤਾ। ਤੇ ਅੱਜ ਮੁੱਕਿਆ ਕਿਰਤ ਦਾ ਦਾਨ, ਮੁੱਕਿਆ। ਸਾਰੇ ਸਾਸਨੀ ਕਿਰਤੀਆਂ ਦੇ ਹੱਥਾਂ ਦੇ ਹੀ ਖਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਤ ਦਾ ਦਾਨ ਦਿੱਤਾ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਨਾਮ ਦਾ ਦਾਨ ਦਿੱਤਾ ਗੁਰੂ ਕੇ ਸਿੱਖਾਂ ਨੂੰ। ਨਾਮ ਦਾ ਦਾਨ ਕਿਤੇ ਮੁੱਕਿਆ? ਵਿਵੇਕ ਦਾ ਦਾਨ ਦਿੱਤਾ, ਰਹਿਤ ਦਾ ਦਾਨ ਦਿੱਤਾ, ਵੰਡ ਕੇ ਛਕਣ ਦਾ ਦਾਨ ਦਿੱਤਾ। ਤੁਹਾਡੇ ਸਾਹਮਣੇ ਹੀ ਹੈ, ਵੰਡ ਕੇ ਕਿੰਨੀ ਦੁਨੀਆ ਨੂੰ ਛਕਾ ਰਹੇ। ਆ ਦਿੱਲੀ ਤੋਂ ਜਦੋਂ ਮੁੜ ਕੇ ਆਏ ਨਾ ਆਪਣੇ ਕਿਸਾਨ ਸਿੱਖ, ਲੋਕ ਰੋਏ ਧਾਹਾਂ ਮਾਰ ਮਾਰ ਕੇ। ਲੱਖਾਂ ਲੋਕਾਂ ਦਾ ਸਾਸ ਨਹੀਂ ਪੇਟ ਭਰਦਾ ਸੀ ਦਿੱਲੀ ਜਦੋਂ ਕਿਸਾਨ ਬੈਠੇ ਸੀ। ਲੱਖਾਂ ਲੋਕਾਂ ਦਾ, ਗਰੀਬ ਲੋਕਾਂ ਦਾ, ਉਹ ਰੋਏ ਧਾਹਾਂ ਮਾਰ ਮਾਰ ਕੇ। ਵੰਡ ਕੇ ਛਕਣ ਦਾ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਉਹ ਨਹੀਂ ਮੁੱਕਿਆ। ਸ਼ਾਸਤਰ ਤੇ ਸ਼ਾਸਤਰ ਦਾ ਗਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਉਹ ਨਹੀਂ ਮੁੱਕਿਆ। ਏਕਤਾ ਦਾ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਉਹ ਨਹੀਂ ਮੁੱਕਿਆ। ਉਹ ਗੱਲ ਵੱਖਰੀ ਵੀ ਅਸੀਂ ਆਪਣੀਆਂ ਪੱਗਾਂ ਆਪਸ ਚ ਲਾਈ ਜਾਈਏ, ਉਹ ਗੱਲ ਵੱਖਰੀ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਏਕਤਾ ਦਾ ਦਾਨ ਸਾਰੀ ਦੁਨੀਆ ਵਿੱਚ ਰਹੇਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਪੌਲ ਦਾ ਦਾਨ ਦਿੱਤਾ ਆਪਣੇ ਸਿੱਖਾਂ ਨੂੰ, ਉਹ ਨਹੀਂ ਮੁੱਕਿਆ, ਵੱਧਦਾ ਹੀ ਗਿਆ। ਇਲਾਹੀ ਬਾਣੀ ਦਾ ਦਾਨ ਦਿੱਤਾ। ਗੁਰੂ ਸਾਹਿਬ ਜੀ ਨੇ ਅਡੋਲ ਨਿਸ਼ਚੇ ਦਾ ਦਾਨ ਦਿੱਤਾ ਆਪਣੇ ਸਿੱਖਾਂ ਨੂੰ, ਅੱਜ ਵੀ ਮੌਜੂਦ ਹੈ। ਜ਼ੁਲਮ ਦੇ ਨਾਸ਼ ਕਰਨ ਦਾ ਬਲ, ਉਦਮ ਦਾ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ, ਉਹ ਨਹੀਂ ਮੁੱਕਿਆ। ਕੁਰਬਾਨੀ ਦਾ ਮਾਦਾ, ਕੁਰਬਾਨੀ ਦਾ ਦਾਨ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਉਹ ਨਹੀਂ ਅੱਜ ਤੱਕ ਮੁੱਕਿਆ। ਅੱਜ ਵੀ, ਪਹਿਲਾਂ ਵੀ ਹੋਈਆਂ ਸੀ ਤੇ ਅੱਜ ਵੀ ਕੁਰਬਾਨੀਆਂ ਹੋ ਰਹੀਆਂ ਨੇ। ਹੱਕ ਸੱਚ ਵਾਸਤੇ ਲੜਨ ਦਾ ਦਾਨ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਤੇ ਅੱਜ ਵੀ ਸਿੱਖ ਹੱਕ ਸੱਚ ਵਾਸਤੇ ਲੜ ਰਹੇ ਆ। ਲੜ ਕੇ ਆਏ ਨਹੀਂ, ਜਿੱਤ ਹਾਸਲ ਕਰਕੇ ਆਏ। ਮੁੱਕਦੀ ਗੱਲ ਕਵੀ ਸਾਹਿਬ ਕਹਿੰਦੇ, ਦਾਨਾ ਸਿਰਦਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਿੱਤਾ, ਜਿਹਨੂੰ ਰੋਜ਼ ਅਰਦਾਸ ਵਿੱਚ ਕਹਿੰਦੇ ਆ, ਜਿਹੜਾ ਸਿੱਖੀ ਦਾ ਦਾਨ ਦਿੱਤਾ ਆਪਣੇ ਸਿੱਖਾਂ ਨੂੰ। ਭਾਵੇਂ ਅੱਜ ਸਿੱਖਾਂ ਦੇ ਬੱਚੇ ਸਾਧ ਸੰਗਤ ਜੀ ਆਪਣੇ ਕੇਸ ਮਨਵਾ ਕੇ, ਆਪਣੇ ਕੇਸਾਂ ਦਾ ਕਤਲ ਕਰਾ ਕੇ ਪਤਿਤ ਹੋ ਰਹੇ ਐ, ਪਰ ਬੀਜ ਨਾਸ ਨਹੀਂ ਹੈ। ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਬਰਕਰਾਰ ਹੈ। ਤੇ ਸਾਡੇ ਵਾਲੇ ਸਿਰ ਮਨਾਉਣ ਲੱਗ ਗਏ ਤੇ ਬਾਹਰ ਵਿਦੇਸ਼ਾਂ ਵਿੱਚ ਗੋਰੇ ਲੋਕ ਸਿੱਖ ਬਣ ਗਏ। ਮੁੱਕੇ ਥੋੜਾ, ਜਿਹੜੇ ਦਾਨਾਂ ਦੀ ਪਹਿਲਾਂ ਗੱਲ ਕਰਕੇ ਗਏ ਉਹ ਮੁੱਕ ਗਿਆ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਦਾਨ ਮੁੱਕਿਆ ਨਹੀਂ। ਕੀ ਹੋਇਆ ਜੇ ਸਾਧ ਸੰਗਤ ਜੀ, ਬਿੰਦੀ ਪੁੱਤਰ ਜੇ ਸਿੱਖ ਸਾਧ ਸੰਗਤ ਜੀ, ਸਿੱਖੀ ਦੀ ਜੜ ਵਿੱਚ ਪੈਦਾ ਹੋਣ ਵਾਲੇ ਸਿੱਖਾਂ ਦੇ ਬੱਚਿਆਂ ਨੇ ਕੀ ਹੋਇਆ ਜੇ ਸਿਰ ਮਨਾ ਦਿੱਤੇ ਨੇ। ਗੁਰੂ ਕਲਗੀਧਰ ਕਹਿੰਦੇ, ਮੇਰਾ ਸਿੱਖ ਨਿਆਰਾ ਸਿੱਖ, ਉਹ ਮੇਰਾ ਖਾਲਸਾ ਮੇਰਾ ਰੂਪ ਹੈ ਖਾਸ, ਕਹਿੰਦੇ ਵਿਦੇਸ਼ਾਂ 'ਚ ਪੈਦਾ ਹੋ ਗਿਆ। ਤੇ ਉਹਨਾਂ ਨੂੰ ਜੇਕਰ ਦੇਖਾਂਗੇ ਨਾ ਆਪਾਂ, ਸਾਧ ਸੰਗਤ ਜੀ, ਸਾਡੇ ਤੋਂ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਸਾਡੇ ਤੋਂ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਸਾਡੇ ਤੋਂ ਤਾਂ ਰਹਿਰਾਸ ਨਹੀਂ ਹੁੰਦੀ, ਸਾਡੇ ਤੋਂ ਤਾਂ ਸਾਡੇ ਕਰਕਾਰ ਨਹੀਂ ਸਾਂਭੇ ਜਾਂਦੇ। ਤੁਸੀਂ ਵਿਦੇਸ਼ੀ ਸਿੱਖਾਂ ਨੂੰ ਵੇਖੋ ਜਾ ਕੇ, ਜਿਹੜੇ ਵਿਦੇਸ਼ ਦੇ ਸਿੱਖ ਬਣੇ ਆ ਨਾ, ਉਹ ਪੈਦਾ ਨਹੀਂ ਹੋਏ ਸਿੱਖੀ 'ਚ। ਸਾਧ ਸੰਗਤ ਜੀ, ਉਹ ਨਾਦੀ ਨੇ, ਉਹ ਸਿੱਖ ਧਰਮ ਦੀ ਫਿਲਾਸਫੀ ਪੜ੍ਹ ਕੇ, ਸਿੱਖ ਧਰਮ ਦੇ ਸਾਧ ਸੰਗਤ ਜੀ ਇਤਿਹਾਸ ਨੂੰ ਪੜ੍ਹ ਕੇ ਸਿੱਖ ਬਣੇ ਨੇ, ਪੜ੍ਹ ਕੇ ਨਹੀਂ ਬਣੇ। ਉਹਨਾਂ ਨੇ ਸਾਧ ਸੰਗਤ ਜੀ ਵਿੱਚ ਜਾ ਕੇ ਘੋਖ ਕੀਤੀ ਹੈ, ਉਹ ਸਿੱਖ ਬਣੇ। ਤੇ ਉਹਨਾਂ ਨੂੰ ਤੁਸੀਂ ਉਹਨਾਂ ਦਾ ਜੀਵਨ ਵੇਖਿਓ ਸਾਧ ਸੰਗਤ ਜੀ, ਉਹ ਕੁਝ ਵੀ ਹੋ ਜੇ, ਜਿਹੜੇ ਸਿੱਖ ਬਣ ਗਏ ਅੰਗਰੇਜ਼ ਜਾਂ ਕਾਲੇ ਅਫਰੀਕਾ ਵਾਲੇ, ਸਾਧ ਸੰਗਤ ਜੀ, ਉਹ ਮਰਿਆਦਾ ਤੋਂ ਇੱਕ ਰੰਚਕ ਮਾਤਰ ਵੀ ਇੱਕ ਪਾਸੇ ਨੂੰ ਨਹੀਂ ਜਾਂਦੇ। ਬਾਣੇ 'ਚ ਪੂਰੇ, ਬਾਣੀ 'ਚ ਪੂਰੇ, ਮਰਿਆਦਾ 'ਚ ਪੂਰੇ। ਇੰਨੇ ਕੁ ਬੱਚੇ ਉਹਨਾਂ ਦੇ, ਸਾਡੇ ਤਾਂ ਨਗਰ ਕੀਰਤਨਾਂ 'ਚ ਰੌਲਾ ਹੀ ਪਾਈ ਜਾਂਦੇ ਆ। ਸਾਡੇ ਬੱਚਿਆਂ ਨੂੰ ਸਿਖਾਉਣਾ, ਬਿਠਾਉਣਾ ਔਖਾ ਸਾਡੇ ਬੱਚਿਆਂ ਨੂੰ ਸੰਗਤ 'ਚ। ਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਸਾਧ ਸੰਗਤ ਨਗਰ ਕੀਰਤਨਾਂ ਵਿੱਚ ਸਾਜ਼ ਵਜਾਉਂਦੇ, ਟੱਲੀਆਂ ਵਜਾਉਂਦਾ, ਕੋਈ ਕੁਛ ਵਜਾਉਂਦਾ ਹੈ। ਇੱਕ ਮੈਂ ਵੀਡੀਓ ਵੇਖ ਰਿਹਾ ਸੀ, ਉਹ ਸਮਾਗਮ ਏਦਾਂ ਚੱਲ ਰਿਹਾ ਸੀ, ਵੱਡੇ ਬਜ਼ੁਰਗ ਵੀ ਬੈਠੇ, ਸਾਰੇ ਬੈਠੇ, ਇੰਨੇ ਨਿੱਕੇ ਨਿੱਕੇ ਬੱਚੇ ਵੀ ਬੈਠੇ ਉਹਨਾਂ 'ਚ, ਅੰਗਰੇਜ਼ਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ, ਸਾਧ ਸੰਗਤ ਜੀ ਉਹਨਾਂ ਦੇ ਬਸਤਰ ਪਾਏ ਨੇ, ਬਾਣੇ ਪਾਏ ਐ, ਉਹ ਅੰਗਰੇਜ਼ ਨੇ, ਸਿੱਖ ਬਣੇ ਹੋਏ। ਤੇ ਸਾਧ ਸੰਗਤ ਜੀ ਉਹਨਾਂ ਨੇ ਕੀਰਤਨ ਕਰ ਰਹੇ ਨੇ ਸਾਰੇ। ਕਿਸੇ ਬੱਚੇ ਨੇ ਟੱਲੀ ਪਗੜੀ ਹੈ, ਕਿਸੇ ਨੇ ਛੈਣੇ ਪਕੜੇ ਆ, ਕਿਸੇ ਨੇ ਕੁਛ ਪਕੜਿਆ, ਰੌਲਾ ਨਹੀਂ ਪਾ ਰਹੇ। ਉਹ ਬਹਿ ਕੇ ਨਾਲ, ਭਾਵੇਂ ਕੋਈ ਪੁੱਠਾ ਆਉਂਦਾ ਭਾਵੇਂ ਸਿੱਧਾ ਆਉਂਦਾ, ਵਜਾ ਰਹੇ।
ਇਹਨੂੰ ਕਹਿੰਦੇ ਸਿੱਖੀ। ਤੇ ਸਤਿਗੁਰੂ ਜੀ ਨੇ ਬਚਨ ਵੀ ਕੀਤਾ ਸੀ, ਕਹਿੰਦੇ ਖਾਲਸੋ ਮੇਰੋ ਰੂਪ ਹੈ ਖਾਸ, ਖਾਲਸੋ ਮਹਿ ਕਰੋ ਨਿਵਾਸ। ਸਾਧ ਸੰਗਤ ਜੀ ਗੁਰੂ ਕਲਗੀਧਰ ਮਹਾਰਾਜ ਜੀ ਦਾ ਨਿਆਰਾ ਸਿੱਖ ਮੁੱਕਿਆ ਥੋੜਾ ਹੈ। ਦਾਨਾ ਸਰਦਾਨ ਸਿੱਖੀ ਦਾ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਜਿਹੜਾ ਕੱਲੀ ਪੰਜਾਬ ਦੀ ਧਰਤੀ, ਪੰਜਾਬ ਤੋਂ ਉੱਠੀ ਹੈ ਨਾ ਸਿੱਖੀ, ਕੱਲੀ ਪੰਜਾਬ 'ਚ ਨਹੀਂ ਰਹੀ ਸਿੱਖੀ। ਐਸਾ ਦਾਨ ਗੁਰੂ ਕਲਗੀਧਰ ਮਹਾਰਾਜ ਨੇ ਛਿੱਟਾ ਦਿੱਤਾ ਦਾਨ ਦਾ, ਸਿੱਖੀ ਦਾ। ਆਲ ਵਰਲਡ ਵਿੱਚ ਤੁਹਾਨੂੰ ਸਿੱਖ ਨਜ਼ਰ ਆਉਣਗੇ। ਆਖੋ ਸਤਨਾਮ। ਐਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਸੋ ਸਦੀਵੀ ਕਾਲ ਸਰਬਕਾਲੀ ਅਕਾਲੀ ਦਾਨਾਂ ਦੇ ਸੂਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਸਤਿਗੁਰੂ ਜੀ ਸੀਸ ਨਿਭਾਈਏ ਮਹਾਰਾਜ ਨੂੰ। ਸੱਚੇ ਪਾਤਸ਼ਾਹ ਜੀ ਤੁਸੀਂ ਦਾਨੀਆਂ ਦੇ ਦਾਨੀ ਮਹਾਦਾਨੀ ਹੋ, ਤੁਹਾਡੇ ਵਰਗਾ ਦਾਨ ਕੋਈ ਨਹੀਂ ਕਰ ਸਕਦਾ। 4 ਪੁੱਤਰ ਤੁਸੀਂ ਧਰਮ ਤੋਂ ਵਾਰ ਦਿੱਤੇ, ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਇੰਨੀ ਤਿਆਗ ਦੀ ਮੂਰਤ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਵਰਗਾ ਦਾਨੀ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ। ਬਸ ਮੁੱਕਦੀ ਗੱਲ ਸਮਾਪਤੀ ਕਰੀਏ। ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਝੁਕਦਾ ਹੈ, ਉਹਨਾਂ ਦੀ ਕੁਰਬਾਨੀ ਨੂੰ ਸੀਸ ਝੁਕਦਾ ਹੈ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਥੋੜਾ ਜਿਹਾ ਯਤਨ ਉਭਾਰੀਏ, ਥੋੜਾ ਜਿਹਾ ਯਤਨ ਕਰੀਏ, ਸਿੱਖੀ ਵਾਲੇ ਪਾਸੇ ਨੂੰ ਆਪਾਂ ਵਾਂਗਾ ਮੋੜੀਏ। ਤੇ ਸਾਧ ਸੰਗਤ ਜੀ ਜਿੱਥੇ ਆਪ ਸਿੱਖੀ ਵਾਲੇ ਪਾਸੇ ਨੂੰ ਪ੍ਰੇਰਿਤ ਹੋਈਏ। ਆਪਣੇ ਬੱਚਿਆਂ ਨੂੰ ਸੰਭਾਲੋ, ਆਪਣੇ ਬੱਚਿਆਂ ਨੂੰ, ਆਪਣਾ ਫਰਜ਼ ਤਾਂ ਨਿਭਾਈਏ ਨਾ ਆਪਾਂ, ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਨੂੰ ਮੋੜਨਾ ਸ਼ੁਰੂ ਕਰੋ। ਆਪਣਾ ਫਰਜ਼ ਨਿਭਾਓ, ਭਾਵੇਂ ਵੱਡੇ ਹੋ ਕੇ ਧੱਕੇ ਮਾਰਦੇ ਆ, ਕੇਸ ਮਨਾਉਂਦੇ ਆ, ਕੁਝ ਕਰਦੇ ਆ, ਪਰ ਆਪਣਾ ਫਰਜ਼ ਅਸੀਂ ਨਿਭਾ ਕੇ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਮੋੜੀਏ। ਗੁਰੂ ਕਲਗੀਧਰ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਸਤਿਗੁਰੂ ਜੀ ਸਾਨੂੰ ਬਲ ਬਖਸ਼ਣ। ਆਓ ਤੁਰੀਏ, ਤਾਂ ਹੀ ਸਾਡਾ ਇਹ ਸਮਾਗਮ ਮਨਾਇਆ ਸਫਲ ਹੋਵੇਗਾ। ਸਤਿਗੁਰੂ ਗੁਰੂ ਕਲਗੀਧਰ ਜੀ ਰਹਿਮਤਾਂ ਕਰਨ, ਸਾਡਾ ਕੀਤਾ ਸਮਾਗਮ ਸਫਲ ਹੋ ਜੇ। ਗੁਰੂ ਜੀ ਦੇ ਪਾਏ ਪੂਰਨਿਆਂ ਤੇ ਅਸੀਂ ਚੱਲ ਸਕੀਏ, ਗੁਰੂ ਦੀ ਮਰਿਆਦਾ ਵਿੱਚ ਆਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਗੁਰੂ ਕਲਗੀਧਰ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਜੀ। तमाम ਭੁੱਲਾਂ ਦੀ ਖਿਮਾ। ਆਓ ਹੁਣ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਕੜਾ ਪ੍ਰਸ਼ਾਦ ਲੈ ਕੇ ਫੇਰ ਲੰਗਰ ਪ੍ਰਸ਼ਾਦਾ ਛਕਣਾ ਹੈ। ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ, ਬੇਅੰਤ ਬੇਅੰਤ ਵਧਾਈਆਂ ਹੋਣ। ਸਾਰਿਆਂ ਤੇ ਕਿਰਪਾ ਗੁਰੂ ਜੀ ਦੀ ਬਣੇ, ਘਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਸਾਨੂੰ ਹੋਵੇ। ਇਹੀ ਅਰਦਾਸ ਬੇਨਤੀ ਗੁਰੂ ਚਰਨਾਂ 'ਚ ਹੈ। ਤੈਨੂੰ ਲੱਖ ਵਾਰੀ ਸੀਸ ਨਿਵਾਵਾ, ਕਲਗੀਆਂ ਵਾਲਿਆ ਗੁਰਾ। ਤੈਨੂੰ ਲੱਖ ਵਾਰੀ ਸੀਸ ਨਿਵਾਵਾ, ਕਲਗੀਆਂ ਵਾਲਿਆ ਗੁਰਾ। ਕਲਗੀਆਂ ਜੀ ਵਾਲਿਆ ਗੁਰਾ, ਪੁੱਤਰਾਂ ਦੇ ਜੀ ਦਾਨੀਆ ਗੁਰਾ। ਕਲਗੀਆਂ ਜੀ ਵਾਲਿਆ ਗੁਰਾ, ਪੁੱਤਰਾਂ ਦੇ ਜੀ ਦਾਨੀਆ ਗੁਰਾ। ਤੈਨੂੰ ਲੱਖ ਵਾਰੀ ਸੀਸ ਨਿਵਾਵਾ, ਹਾਂਜੀ ਸੀਸ ਨਿਵਾਵਾ, ਪੁੱਤਰਾਂ ਦੇ ਦਾਨੀਆ ਗੁਰਾ। ਤੈਨੂੰ ਲੱਖ ਵਾਰੀ ਸੀਸ ਨਿਵਾਵਾ, ਪੁੱਤਰਾਂ ਦੇ ਦਾਨੀਆ ਗੁਰਾ।
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਪਵਨਾਂਗਲਾ ਸਮਰੱਥ ਸੁਆਮੀ ਸੋ ਜੋ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ। ਸਾਚਾ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨੀ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਕਰ ਸੁਭਾਗੈ ਸ਼ਬਦ ਵਾਜੇ ਗਲਾ ਜਿਤ ਕਰ ਤਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ। ਆਨੰਦ ਸਨੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੁਖਤਾ ਪਿਉ ਪਦੇ ਸੁਣੀ ਸੱਚੀ ਬਾਣੀ। ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਪਵਣੀ ਗੁਰੂ ਪਾਣੀ ਪਿਤਾ ਮਾਤਾ ਤਰਕ ਮਹਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਹਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਤੁਦੇ ਆ